ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੈਸ ਟਿਊਟਰ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਡਿਸਕਸ ਕਰਾਂਗੇ ਤੁਹਾਡੇ ਫਾਈਨਲ ਐਗਜ਼ਾਮ ਮੈਥ ਦੇ ਇੰਪੋਰਟੈਂਟ ਕੁਐਸਚਨ। ਇਸ ਵੀਡੀਓ ਵਿੱਚ ਮੈਂ ਤਕਰੀਬਨ ਸਾਰੇ ਇੰਪੋਰਟੈਂਟ ਕੁਐਸਚਨ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ। ਤੁਹਾਡੇ ਐਗਜ਼ਾਮ ਦੇ ਵਿੱਚ ਜਿਹੜੇ ਵੀ ਕੁਐਸਚਨ ਆਣਗੇ ਉਹ ਇਸ ਵੀਡੀਓ ਦੇ ਵਿੱਚ ਦਿੱਤੇ ਗਏ ਕੁਐਸਚਨਾਂ ਦੇ ਰਿਲੇਟਡ ਹੀ ਆਉਣਗੇ। ਇਸ ਤਰੀਕੇ ਦੇ ਹੀ ਕੁਐਸਚਨ ਤੁਹਾਨੂੰ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲਣਗੇ। ਇਹ ਸਾਰੀ ਵੀਡੀਓ ਇੰਗਲਿਸ਼ ਮੀਡੀਅਮ ਵਾਲੇ ਲਈ ਆ। ਪੰਜਾਬੀ ਮੀਡੀਅਮ ਵਿੱਚ ਵੀ ਦੂਜੀ ਵੀਡੀਓ ਜਿਹੜੀ ਅਪਲੋਡ ਕਰ ਦਿੱਤੀ ਜਾਏਗੀ। 8th ਕਲਾਸ ਦਾ ਇਹ ਲਾਸਟ ਐਗਜ਼ਾਮ ਹੈ। ਹੁਣ ਤੱਕ ਅਸੀਂ ਆਪਣੇ ਚੈਨਲ ਤੇ 8th ਕਲਾਸ ਦੇ ਮੈਥ ਦੇ ਰਿਲੇਟਡ ਤੁਹਾਡੀ ਮੈਂ ਸਾਰੀ ਤਿਆਰੀ ਲਾਈਵ ਹੋ ਕੇ ਵੀ ਕਰਵਾ ਦਿੱਤੀ ਹੈ। ਤੇ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਸ਼ੇਅਰ ਕਰਨਾ ਚਾਹੁੰਦਾ, ਜਿਹੜੇ ਮੇਰੇ 올ਡ ਸਟੂਡੈਂਟ ਨੇ ਉਹ ਤਾਂ ਇਸ ਗੱਲ ਨੂੰ ਜਾਣਦੇ ਨੇ, ਪਰ ਜਿਹੜੇ ਨਿਊ ਸੁਣ ਰਹੇ ਨੇ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ 9th ਕਲਾਸ ਦੇ ਵਿੱਚ ਜੈਸ ਟਿਊਟਰ ਚੈਨਲ ਵੱਲੋਂ ਆਨਲਾਈਨ ਟਿਊਸ਼ਨ ਸਟਾਰਟ ਕੀਤੀ ਜਾ ਰਹੀ ਹੈ। ਜਿਹੜੇ ਵੀ ਸਟੂਡੈਂਟ ਮੇਰੇ ਤੋਂ ਆਨਲਾਈਨ ਟਿਊਸ਼ਨ ਲੈਣਾ ਚਾਹੁੰਦੇ ਨੇ ਉਹ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਗਏ ਟੈਲੀਗ੍ਰਾਮ ਤੇ ਲਿੰਕ ਤੇ ਜੁਆਇਨ ਕਰ ਲੈਣ। 10 ਜਾਂ 15 ਅਪ੍ਰੈਲ ਤੋਂ ਅਸੀਂ ਆਨਲਾਈਨ ਟਿਊਸ਼ਨ ਸਟਾਰਟ ਕਰ ਦਾਂਗੇ। 4 ਸਬਜੈਕਟਾਂ ਦੀ ਤਿਆਰੀ ਤੁਹਾਡੀ ਆਨਲਾਈਨ ਟਿਊਸ਼ਨ ਦੇ ਵਿੱਚ ਕਰਵਾਈ ਜਾਏਗੀ, ਮੈਥ, ਸਾਇੰਸ, ਇੰਗਲਿਸ਼ ਐਂਡ ਐਸਐਸਟੀ। ਬਿਲਕੁਲ ਰੀਜ਼ਨੇਬਲ ਫੀਸ ਹੋਏਗੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਟੈਲੀਗ੍ਰਾਮ ਤੇ ਮੇਰੇ ਨਾਲ ਡਾਇਰੈਕਟ ਗੱਲ ਵੀ ਕਰ ਸਕਦੇ ਹੋ ਐਂਡ ਤੁਸੀਂ ਕਮੈਂਟ ਰੂਪ ਦੇ ਵਿੱਚ ਵੀ ਮੈਨੂੰ ਪੁੱਛ ਸਕਦੇ ਹੋ। ਸੋ ਚਲੋ ਜੀ ਮੈਂ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ। मैथ फर्स्ट क्वेश्चन है जी अपने को मल्टीप्लिकेटिव इनवर्स ऑफ 5.7। सो इसका इनवर्स की होएगा मींस रेसिप्रोकल। तो आंसर हो जाएगा इसका 7/5। नेक्स्ट मल्टीप्लिकेटिव इनवर्स सेम वही क्वेश्चन है 2.3, इन्हों ਅਸੀਂ रेसिप्रोकल कर ਦਾਂਗੇ 3.2। नेक्स्ट अपने को 6.5 + 0। तो ਕਿਸੇ ਵੀ ਡਿਜਿਟ ਵਿੱਚ ਅਸੀਂ ਜਦੋਂ 0 ਪਲੱਸ ਕਰਦੇ ਹਾਂ ਤਾਂ ਆਨਸਰ ਸੇਮ ਹੀ ਆ ਜਾਂਦਾ ਹੈ, ਜਿਵੇਂ ਤੁਹਾਨੂੰ ਐਗਜ਼ਾਮਪਲ ਦੇ ਤੌਰ ਤੇ ਮੈਂ ਇੱਥੇ ਦੱਸਿਆ। ਸੋ ਇਸ ਤਰੀਕੇ ਨਾਲ ਇੱਥੇ ਵੀ ਆਨਸਰ ਕੀ ਆਏਗਾ ਆਪਣੇ ਕੋਲ 6.5। ਨੈਕਸਟ ਆਪਣੇ ਕੋਲ 3.4 × 0। ਜਦੋਂ ਵੀ ਕਿਸੇ ਡਿਜਿਟ ਨੂੰ ਅਸੀਂ 0 ਨਾਲ ਮਲਟੀਪਲਾਈ ਕਰਦੇ ਹਾਂ ਤਾਂ ਆਨਸਰ 0 ਬਣ ਜਾਂਦਾ ਹੈ। ਤਾਂ ਆਨਸਰ ਹੋਏਗਾ ਇੱਥੇ ਸਾਡੇ ਕੋਲ 0। ਨੈਕਸਟ which operation does not hold closure properly for rational number? So answer is division. Next, out of the rational number -5.7, 1.2, 3.4, 1.7, which one is negative? Negative ਦਾ ਦੇਖੋ ਸਿੰਪਲ ਹੀ ਆ ਜੀ, ਜਿਹਦੇ ਅੱਗੇ ਮਾਈਨਸ ਦਾ ਨਿਸ਼ਾਨ ਲੱਗਿਆ ਹੋਇਆ ਉਹ ਨੈਗੇਟਿਵ ਹੈ। ਸੋ ਆਨਸਰ ਇਜ਼ -5.7। ਕਈ ਵਾਰੀ ਡਿਜਿਟ ਇਸ ਤਰ੍ਹਾਂ ਵੀ ਦਿੱਤੇ ਹੋ ਜਾਂਦੇ ਆ, ਦੋਨਾਂ ਦੇ ਅੱਗੇ ਮਾਈਨਸ ਉੱਪਰ ਔਰ ਨੀਚੇ ਦੋਨਾਂ ਲੱਗ ਜਾਂਦੇ ਆ। ਫਿਰ ਜਦੋਂ ਤੁਸੀਂ ਇਹਨੂੰ ਕਟਿੰਗ ਕਰੋਗੇ ਮਾਈਨਸ ਮਾਈਨਸ ਪਲੱਸ ਹੋ ਜਾਂਦਾ, तो इस करके ये प्लस मन्निया जाऊगा। फिर तुहानू कोई होर डिजिट देखना पऊगा जिहदे अगे सिंपल माइनस लग्या होवे, जिस तरह इस ऑप्शन दे विच लग्या होया सी। नेक्स्ट फाइंड द वैल्यू ऑफ a ऑन नंबर 9। 3 ਦੇ ਬਾਅਦ obviously ਕੀ ਆਊਗਾ ਆਪਣੇ ਕੋਲ 4। सो आंसर हो जाएगा अपने को 4। नेक्स्ट देयर आर डैश रैशनल नंबर बिटवीन 4 and 8। सो आंसर हो जाएगा अपने को इनफिनिटिव। इनफिनिटिव मींस की हुंदा कि काफी ज्यादा। नेक्स्ट आ जी अपने को ट्रू फॉल्स। 5.7 इज अ रैशनल नंबर। बिल्कुल ट्रू है जी, क्योंकि यह पी पॉइंट क्यू की फॉर्म ਦੇ ਵਿੱਚ ਹੈ। नीचे ਜਿਹੜਾ ਡਿਜਿਟ ਆਪਣੇ ਕੋਲ 0 नहीं होनी चाहिए, ਹੋਰ नीचे कुछ भी हो सकता है, चाहे ऊपर माइनस ਦੇ ਵਿੱਚ ਵੀ ਹੋਵੇ ਤਾਂ ਵੀ ਇਹ ਰੈਸ਼ਨਲ ਨੰਬਰ ਹੀ ਮੰਨਿਆ ਜਾਂਦਾ। ਨੈਕਸਟ ਇਜ਼ 0 ਅ ਹੋਲ ਨੰਬਰ। ਬਿਲਕੁਲ ਟਰੂ ਹੈ ਜੀ, ਕਿਉਂਕਿ ਜਿਹੜੇ ਹੋਲ ਨੰਬਰ ਨੇ ਉਹ 0 1 2 3 4 5 0 ਤੋਂ ਹੀ ਸਟਾਰਟ ਹੁੰਦੇ ਨੇ। ਜੇ ਨੈਚੁਰਲ ਨੰਬਰ ਆ ਜਾਂਦਾ ਫਿਰ ਆਪਣੇ ਕੋਲ ਉਹ 1 ਤੋਂ ਸਟਾਰਟ ਹੁੰਦੇ ਆ। ਨੈਕਸਟ ਕੈਨ ਰੈਸ਼ਨਲ ਨੰਬਰ ਬੀ ਐਕਸਪ੍ਰੈਸਡ ਔਨ ਨੰਬਰ ਲਾਈਨ। बिल्कुल ट्रू है जी, इसनू एक्सप्रैस किया जा सकता है रैशनल नंबर लाइन ते। बिल्कुल ट्रू है जी, इसनू एक्सप्रैस किया जा सकता है नंबर लाइन ते। नेक्स्ट इज एवरी होल नंबर अ रैशनल नंबर। बिल्कुल ट्रू है जी, एवरी होल नंबर जिहड़ा वो रैशनल नंबर हुंदा है। नेक्स्ट इनवर्स ऑफ 1 इज 1। 1 का इनवर्स की होएगा 1, चाहे इहनू देखो 1.1 जिस तरह मर्जी लिखी जाइए, इसका इनवर्स हो जाएगा 1। सो दैट इज अ ट्रू। फॉर रैशनल नंबर a and b, a plus b is equal to b plus a। बिल्कुल ट्रू है जी। नेक्स्ट मल्टीप्लिकेटिव इनवर्स कैन बी सेड इनवर्स। बिल्कुल ट्रू है जी। नेक्स्ट है जी अपने को फिलिंग दी ब्लैंक्स। मल्टीप्लिकेटिव इनवर्स ऑफ 5.8 इज। तो पता ही है ਤੁਹਾਨੂੰ मल्टीप्लिकेटिव इनवर्स ਕੀ ਹੁੰਦਾ ਹੈ, रेसिप्रोकल हो जाता है 8.5। एडिटिव इनवर्स ऑफ -1.3। एडिटिव इनवर्स ਦੇ ਵਿੱਚ ਕੀ ਹੁੰਦਾ ਹੈ, ਮਾਈਨਸ ਨੂੰ ਖਤਮ ਕਰ ਦੇਣਾ ਤੁਸੀਂ, ਵਿਦਆਊਟ ਮਾਈਨਸ ਇੱਥੇ ਆਨਸਰ ਲਿਖ ਦੇਣਾ। रेसिप्रोकल ऑफ 1.x where x not equal 0 is। ਤੁਸੀਂ ਇਹਦੇ ਵਿੱਚ ਕੰਫਿਊਜ਼ ਨਹੀਂ ਹੋਣਾ, ਸਿੰਪਲ ਜੀ ਗੱਲ ਆ। ਤੁਸੀਂ ਰੈਸਿਪਰੋਕਲ ਦੇਖਣਾ ਵੀ ਕੀ ਹੋਊਗਾ 1.x x.1। ਸੋ ਆਨਸਰ ਆ ਜਾਊਗਾ x.1 ਜਾਂ ਸਿੰਪਲ ਤੁਸੀਂ x ਵੀ ਲਿਖ ਸਕਦੇ। ਦ ਐਡੀਸ਼ਨ ਆਫ ਟੂ ਰੈਸ਼ਨਲ ਨੰਬਰ ਇਜ਼ ਆਲਵੇਜ਼। ਦੋ ਰੈਸ਼ਨਲ ਨੰਬਰ ਨੂੰ ਜਦੋਂ ਅਸੀਂ ਪਲੱਸ ਕਰੀਏ ਤਾਂ ਫਿਰ ਕੀ ਬਣਦਾ, ਰੈਸ਼ਨਲ ਨੰਬਰ। ਨੈਕਸਟ 0 + 8। ਸੋ ਆਨਸਰ ਇਜ਼ 8। ਮਲਟੀਪਲਾਈ ਕਰਦੇ ਆ ਜਦੋਂ 11.18 ਮਲਟੀਪਲਾਈ 0 तो आंसर इज 0। नेक्स्ट आ जी अपने को व्हाट विल बी द सॉल्यूशन ऑफ x फॉर इक्वेशन x - 2 = 7। तो सिंपल गल है, जब इक्वेशन इनू सॉल्व करते हैं x = 7 -2 जाके उधर जाके
प्लस हो जाएगा, तो प्लस कर देंगे, आंसर हो जाएगा साडे कोल 19। सो आंसर ऑप्शन नंबर सी। नेक्स्ट, व्हाट विल बी द सॉल्यूशन ऑफ x फॉर इक्वेशन 6x = 12। ਜਦੋਂ ਵੀ ਦੇਖੋ ਕੋਈ ਡਿਜਿਟ ਜਿਹੜਾ ਹੈਗਾ a b c ਜਾਂ x ਜੋ ਵੀ ਕੁਝ ਇੱਥੇ ਲਿਖਿਆ ਉਹ ਨੂਮੈਰੀਕਲ ਦੇ ਨਾਲ ਚਿੰਬੜਿਆ ਹੁੰਦਾ, ਮੀਨਸ ਇਹਨਾਂ ਦੋਨਾਂ ਦੇ ਵਿੱਚ ਕੋਈ ਵੀ ਸਾਈਨ ਨਹੀਂ ਹੁੰਦਾ, ਤਾਂ ਹਮੇਸ਼ਾ ਕੀ ਹੁੰਦਾ ਇਹ ਡਿਜਿਟ ਦੂਜੀ ਸਾਈਡ ਜਾ ਕੇ ਨੀਚੇ ਚਲੇ ਜਾਂਦਾ ਹੈ, ਨੀਚੇ ਗਿਆ 6। ਸੋ ਇਹਨੂੰ ਕਟਿੰਗ ਕਰਾਂਗੇ, ਆਂਸਰ ਆ ਜਾਏਗਾ ਸਾਡੇ ਕੋਲ 2। ਸੋ ਆਂਸਰ ਇਜ਼ ਆਪਸ਼ਨ ਨੰਬਰ ਸੀ। ਨੈਕਸਟ, what will be the value of t of for equation t.5 = 10। ਸਿੰਪਲ ਗੱਲ ਹੈ, ਜਦੋਂ ਵੀ ਕੋਈ ਨੀਚੇ ਡਿਜਿਟ ਹੁੰਦਾ ਜਦੋਂ ਦੂਜੀ ਸਾਈਡ ਜਾਊਗਾ ਤਾਂ ਕੀ ਹੋਊਗਾ, ਮਲਟੀਪਲਾਈ ਹੋ ਜਾਊਗਾ, 10 × 5। ਸੋ ਆਂਸਰ ਆ ਜਾਏਗਾ ਆਪਣੇ ਕੋਲ 50। Next, what will be the value of x for equation 2x/4। ਸਿੰਪਲ ਗੱਲ ਹੈ, ਦੇਖੋ ਜਦੋਂ ਅਸੀਂ ਇਸ ਇਕੁਏਸ਼ਨ ਨੂੰ ਸੋਲਵ ਕਰਦੇ ਆ ਨੀਚੇ ਜੋ ਵੀ ਡਿਜਿਟ ਦੂਜੀ ਸਾਈਡ ਜਾ ਕੇ ਨੀਚੇ ਜਿਹੜਾ ਵੀ ਡਿਜਿਟ ਹੈ ਦੂਜੀ ਸਾਈਡ ਜਾ ਕੇ ਕੀ ਹੋ ਜਾਏਗਾ, ਮਲਟੀਪਲਾਈ। ਸੋ ਇੱਥੇ ਅਸੀਂ ਲਿਖਾਂਗੇ 2x = 4 × 5। ਸੋ 2x = 20, फिर इत्थे x = 20.2, कटिंग करके आंसर आ जाएगा साडे कोल 10। सो आंसर इज ऑप्शन नंबर ए। नेक्स्ट, 5 years ago what will be the age of Ramu if present age is x year। कहते 5 साल बाद रामू ਦੀ ਏਜ ਕੀ ਹੋਊਗੀ ਜੇ ਹੁਣ ਉਹਦੀ ਉਮਰ x ਹੈ। ਸਿੰਪਲ ਉਹਦੇ ਵਿੱਚ ਪਲੱਸ ਕਰ ਦੋ, x + 5। ਸੋ ਆਂਸਰ ਇਜ਼ ਆਪਸ਼ਨ ਨੰਬਰ ਏ। ਨੈਕਸਟ, if first number is x then what will be the next। ਦੇਖੋ ਜੇ ਪਹਿਲਾ ਨੰਬਰ x ਹੈ तो नेक्स्ट की होगा साडे कोल, सिंपल जी गल है, नेक्स्ट असी की करांगे प्लस कर दांगे इहदे विच। सो x + 1 ऑप्शन नंबर सी। नेक्स्ट, हाउ मेनी सॉल्यूशंस आर देयर इन अ लीनियर इक्वेशन इन वन वेरिएबल। कहंदा वन वेरिएबल लीनियर इक्वेशन दे विच कितने सॉल्यूशन होणगे। सो आंसर इज ओनली वन सॉल्यूशन। नेक्स्ट, टू डिफरेंट इक्वेशन हैव डिफरेंट सॉल्यूशन। बिल्कुल ट्रू। इफ 6x = 8 then 18x = 54। ਇੱਥੇ ਦੇ ਕੁਐਸਚਨ ਦਾ मीनिंग ਕੀ ਹੈ, ਇਹ ਟਰੂ ਹੈ ਜਾਂ ਫਾਲਸ ਹੈ, ਦਾ मीनिंग ਕੀ ਹੈ, ਤੁਸੀਂ ਕੀ ਕਰਨਾ ਇੱਥੇ 6x = 18 x = 18.6 ਇਹਦੀ ਕਟਿੰਗ ਕਰੋਗੇ, 6 1 ਦਾ 6 3 ਦਾ। ਸੋ ਆਂਸਰ ਆ ਰਿਹਾ 3। ਫਿਰ ਉਹ ਕਹਿੰਦਾ ਵੀ 18x = 54। ਇਸ ਨੂੰ ਵੀ ਸੋਲਵ ਕਰਕੇ ਕੀ ਆਂਸਰ ਤੁਹਾਡੇ ਕੋਲ 3 ਆਉਂਦਾ, ਬਿਲਕੁਲ ਸਹੀ, ਦੋਨਾਂ ਦਾ ਆਂਸਰ 3 ਆ ਰਿਹਾ, ਸੋ ਦੈਟ ਇਜ਼ ਅ ਟਰੂ। Next, the solution of 2x - 1 = 14 - x is 5। ਸਿੰਪਲ ਗੱਲ ਹੈ, ਜਦ ਅਸੀਂ ਇਕੁਏਸ਼ਨ ਨੂੰ ਇਸ ਨੂੰ ਸੋਲਵ ਕਰਾਂਗੇ 2x - 1 = 14 - x, ਤਾਂ ਤੁਸੀਂ ਕੀ ਕਰਨਾ ਹੈ, x ਵਾਲੇ ਇੱਕ ਸਾਈਡ ਕਰ ਦੇਣੇ 2x, ਇਸ ਸਾਈਡ ਤੋਂ x ਚੱਕ ਕੇ ਇਸ ਸਾਈਡ ਲੈ ਕੇ ਆਵਾਂਗੇ, ਉਹਦੇ ਨਾਲ ਕੀ ਹੈ ਸਾਈਨ ਮਾਈਨਸ ਦਾ, ਤਾਂ ਦੂਜੀ ਸਾਈਡ ਆ ਜਾਏਗਾ ਆਪਣੇ ਕੋਲ ਪਲੱਸ ਦਾ। x = 14 ਆਪਣੀ ਜਗ੍ਹਾ ਤੇ, -1 ਦੂਜੀ ਸਾਈਡ ਜਾਊਗਾ ਤਾਂ ਕੀ ਹੋ ਜਾਊਗਾ +1। ਸੋ ਇੱਥੇ ਕੀ ਹੋ ਗਿਆ 3x = 15 x = 15.3, ਕਟਿੰਗ ਕਰਕੇ ਆਂਸਰ ਆ ਗਿਆ ਸਾਡੇ ਕੋਲ 5। ਸੋ ਦੈਟ ਇਜ਼ ਅ ਟਰੂ। ਨੈਕਸਟ, 3.2 ਸੋਲੂਸ਼ਨ ਆਫ x.2 = 3। ਨਹੀਂ, ਇਹ ਗਲਤ ਹੈ ਜੀ, ਬਿਲਕੁਲ ਫਾਲਸ ਹੈ। ਨੈਕਸਟ, if 8x of 3.2 then x = 4। ਇਸ ਕੁਐਸਚਨ ਦੇ ਵਿੱਚ ਕੀ ਕਹਿੰਦਾ, 5th ਦੇ ਵਿੱਚ ਇਹ ਕਹਿੰਦਾ 3.2 ਇਜ਼ ਅ ਸੋਲੂਸ਼ਨ, ਕੀ 3.2 ਇਜ਼ ਦਾ ਆਂਸਰ ਹੈ x.2 = 3। बिल्कुल गलत है जी, जो इसमें सॉल्व करते हैं तो नीचे वाला ऊपर जाता है, ऊपर जाके क्या होता है मल्टीप्लाई। सो x = 3 × 2 x = 6। सो आंसर आना चाहिए 6। सो इस करके आंसर किया है फॉल्स। नेक्स्ट, इफ 8x = 32 then x = 4। बिल्कुल सही है जी, 8x = 32। जब ਅਸੀਂ ਸੋਲਵ ਕਰਦੇ ਹਾਂ 32 ਇਹ ਜਾਊਗਾ ਨੀਚੇ, 8 4 ਦਾ 32। ਸੋ ਆਂਸਰ ਇਜ਼ 4, ਬਿਲਕੁਲ ਟਰੂ। ਨੈਕਸਟ ਹੈ ਜੀ ਆਪਣੇ ਕੋਲ ਫਿਲਿੰਗ ਦੀ ਬਲੈਂਕਸ। ਇਫ 7x - 5 = 16 the value of x will be। ਸੋ ਕੀ ਹੋਊਗਾ, ਇਸ ਨੂੰ ਅਸੀਂ ਸੋਲਵ ਕਰਕੇ ਦੇਖ ਲੈਂਦੇ ਹਾਂ। 7x - 5 = 16, 7x = 16 -5 ਦੂਜੀ ਸਾਈਡ ਜਾ ਕੇ ਕੀ ਹੋ ਜਾਏਗਾ ਪਲੱਸ 7x = 21 x = 21/7, ਕਟਿੰਗ ਕੇ ਆंसर आएगा ਸਾਡੇ ਕੋਲ 3। ਸੋ ਆंसर इज 3। नेक्स्ट है जी अपने को सम ऑफ टू नंबर इज 21, one is x the other will be, ਤਾਂ ਦੂਜਾ ਕੀ ਹੋ ਜਾਊਗਾ x - 21। नेक्स्ट, if 3x = 2x + 18 then x will be। ਸਿੰਪਲ ਗੱਲ ਹੈ, ਦੇਖੋ 3x = 2x + 18, x ਵਾਲੇ ਇਕੱਠੇ ਕਰ ਦੇਣੇ, 3x 2x ਲੈਫਟ हैंड साइड आ जाएगा, आके माइनस हो जाएगा = 18। सो x = की बचे अपने को 18 is the answer। Next, sum of all angles of a triangle। So answer is 180 degree,
angles of a polygon are equal, that is a rectangle. Next is, which of the following is the sum of the exterior angle of a pentagon? So answer is 360 degree. Next, for which of the following quadrilateral opposite sides are equal and each angle is 90 degree? ਕਹਿੰਦੇ ਕਿਹੜਾ ਕੁਆਡਰੀਲੇਟਰ ਹੋਊਗਾ ਜਿਹਦੀਆਂ ਆਪੋਜ਼ਿਟ ਸਾਈਡ ਇਕੁਅਲ ਹੋਣਗੀਆਂ ਤੇ ਹਰ ਇੱਕ ਐਂਗਲ ਜਿਹੜਾ ਉਹ 90 ਡਿਗਰੀ ਦਾ ਹੋਵੇ? So that is the rectangle. Next, three angles of a quadrilateral are 50, 130 and 120. ਕੁਆਡਰੀਲੇਟਰ ਦਾ ਐਂਗਲ ਕੱਢਣ ਲਈ ਅਸੀਂ ਕੀ ਕਰਦੇ ਹਾਂ, 360 ਦੇ ਵਿੱਚੋਂ ਮਾਈਨਸ ਕਰ ਦਿੰਦੇ ਹੁੰਦੇ ਆ ਜਿਹੜੇ ਪਹਿਲੇ ਤਿੰਨ ਦਿੱਤੇ ਹੁੰਦੇ ਨੇ, ਇਹਨਾਂ ਨੂੰ ਪਲੱਸ ਕਰਕੇ ਕਿੰਨਾ ਆਨਸਰ ਆਊਗਾ ਆਪਣੇ ਕੋਲ 300, ਮਾਈਨਸ ਕਰ ਦਾਂਗੇ ਆਨਸਰ ਆਏਗਾ ਆਪਣੇ ਕੋਲ 60 ਡਿਗਰੀ। ਸੋ ਆਨਸਰ ਇਜ਼ ਆਪਸ਼ਨ ਨੰਬਰ ਡੀ। ਨੈਕਸਟ ਹੈ ਜੀ ਆਪਣੇ ਕੋਲ ਟਰੂ ਫਾਲਸ। ਪੇਪਰ ਹੈਜ਼ ਸਮੂਥ ਸਰਫੇਸ, true. A triangle has 3 sides, true. Quadrilateral has 5 sides, false है जी, क्योंकि quadrilateral की कितनी साइड होती है, 4 sides. Square is a rhombus, true. Sum of angles of a quadrilateral is 360 degree, बिल्कुल true. The sum of exterior angle of a polygon is 360, true. The opposite angle of a parallelogram are equal, true. Diagonals of a rectangle are of equal length, true. A polygon having 6 sides is called hexagon, true. Diagonals of a square are not equal, false. क्योंकि ਜਿਹੜੇ square ਦੇ diagonal ਆ ਉਹ ਕੀ ਹੁੰਦੇ ਆ, equal ਹੁੰਦੇ ਆ। Next ਹੈ ਜੀ ਆਪਣੇ ਕੋਲ filling the blanks. The sum of 4 angles of a quadrilateral is dash. Quadrilateral ਦੇ 4 angle ਦਾ sum ਕਿੰਨੇ ਡਿਗਰੀ ਹੁੰਦਾ ਹੈ, 360 ਡਿਗਰੀ। Quadrilateral has dash diagonal. Diagonal कितने होते हैं जी, 2. Polygon with 7 side has dash side 7. Square is a dash polygon. Regular. A regular polygon has dash side equal. The sum of exterior angle of a polygon. Polygon the exterior angle ਦਾ sum कितने डिग्री ਹੁੰਦਾ है, 360 degree. The opposite angle of a parallelogram are equal. Dash bisect one another in a parallelogram. Parallelogram ਦੇ ਵਿੱਚ bisect ਕੀ ਕਰਦੇ ਨੇ, diagonals. A rectangle has all the angles of 90 degree. ਕੋਈ ਵੀ ਦੇਖੋ rectangle ਦੀ shape ਹੈ, ਉਸ ਦੇ ਵਿੱਚ ਹਰੇਕ angle ਜਿਹੜਾ ਕਿੰਨੇ ਡਿਗਰੀ ਦਾ ਹੁੰਦਾ ਹੈ, 90 ਡਿਗਰੀ ਦਾ। Diagonals of a rectangle are, rectangle ਦੇ diagonal ਵੀ ਕੀ ਹੁੰਦੇ ਨੇ, equal. Next, what is measurement for class interval 40 and 50? Class interval ਕੀ ਹੁੰਦਾ ਹੈ, 40 और 50 ਦੇ ਵਿੱਚ difference ਕਿੰਨੇ ਨੰਬਰ ਦਾ ਹੈ? So answer is 10. For what purpose tally marks are used? ਕਿਸ purpose ਲਈ use ਕੀਤਾ ਜਾਂਦਾ ਹੈ tally marks? To get numbers. Option number A. Next, what is the sum of total angles at center of pie chart? So answer is 360 degree. Next, probability of getting an ace from a well shuffled deck of 52 playing card. Ace means ਕੀ ਹੁੰਦਾ ਹੈ, ਇੱਕਾ। ਇੱਕੇ ਕਿੰਨੇ ਹੁੰਦੇ ਨੇ playing card ਦੇ ਵਿੱਚ, 4. So 4 total ਉੱਪਰ, 52 ਨੀਚੇ। ਇੱਥੇ ਆਪਸ਼ਨ ਦੇ ਵਿੱਚ 4.52 ਹੈ, ਸੋ ਰਾਈਟ ਆਨਸਰ A ਹੈ। ਪਰ ਕਈ ਵਾਰ ਇਹਦੀ ਜੇ ਕਟਿੰਗ ਕਰਕੇ ਦੇਖੀਏ ਤਾਂ ਆਨਸਰ ਕਿੰਨਾ ਆਉਂਦਾ ਹੈ, 4 ਦਾ 4, 413 ਦਾ 52। ਜੇ ਕਿਤੇ ਆਪਸ਼ਨ 1.13 ਹੁੰਦਾ ਤਾਂ ਆਨਸਰ ਅਸੀਂ 1.13 ਟਿਕ ਕਰਨਾ ਸੀ, ਪਰ ਜੇ ਤੁਹਾਨੂੰ ਲੈਂਥ ਦੇ ਵਿੱਚ ਆ ਜਾਂਦਾ, ਕੱਢਣਾ ਆ ਜਾਂਦਾ, ਫਿਰ ਤੁਸੀਂ ਕਟਿੰਗ ਕਰਕੇ ਵੀ ਇਸਦਾ ਆਨਸਰ ਦੇ ਸਕਦੇ ਹੋ। ਨੈਕਸਟ, ਟੂ ਰਿਪਰੈਜ਼ੈਂਟ ਡਾਟਾ ਇਨ ਅ ਸਰਕੂਲਰ ਫਾਰਮ ਇਜ਼ ਕਾਲਡ। ਸਰਕੂਲਰ ਫਾਰਮ ਦੇ ਵਿੱਚ ਜਦੋਂ ਅਸੀਂ ਡਾਟੇ ਨੂੰ ਰਿਪਰੈਜ਼ੈਂਟ ਕਰਦੇ ਹਾਂ ਤਾਂ ਉਸਨੂੰ ਕੀ ਕਹਿੰਦੇ ਆ, ਪਾਈ ਚਾਰਟ। ਨੈਕਸਟ, ਫਾਈਂਡ ਦਾ ਅਪਰ ਕਲਾਸ ਲਿਮਿਟ ਫॉर ਗਰੁੱਪ ਇੰਟਰਵਲ 75 ਐਂਡ 85। ਜਦੋਂ ਇਹ ਗਰੁੱਪ ਇੰਟਰਵਲ ਦੇ ਵਿੱਚ ਅਪਰ ਕਲਾਸ ਲਿਮਿਟ ਜਾਂ ਲੋਅਰ ਕਲਾਸ ਲਿਮਿਟ ਦੇਖਣੀ ਹੋਵੇ ਤਾਂ ਸਿੰਪਲ ਕੀ ਹੈ, ਲੋਅਰ ਮੀਨਸ 75 ਐਂਡ ਅਪਰ ਕੀ ਹੋਊਗਾ ਆਪਣੇ ਕੋਲ 85। ਸੋ ਆਨਸਰ ਆਊਗਾ 85। ਫਾਈਂਡ ਦਾ ਪ੍ਰੋਬੇਬਿਲਿਟੀ ਆਫ ਗੈਟਿੰਗ 7 ਵੈਨ ਅ ਡਾਈਸ ਇਜ਼ ਥਰੋਨ। 7 ਦੀ ਪ੍ਰੋਬੇਬਿਲਿਟੀ ਕੀ ਹੋਊਗੀ, 7 ਦੀ ਪ੍ਰੋਬੇਬਿਲਿਟੀ 0 ਹੋਊਗੀ, ਕਿਉਂਕਿ ਡਾਈਸ ਦੇ ਵਿੱਚ ਜਿਹੜੇ ਨੰਬਰ ਹੁੰਦੇ ਆ 1 to 6 ਤੱਕ ਹੀ ਹੁੰਦੇ ਆ। ਨੈਕਸਟ, the probability of getting digit 6 on rolling a dice is 1/6। ਬਿਲਕੁਲ ਟਰੂ ਹੈ ਜੀ। The probability of getting a tail on tossing a fair coin is 3.2. False. Next, a coin is tossed to decide which team will play first in a cricket match. The probability that your team will bat first is 1.2. So ਬਿਲਕੁਲ ਟਰੂ ਹੈ ਜੀ। ਇਸ ਕੁਐਸਚਨ ਨੂੰ ਜੇ ਅਸੀਂ ਸੋਲਵ ਕਰਕੇ ਦੇਖਣਾ ਹੋਵੇ ਕਿ 1.2 ਕਿਵੇਂ ਆਉਂਦਾ ਆਨਸਰ, ਤਾਂ ਸਿੰਪਲ ਜੀ ਗੱਲ ਹੈ, ਕੋਇਨ ਦੇ ਹਮੇਸ਼ਾ ਦੋ ਸਾਈਡੇ ਹੁੰਦੇ ਆ, ਹੈਡ ਐਂਡ ਟੇਲ। ਸੋ ਜਿਹੜਾ ਟੋਟਲ ਅਸੀਂ ਨੀਚੇ ਰੱਖਦੇ ਆ। ਸੋ ਉਹਨਾਂ ਨੇ ਗੱਲ ਕੀ ਕੀਤੀ ਸੀ ਕਿ ਕੋਇਨ ਇਜ਼ ਟੋਸਡ ਟੂ ਡਿਸਾਈਡ ਵਿਚ ਟੀਮ ਵਿਲ ਪਲੇ ਫਸਟ ਇਨ ਅ ਕ੍ਰਿਕਟ ਮੈਚ। ਤਾਂ ਹਮੇਸ਼ਾ ਜਿਹੜਾ ਹੈਡ ਆਊਗਾ ਜਾਂ ਫਿਰ ਟੇਲ ਆਊਗਾ, ਯਾਨੀ ਇੱਕ ਹੀ ਚੀਜ਼ ਆਊਗੀ। ਸੋ ਦੈਟ ਇਜ਼ ਦਾ ਉੱਪਰ 1 ਆ ਜਾਊਗਾ। ਸੋ ਆਨਸਰ ਇਜ਼ true ਤਾਂ ਬਣਦਾ। Next, a dice is thrown once, the probability of getting a prime number is 1.2। ਜਦੋਂ ਕਹਿੰਦੇ ਡਾਈਸ ਨੂੰ ਅਸੀਂ ਇੱਕ ਵਾਰੀ ਥਰੋ ਕੀਤਾ ਤਾਂ ਪ੍ਰਾਈਮ ਨੰਬਰ ਦੀ ਪ੍ਰੋਬੇਬਿਲਿਟੀ ਕੀ ਹੋਊਗੀ, 1 ਤੋਂ ਲੈ ਕੇ 6 ਦੇ ਵਿੱਚ। ਜਿੱਦਾਂ ਦੇਖੋ ਇਹ ਨੀਚੇ ਡਿਜਿਟ ਲਿਖੇ ਹੋਏ ਆ,
1 ਤੋਂ ਲੈ ਕੇ 6 ਦੇ ਵਿੱਚ ਪ੍ਰਾਈਮ ਨੰਬਰ ਕੀ ਹੁੰਦਾ ਜਿਹੜਾ ਸਿਰਫ ਆਪਣੇ ਟੇਬਲ ਤੇ ਹੁੰਦਾ। ਸੋ ਇਹਦੇ ਵਿੱਚ ਪ੍ਰਾਈਮ ਨੰਬਰ ਕਿਹੜੇ ਆ 2 3 ਐਂਡ 5। ਸੋ 3 ਉੱਪਰ ਟੋਟਲ ਕਿੰਨੇ ਨੰਬਰ ਆਪਣੇ ਕੋਲ 6 ਕਟਿੰਗ ਕਰਕੇ ਆਨਸਰ ਆ ਗਿਆ ਆਪਣੇ ਕੋਲ 1.2। ਸੋ that is the answer is true। next, when a dice is thrown we can get any number out of 1 2 3 4 5 6। ਬਿਲਕੁਲ true ਹੈ ਜੀ, ਅਸੀਂ ਕੋਈ ਵੀ ਨੰਬਰ ਆ ਸਕਦਾ ਹੈ। next, filling the blanks in the class interval of 10 and 20 10 is called 10 ਨੂੰ ਅਸੀਂ ਕੀ ਕਵਾਂਗੇ ਫਿਰ lower limit। in the class interval 10 20 20 is called upper limit। next, a circle graph is also called a dash chart। so answer is pie chart। next, the sum of all the center angle of a pie chart is 360 degree। when we toss a coin we get a dash result 2। ਦੋ ਰਿਜ਼ਲਟ ਮਿਲਣਗੇ ਸਾਨੂੰ ਹੈਡ ਜਾਂ ਟੇਲ। next, what is the formula for area of square? side multiply side। next, what is square of a even number? even number ਦਾ square ਕੀ ਹੋਊਗਾ? even number ਦਾ square ਹਮੇਸ਼ਾ even ਹੀ ਹੋਏਗਾ। next, what will be the number of zeros at the end of a square number? ਕਹਿੰਦਾ ਜੇ square number ਦੇ end ਦੇ ਵਿੱਚ 0 ਲੱਗਿਆ ਹੋਵੇ ਫਿਰ ਉਸ ਨੂੰ ਅਸੀਂ ਕੀ ਕਵਾਂਗੇ even number। next, -2 ਦਾ square -2 ਦਾ square means -2 multiply -2। so answer ਕੀ ਆਏਗਾ ਆਪਣੇ ਕੋਲ 2 2 ਦਾ 4 minus minus plus। so next answer is 4। next, which of the following is the perfect square? perfect square ਕਿਹੜਾ ਹੈ? so answer is 16 ਕਿਉਂਕਿ 4 multiply 4 answer ਹੁੰਦਾ ਆਪਣੇ ਕੋਲ 16। next, square root of 121 so answer is 11। next, root 256। ਜਦੋਂ ਤੁਹਾਡੇ ਕੋਲ ਇਦਾਂ ਕੋਈ ਵੱਡਾ ਡਿਜਿਟ ਆ ਜਾਏ ਤੁਹਾਨੂੰ ਨਾ ਪਤਾ ਲੱਗੇ ਤੁਸੀਂ ਕੀ ਕਰਨਾ ਹੈ ਤੁਸੀਂ ਹਮੇਸ਼ਾ ਉੱਥੋਂ LCM ਸਟਾਰਟ ਕਰ ਦੇਣਾ। ਇਸ ਨੂੰ LCM ਕਰਾਂਗੇ ਆਪਾਂ 2 1 ਦਾ 2 2 2 ਦਾ 4 2 8 ਦਾ 2 6 2 4 2 32 2 16 2 8 2 4 2 2। ਹੁਣ ਤੁਸੀਂ ਕੀ ਕਰਨਾ ਹੈ 2 1 ਦਾ ਹੁਣ ਤੁਸੀਂ ਕੀ ਕਰਨਾ ਇਸ ਦੇ ਪੇਅਰ ਬਣਾ ਲੈਣੇ। ਦੇਖੋ ਇਸ ਤਰ੍ਹਾਂ ਕਰਕੇ 1 2 3 4 ਇਹਨਾਂ ਚੋਂ ਇੱਕ ਇੱਕ ਬਾਹਰ ਕੱਢ ਲੈਣਾ 2 2 2 ਐਂਡ 2। ਇਸ ਨੂੰ ਮਲਟੀਪਲਾਈ ਕਰ ਦੇਣਾ ਬਸ। ਮਲਟੀਪਲਾਈ ਕਰਕੇ ਆਨਸਰ ਕਿੰਨਾ ਆ ਜਾਏਗਾ ਚਾਰਾਂ ਨੂੰ 2 2 ਦਾ 4 4 2 ਦਾ 8 8 2 ਦਾ 16। ਸੋ ਨੈਕਸਟ ਆ ਜੀ ਆਪਣੇ ਕੋਲ 400 ਦਾ ਰੂਟ ਕੀ ਹੈ ਆਪਣੇ ਕੋਲ 20। 20 ਐਸਾ ਡਿਜਿਟ ਹੈ ਜਿਸ ਨੂੰ 20 ਨਾਲ ਹੀ ਮਲਟੀਪਲਾਈ ਕਰਨ ਦੇ ਨਾਲ ਆਨਸਰ ਆਉਂਦਾ ਆਪਣੇ ਕੋਲ 400। ਨੈਕਸਟ ਕੁਐਸਚਨ ਆਪਣੇ ਕੋਲ रूट 7.29 7.29 ਦਾ ਰੂਟ ਕਿਵੇਂ ਕੱਢਦੇ ਹਾਂ ਅਸੀਂ 7.29। ਇੱਥੇ ਡਿਜਿਟ ਬਾਹਰ ਕਿਹੜਾ ਰੱਖਣਾ ਹੈ ਬਾਹਰ ਡਿਜਿਟ ਅਸੀਂ ਮਲਟੀਪਲਾਈ ਇਸ ਤਰੀਕੇ ਨਾਲ ਕਰਨਾ ਹੈ। ਜੇ ਅਸੀਂ 2 ਨਾਲ ਕਰਦੇ ਹਾਂ ਤਾਂ 2 ਨੂੰ 2 ਨਾਲ ਹੀ ਮਲਟੀਪਲਾਈ ਕਰਨਾ ਪਊਗਾ ਆਨਸਰ ਆਊਗਾ ਸਾਡੇ ਕੋਲ 4। ਜੇ ਅਸੀਂ 3 ਚੂਜ਼ ਕਰਦੇ ਹਾਂ ਤਾਂ 3 ਨੂੰ 3 ਨਾਲ ਹੀ ਮਲਟੀਪਲਾਈ ਕਰਨਾ ਤਾਂ ਆਨਸਰ ਆਊਗਾ 9। ਸੋ 9 ਜਿਹੜਾ ਹੈਗਾ ਉਹ 7 ਤੋਂ ਵੱਡਾ ਤਾਂ ਅਸੀਂ ਚੂਜ਼ ਕਰਾਂਗੇ 2 2 2 ਦਾ 4 7 ਚੋਂ 4 3.29। ਨੈਕਸਟ ਕੀ ਕਰਾਂਗੇ ਇਹ ਜਿਹੜਾ 2 ਐਂਡ 2 ਇਹਨਾਂ ਨੂੰ ਪਲੱਸ ਕਰਕੇ ਇੱਥੇ ਲਿਖਾਂਗੇ। ਫਿਰ ਐਸਾ ਡਿਜਿਟ ਕਿਹੜਾ ਜਿਹੜਾ ਇੱਥੇ ਲਿਖਾਂਗੇ 4। ਇਸ ਦੇ ਨਾਲ ਜੋ ਵੀ ਅਸੀਂ ਲਿਖਾਂਗੇ ਮੰਨ ਲਓ 2 ਲਿਖਿਆ ਤਾਂ ਫਿਰ 2 ਨੂੰ 2 ਨਾਲ ਹੀ ਮਲਟੀਪਲਾਈ ਕਰਨਾ ਪੈਣਾ 2 2 ਦਾ 4 4 2 ਦਾ 8। ਸੋ ਅਸੀਂ ਇੱਥੇ ਲਿਖਦੇ ਹਾਂ 47 7 ਨੂੰ 7 ਨਾਲ ਮਲਟੀਪਲਾਈ ਕੀਤਾ 7 7 ਦਾ 49 4 ਕੈਰੀ 7 4 ਦਾ 28 and 4 32। ਸੋ ਅਸੀਂ ਇੱਥੇ ਲਿਖਾਂਗੇ 7 and 7 ਪੁਆਇੰਟ ਇੱਥੇ ਲਗਾ ਦਾਂਗੇ 329 ਨੀਚੇ। ਸੋ ਆਨਸਰ ਕੀ ਆ ਗਿਆ ਸਾਡੇ ਕੋਲ 2.7। ਨੈਕਸਟ ਆਪਣੇ ਕੋਲ ਸਕੁਅਰ ਰੂਟ ਆਫ 12.25 ਸੇਮ ਉਸੇ ਤਰੀਕੇ ਨਾਲ ਜਿਸ ਤਰ੍ਹਾਂ ਪਹਿਲਾਂ ਕੀਤਾ ਸੀਗਾ ਤੁਸੀਂ ਉਸ ਤਰੀਕੇ ਨਾਲ ਕਰਕੇ ਦੇਖ ਸਕਦੇ ਹੋ ਆਨਸਰ ਆਏਗਾ ਸਾਡੇ ਕੋਲ 3.5। ਨੈਕਸਟ ਹੈ ਜੀ ਆਪਣੇ ਕੋਲ ਟਰੂ ਫਾਲਸ। ਫਸਟ ਨੰਬਰ ਤੇ ਹੈ ਏਰੀਆ ਆਫ ਸਕੁਅਰ ਇਜ਼ 4 ਮਲਟੀਪਲਾਈ ਸਾਈਡ। ਫਾਲਸ ਹੈ ਜੀ ਕਿਉਂਕਿ ਏਰੀਆ ਆਫ ਸਕੁਅਰ ਕੀ ਹੁੰਦਾ ਹੈ ਸਾਈਡ ਮਲਟੀਪਲਾਈ ਸਾਈਡ। ਨੈਕਸਟ square root of 4 is 16 बिल्कुल ट्रू है जी। नेक्स्ट square root of -8 is -64 false है जी क्योंकि जब -8 ਦਾ ਅਸੀਂ ਸਕੁਅਰ ਕਰਦੇ ਹਾਂ ਤਾਂ -8 ਮਲਟੀਪਲਾਈ -8 8 8 ਦਾ 64 ਮਾਈਨਸ ਮਾਈਨਸ ਖਤਮ ਹੋ ਜਾਂਦਾ ਹੈ। ਸੋ ਆਨਸਰ ਬਚਦਾ ਸਾਡੇ ਕੋਲ ਸਿੰਪਲ 64। ਨੈਕਸਟ ਇਜ਼ 20 ਅ ਪਰਫੈਕਟ ਸਕੁਅਰ। ਫਾਲਸ 20 ਪਰਫੈਕਟ ਸਕੁਅਰ ਨਹੀਂ ਹੈ। ਨੈਕਸਟ ਵੈਨ ਅ ਨੰਬਰ ਐਂਡਸ ਵਿਦ 0 1 4 5 6 ਔਰ 9 will it be a square? false ਹੈ ਜੀ। ਨੈਕਸਟ if a number has 3 zeros at its end will it be a square? false। next square root of a even number is always even number। true। next 4 6 8 is a Pythagorean triplet। false। next square root of 15 is 225
ट्रू है जी। नेक्स्ट स्क्वायर रूट ऑफ 100 is 10,000, true। नेक्स्ट फिलिंग द ब्लैंक्स, इन द एंड स्क्वायर नंबर ऑफ zeros is even, minus 10 the square 100, square root of 400 is 20, square root of 1296 is 36। ਜੇ ਵੱਡੇ ਤੁਹਾਨੂੰ ਸਮਝ ਨਾ ਆਵੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਜਿਵੇਂ ਤਰੀਕਾ ਦੱਸਿਆ ਐਲਸੀਐਮ ਵਾਲਾ, ਇਸ ਤਰੀਕੇ ਨਾਲ ਤੁਸੀਂ ਫੈਕਟਰ ਬਣਾ ਕੇ ਉਸ ਨੂੰ सॉल्व कर सकते हो। नेक्स्ट स्क्वायर ऑफ -4 16, स्क्वायर ऑफ 3 -3.2 9.4। नेक्स्ट which of the following is the perfect cube? नेक्स्ट the cube of negative integer is negative, find the cube of -8। -8 का क्यूब क्या होगा जी? -8 मल्टीप्लाई -8 मल्टीप्लाई -8। आंसर आएगा साढ़े को 512 माइनस माइनस प्लस एंड प्लस माइनस माइनस, तो आंसर क्या आएगा माइनस दे विच। नेक्स्ट फाइंड द क्यूब रूट ऑफ 1728। ये भी तुसी उस तरीके नाल ही एलसीएम लेके सॉल्व कर सकते हो, तो आंसर क्या आएगा अपने को 12। नेक्स्ट विच ऑफ द फॉलोइंग इज अ परफेक्ट क्यूब? 1000। Next, the volume of a cube is 729 meter cube. Find the length of its sides। तो 729 ਦਾ क्यूब ही देखना है, बस आंसर होएगा साढ़े को 9 मीटर। नेक्स्ट है जी अपने को 128 is a perfect cube। False। A cube has 6 sides। True। Cube of any odd number is even। False। A perfect cube does not end with 2 zeros। False। Next, the square of number ends with 5, then its cube ends with 25। बिल्कुल true है जी। Next, filling the blanks, the cube of even number is, even number का cube की होएगा always even। Cube of a natural number is called perfect cube। Is 2700 a perfect cube? No। The cube root of 125 is 5। The cube root of -1331 is -11। Next, discount is allowed on marked price। How sale tax is calculated? On selling price। Next, कन्वर्जन ऑफ 5.4 इज, कन्वर्जन मीनस अभी जो ਅਸੀਂ परसेंटेज ਕੱਢਦੇ ਹਾਂ इसकी 100 लगा के, सो 4 ਨੂੰ 100 ਨਾਲ ਮਲਟੀਪਲਾਈ ਕੀਤਾ, 4 ਨੂੰ 100 ਤੇ ਡਿਵਾਈਡ ਕੀਤਾ ਤਾਂ ਆਨਸਰ ਆ ਗਿਆ ਆਪਣੇ ਕੋਲ 25, 25 ਨੂੰ 5 ਨਾਲ ਮਲਟੀਪਲਾਈ ਕੀਤਾ, ਆਨਸਰ ਆਏਗਾ ਆਪਣੇ ਕੋਲ 125%। नेक्स्ट 35% डैश इज इक्वल टू 100%। 35% ਦੇ ਵਿੱਚ ਕਿੰਨੇ ਪਲੱਸ ਕਰੀਏ ਕਿ ਆਨਸਰ 100 ਬਣ ਜੇ, तो आंसर इज 65%। नेक्स्ट इफ अ चेयर इज परचेज्ड ₹375 एंड सोल्ड फॉर 400, what will be the profit? प्रॉफिट की होया माइनस करके देख लांगे ਅਸੀਂ 25। नेक्स्ट ट्रू फॉल्स, डिस्काउंट गिवन ऑन मार्केट प्राइस इज कॉल्ड डिस्काउंट। ट्रू। डिस्काउंट इज इक्वल टू एमपी माइनस सीपी। ट्रू। नेक्स्ट कंपाउंड इंटरेस्ट इज इक्वल टू टोटल अमाउंट प्लस प्रिंसिपल अमाउंट। फॉल्स, क्योंकि ਜਿਹੜਾ ਕੰਪਾਊਂਡ ਇੰਟਰਸਟ ਹੁੰਦਾ ਉਹਦਾ ਫਾਰਮੂਲਾ ਕੀ ਹੁੰਦਾ? ਅਮਾਉਂਟ ਮਾਈਨਸ ਪ੍ਰਿੰਸੀਪਲ। नेक्स्ट प्रॉफिट परसेंट इज इक्वल टू प्रॉफिट अपॉन cost price multiply 100। True। Next, if CP is equal to SP, will we earn profit? False। Next, filling the blanks, discount is equal to market price minus cost price। Next, loss percent is equal to dash upon cost price multiply 100। Loss। Next, if sale price greater than cost price, we earn profit। चलो सेल प्राइस ज्यादा हो जाए cost price नालों ਤਾਂ ਅਸੀਂ ਕੀ ਕਰਾਂਗੇ? प्रॉफिट गेन करांगे। नेक्स्ट कंपाउंड इंटरेस्ट इज इक्वल टू टोटल अमाउंट माइनस प्रिंसिपल अमाउंट। नेक्स्ट इफ इंटरेस्ट इज कैलकुलेटेड 6 मंथली, देन इंटरेस्ट विल चार्ज डैश इन अ ईयर ट्वाइस। नेक्स्ट आइडेंटिफाई कोफिशिएंट ऑफ टर्म -9xyz स्क्वायर। कोफिशिएंट है जी अपने को -9। नेक्स्ट आउट ऑफ द फॉलोइंग विच इज नॉट एक्सप्रेशन? ऑप्शन नंबर बी 3/x माइनस y। नेक्स्ट विच एक्सप्रेशन इज मोनोमिल? मोनोमिल 4x²। x प्लस y की है जी अपने को बायनोमिल। जैसे एक होर हुंदा अपने को कोई तां की बन जाना सीगा फिर ट्रिमोनिल। नेक्स्ट व्हाट इज प्रोडक्ट ऑफ a, 2a, 3a? सो मल्टीप्लाई करना तो देखो 3 to the 6, a किन्ने अपने को 3, तो पावर बन जाएगी अपने को 3। So answer is 6aq। Next, which among these are binomial expression? Binomial, option number A। Next, true false, the addition of -7pq and 2pq is 5pq। Addition means किया देखो सिंपल है, न्यूमेरिकल देख लो तुसी पहला बस -7
एडिशन करना है तो प्लस का निशान लगाओ, अगे 2 प्लस माइनस माइनस आंसर 2 वड्डे के साइन माइनस दा प्लस माइनस माइनस 7 चो 2 5 वड्डे के साइन माइनस दा। सो आंसर ਇਹਦੇ ਵਿੱਚ साइन लगेगा माइनस का, नाल की लग जाएगा अपने को P एंड Q। कहते आंसर अपने को 5PQ, सो दैट इज द फॉल्स, क्योंकि आंसर होना चाहिए सीगा -5PQ। नेक्स्ट, प्रोडक्ट ऑफ 5x एंड -5x इज 25x, बिल्कुल ट्रू है जी। नेक्स्ट, a प्लस बी द होल स्क्वायर इज इक्वल टू a स्क्वायर प्लस 2ab प्लस b स्क्वायर, ट्रू। नेक्स्ट, a माइनस b द होल स्क्वायर इज इक्वल टू a स्क्वायर माइनस b स्क्वायर, फॉल्स। a माइनस b होल स्क्वायर ਦਾ ਕੀ ਫਾਰਮੂਲਾ ਹੁੰਦਾ ਹੈ a स्क्वायर माइनस 2ab प्लस b स्क्वायर। नेक्स्ट, इज p प्लस p इज इक्वल टू 5p। 5 ਦੇ ਵਿੱਚ ਦੇਖੋ ਕਦੇ ਵੀ p ਜਿਹੜਾ ਪਲੱਸ ਨਹੀਂ ਹੋ ਸਕਦਾ, मींस ਕੀ ਹੈ न्यूमेरिकल ते प्लस वेरिएबल ये हो नहीं सकते कदे भी। सो इसमें जे प्लस करना होवे तो आंसर हमेशा इसी तरीके नाल ही लिखा जाएगा 5 प्लस p, सो दैट इज अ फॉल्स। नेक्स्ट, फिलिंग द ब्लैंक्स a प्लस b द होल स्क्वायर इज इक्वल टू a स्क्वायर प्लस 2ab प्लस b स्क्वायर। नेक्स्ट, a माइनस b द होल स्क्वायर a स्क्वायर प्लस b स्क्वायर माइनस 2ab। नेक्स्ट, a plus b a minus b is equal to a square minus b square। Next, if a rectangle is of 3x length and 5y breadth, the area will be, simple है जी, rectangle of area of rectangle की होता है l multiply b, 3x multiply 5y, 5 3 the 15xy, so आंसर क्या हो जाएगा 15xy। Next, 51 का स्क्वायर माइनस 49 का स्क्वायर इज इक्वल टू 51 प्लस 49। सिंपल क्या है, फार्मूला लगा हुआ a स्क्वायर माइनस b स्क्वायर का इज इक्वल टू a प्लस b a माइनस b। सो इत्थे लिखांगे ਅਸੀਂ 51 माइनस 49। नेक्स्ट, एरिया ऑफ रेक्टेंगल इज, रेक्टेंगल ਦਾ एरिया ਦਾ फार्मूला l मल्टीप्लाई b, एरिया ऑफ पेरीमीटर ऑफ a rectangle 2 ब्रैकेट ਦੇ ਵਿੱਚ l plus b। फार्मूला फॉर एरिया ऑफ स्क्वायर इज, एरिया ऑफ स्क्वायर साइड मल्टीप्लाई साइड, पेरीमीटर ऑफ स्क्वायर 4 मल्टीप्लाई साइड, एरिया ऑफ सर्कल पाई r स्क्वायर। नेक्स्ट, चूज ट्रू फॉल्स, एरिया ऑफ ट्रायंगल 1.2b मल्टीप्लाई h वेयर b is base and h is height, ट्रू। एरिया ऑफ सर्कल इज 2 pi r, फॉल्स। एरिया ऑफ पैरेललोग्राम इज b मल्टीप्लाई h, ट्रू। Perimeter of a circle is pi r square, false. Surface area of cube is 6 side square, true. Volume of cube is equal to 6 side square, false. Volume of cube का फार्मूला क्या होता है a दी q या फिर साइड दा q। नेक्स्ट, फार्मूला ऑफ टोटल सरफेस एरिया ऑफ अ सिलेंडर इज 2 pi r ब्रैकेट ਦੇ ਵਿੱਚ h plus r, ट्रू। नेक्स्ट, एरिया ऑफ पैरेललोग्राम इज इक्वल टू बेस मल्टीप्लाई हाइट, एरिया ऑफ ट्रेपेजिज्म इज इक्वल टू 1.2 मल्टीप्लाई डैश मल्टीप्लाई सम ऑफ पैरेलल साइड, हाइट। नेक्स्ट, एरिया इज ऑलवेज मेजर्ड इन डैश यूनिट, स्क्वायर यूनिट। नेक्स्ट, वॉल्यूम ऑफ अ क्यूबॉइड इज इक्वल टू लेंथ मल्टीप्लाई डैश मल्टीप्लाई हाइट, ब्रेथ। Next, 1 meter cube is equal to dash centimeter cube, 1 lakh। Next, the volume of a cylinder with radius and height h is, volume of cylinder की होएगा pi r square h। Next, find the value of 1.2 the power bar 5। तो ਇਹਦਾ मतलब ਕੀ ਹੋਇਆ 1.2 ਨੂੰ ਅਸੀਂ 5 टाइम मल्टीप्लाई करना है, तो आंसर आ जाएगा ਸਾਡੇ ਕੋਲ 1.32, ऑप्शन नंबर बी। Find the multiplicative inverse of 1, so answer is 1। Next, am upon an is equal to, so इसका मतलब ਕੀ ਹੈ ਜਿਹੜੀ ਪਾਵਰ ਆ ਉਹ ਡਿਵਾਈਡ ਫਾਰਮ ਦੇ ਵਿੱਚ ਹੈ। Next, -5 ਦੀ ਪਾਵਰ 4 ਮਲਟੀਪਲਾਈ -5 is equal to, ਜਦੋਂ ਦੇਖੋ ਮਲਟੀਪਲਾਈ ਆ ਦੇ ਵਿੱਚ ਜਿਹੜੀ ਪਾਵਰਾਂ ਨੇ ਉਹ ਕੀ ਹੋ ਜਾਂਦੀਆਂ प्लस हो जाती है, सो आंसर अपने को बन जाएगा -5 ਦੀ ਪਾਵਰ 6, ऑप्शन नंबर सी। नेक्स्ट, 2 ਦੀ ਪਾਵਰ 10 डिवाइड 2 ਦੀ ਪਾਵਰ 8, ਜਦੋਂ डिवाइड आ जाए फिर पावर की हो जाती है माइनस हो जाती है, सो आंसर आ जाएगा अपने को 2 ਦੀ ਪਾਵਰ 2, ऑप्शन नंबर ए। नेक्स्ट, द स्टैंडर्ड फॉर्म ऑफ ए 0.000000789, देखो ਇਹਨੂੰ ਤੁਸੀਂ ਕਿਵੇਂ ਲਿਖਣਾ ਹੈ, ਹਮੇਸ਼ਾ ਜਿਹੜਾ ਇੱਕ ਪੁਆਇੰਟ ਆ ਜਿਹੜਾ ਇਦਾਂ 7 ਹੈ 7 ਲਿਖ ਕੇ ਫਿਰ ਪੁਆਇੰਟ ਲਗਾਉਣਾ है, फिर 89 मल्टीप्लाई 10 ਦੀ ਪਾਵਰ ਕਿੰਨੀ ਲਿਖਣੀ ਸੀ, ਇੱਥੋਂ 0 ਗਿਣਨੀਆਂ
1 2 3 4 5 6 ਇਸ ਨੂੰ ਵੀ ਅਸੀਂ ਇੱਕ ਨਾਲ ਗਿਣਨਾ ਬਸ 7 ਸੋ ਅਸੀਂ ਉੱਪਰ ਪਾਵਰ ਲਗਾਵਾਂਗੇ 7 ਮਾਈਨਸ ਕਿਉਂ ਲਗਾਵਾਂਗੇ ਕਿਉਂਕਿ ਇੱਥੇ ਪਿੱਛੇ ਕੀ ਹੈ ਪੁਆਇੰਟ ਲੱਗਿਆ ਹੋਇਆ ਔਰ 0 ਲੈਫਟ ਸਾਈਡ ਤੋਂ ਸਟਾਰਟ ਹੋ ਰਹੀਆਂ ਔਰ ਇੱਥੇ ਪੁਆਇੰਟ ਲੱਗਿਆ ਹੋਇਆ ਜਦੋਂ ਵੀ 0 ਜਿਹੜੀਆਂ ਉਹ ਰਾਈਟ ਸਾਈਡ ਤੇ ਲੱਗੀਆਂ ਹੋਣ ਤਾਂ ਪਾਵਰ ਜਿਹੜੀ ਹਮੇਸ਼ਾ ਉਹ ਪਲੱਸ ਦੇ ਵਿੱਚ ਹੋ ਜਾਂਦੀ ਹੁੰਦੀ ਹੈ ਨੈਕਸਟ ਟਰੂ ਫਾਲਸ ਇਜ਼ a ਦੀ ਪਾਵਰ ਮਾਈਨਸ m ਮਲਟੀਪਲੀਕੇਟਿਵ ਇਨਵਰਸ ਆਫ am ਟਰੂ is 1 upon 2 ਦੀ ਪਾਵਰ 5 is multiplicative inverse of 25 false next the value of minus 3 ਦੀ ਪਾਵਰ square is 9 true the value of 4 ਦੀ ਪਾਵਰ minus 2 is minus 16 false ਕਿਉਂਕਿ ਜਦੋਂ ਦੇਖੋ ਮਾਈਨਸ ਆ ਗਿਆ ਪਾਵਰ ਦਾ ਤਾਂ ਫਿਰ ਕੀ ਹੁੰਦਾ 1.4 ਲੱਗ ਜਾਂਦਾ ਹੈ ਔਰ ਪਾਵਰ ਜਿਹੜੀ ਆ ਪਲੱਸ ਦੇ ਵਿੱਚ ਹੋ ਜਾਂਦੀ ਹੈ ਵੀ ਨੀਚੇ ਜਾ ਕੇ ਫਿਰ ਅਸੀਂ ਕੀ ਕਰਨਾ ਹੈ 1.4 ਇਹਦਾ ਮਤਲਬ ਕੀ ਹੋਇਆ ਮਲਟੀਪਲਾਈ 1.4 ਸੋ ਆਨਸਰ ਆ ਜਾਏਗਾ ਆਪਣੇ ਕੋਲ 1.16 तो इस करके की हो गया false next 3 ਦੀ ਪਾਵਰ 7 minus 2 ਦੀ 7 is equal to 1 ਦੀ ਪਾਵਰ 7 ਜਦੋਂ ਡਿਜਿਟ ਦੇਖੋ ਅਲੱਗ-ਅਲੱਗ ਹੋਣ ਵਿੱਚ ਜਦੋਂ ਸਾਈਨ ਜੋ ਵੀ ਹੋਊਗਾ ਉਸ ਨੂੰ ਅਸੀਂ ਉਸੇ ਤਰੀਕੇ ਨਾਲ ਸੋਲਵ ਕਰ ਦੇਣਾ ਪਾਵਰਾਂ ਸੇਮ ਹੋਣ ਤਾਂ ਉਸ ਨੂੰ ਇੱਕ ਵਾਰੀ ਲਿਖ ਦੇਣਾ ਜਿਵੇਂ 3 ਜੋ 2 ਕੇ 1 और ਪਾਵਰ 7 ਹੀ ਲਿਖਾਂਗੇ ਸੋ that is the true next 3.4 multiply 10 the power minus 3 will be standard form is 0.0034 true next the value of 4 degree plus 5 degree is 2 बिल्कुल सही है जी इधर ही 1 बन जाएगा प्लस इधर ही 1 बन जाएगा आंसर आ जाएगा अपने को 2 next filling the blanks the value of 3 the power 3 is 27 the value of 2 the power 0 multiply 3 the power 0 तो इतने तुहानू पता ही है 2 की पावर 0 की बन जाएगा 1 multiply 1 so answer is 1 the multiplicative inverse of 7 की पावर 2 is so answer हो जाएगा इसका 7 की पावर minus 2 next the usual form of 4.5 multiply 10 की पावर 2 will be 450 next the value of 2 की पावर minus 3 will be 1 upon 8 next the cost of 5 meters of a particular quality of cloth is rupees 210 calculate the cost of 2 meter of cloth of the same time ਕਹਿੰਦੇ 5 ਮੀਟਰ ਦੀ ਜਿਹੜੀ ਕੋਸਟ ਹੈ ਉਹ 210 ਰੁਪਏ ਹੈ ਤਾਂ ਕੋਸਟ ਆਫ 2 ਮੀਟਰ ਦੀ ਕਿੰਨੀ ਹੋਊਗੀ ਸਿੰਪਲ ਜੀ ਗੱਲ ਹੈ ਤੁਸੀਂ ਕਰਨਾ ਪਹਿਲਾਂ ਇੱਥੇ 1 ਮੀਟਰ ਦਾ ਕੱਢ ਲੈਣਾ 1 ਮੀਟਰ ਕੱਢਣ ਲਈ 210 ਨੂੰ 5 ਨਾਲ ਡਿਵਾਈਡ ਕਰ ਦਾਂਗੇ ਆਨਸਰ ਆ ਜਾਏਗਾ ਸਾਡੇ ਕੋਲ 42 ਔਰ 42 ਨੂੰ ਮਲਟੀਪਲਾਈ ਕਰ ਦਾਂਗੇ ਜੇ 2 ਮੀਟਰ ਦਾ ਕੱਢਣਾ ਤਾਂ 2 ਨਾਲ आंसर आ जाएगा साढ़े को 84 so option number B 84 next a train is moving at a uniform speed 75 km per hour how far will it travel in 20 minutes 20 ਮਿੰਟ ਦੇ ਵਿੱਚ ਕਿੰਨਾ ਟਰੈਵਲ ਕਰੇਗੀ ਜੇ ਟ੍ਰੇਨ ਦੀ ਸਪੀਡ ਜਿਹੜੀ ਆ ਉਹ 75 ਕਿਲੋਮੀਟਰ ਪਰ ਆਰ ਹੈ ਸੋ ਇਹਨੂੰ ਸੋਲਵ ਕਰਨ ਲਈ ਕੀ ਕਰਾਂਗੇ 75/60 60 ਕੀ ਆ ਆਪਣੇ ਕੋਲ 1 ਮਿੰਟ ਦੇ ਵਿੱਚ 60 ਮਿੰਟ ਹੁੰਦੇ ਆ ਮਲਟੀਪਲਾਈ ਕਰ ਦਾਂਗੇ x/20 is equal to x/20 75 is equal to 60 multiply 20 ਇਸ ਨੂੰ ਕਟਿੰਗ ਕਰ ਦਾਂਗੇ x उस दूसरी साइड रह जाएगा 3 फिर इसमें कटिंग करांगे 75 नाल सो आंसर आ जाएगा साडे को 25 किलोमीटर नेक्स्ट इफ 10 पेन कोस्ट रुपीस 100 फाइंड द कोस्ट ऑफ 5 पेन ਜਦੋਂ ਇਸ ਤਰੀਕੇ ਦੇ ਕੁਐਸਚਨ ਆਉਂਦੇ ਆ ਵੈਸੇ ਤਾਂ ਦੇਖੋ ਸਿੰਪਲ ਹੈ ਜਦੋਂ ਤੁਸੀਂ ਹਾਫ ਕੱਢਣਾ ਹੋਵੇ ਸਿੰਪਲ ਜੀ ਗੱਲ ਹੈ ਆਨਸਰ ਆ ਜਾਏਗਾ ਇਸਦਾ 50 ਪਰ ਜੇ ਤੁਹਾਨੂੰ ਫੇਰ ਵੀ ਨਾ ਪਤਾ ਲੱਗੇ ਤੁਸੀਂ ਕੀ ਕਰਨਾ ਹੈ 1 ਪੈਨ ਦੀ ਕੋਸਟ ਕੱਢ ਲੈਣੀ ਹੈ 1 ਪੈਨ ਕੱਢਣ ਲਈ ਕੀ ਕਰਨਾ ਹੈ 100/10 ਨਾਲ ਡਿਵਾਈਡ ਕਰ ਦੇਣਾ ਸਾਡੇ ਕੋਲ 1 ਪੈਨ ਦੀ ਕੋਸਟ ਆ ਜਾਏਗੀ 10 ਫਿਰ ਜਿੰਨੇ ਪੈਨ ਦੀ ਤੁਹਾਨੂੰ ਪੁੱਛੀ ਹੋਏਗੀ ਉਸ ਨੂੰ ਉਹਨੇ ਮਿੰਟ ਨਾਲ ਮਲਟੀਪਲਾਈ ਕਰ ਦੋ ਸੋ ਆਨਸਰ ਆ ਜਾਏਗਾ ਸਾਡੇ ਕੋਲ 50 ਪੈਨ next if x and y are directly proportional what will be true directly proportional ਦੇ ਵਿੱਚ ਕੀ ਹੋਊਗਾ x upon y is equal to k next if a person finish his work in n days what work will he do in 1 day 1 day ਦਾ ਕੱਢਣ ਦੇ ਲਈ 1 upon n next ਆਪਣੇ ਕੋਲ if 2 pen cost rupees 20 the cost of 10 pens will be more than rupees 20 true speed and time are in direct proportion false there will be profit when selling price is more than cost price true the number of sheets of paper and their weight are in inverse proportion false the height of an object and the length of its shadow are in direct proportion
false। नेक्स्ट आ जी अपने कोल मेक इंडिविजिबल फैक्टराइजेशन ऑफ 18। 18 ਦੇ ਫੈਕਟਰ ਬਣਨਗੇ ਆਪਣੇ ਕੋਲ ਆਪਸ਼ਨ ਨੰਬਰ 3 3 ਮਲਟੀਪਲਾਈ 3 ਮਲਟੀਪਲਾਈ 2। नेक्स्ट फैक्टराइज 12a स्क्वायर प्लस 15ab स्क्वायर। सिंपल है जी, देखो किवें करना है इसनूं 12a स्क्वायर b इस दे फैक्टर बना दो 2 मल्टीप्लाई 3 ए दो बारी है तो दो बारी लिख दो मल्टीप्लाई b नीचे लिखो 15ab स्क्वायर 15 दे फैक्टर 3 मल्टीप्लाई 5 मल्टीप्लाई a मल्टीप्लाई b मल्टीप्लाई b ਇਹਨਾਂ ਵਿੱਚੋਂ ਕਾਮਨ ਦੇਖ ਲਓ ਕੀ ਆ ਆਪਣੇ ਕੋਲ 3 ਐਂਡ 3 ਇਸ ਨੂੰ ਪਹਿਲਾਂ ਲਿਖ ਲਓ। ਨੈਕਸਟ ਕੀ ਆ ਆਪਣੇ ਕੋਲ ਕਾਮਨ a ਉਹ ਲਿਖ ਲਓ ਨਾਲ a ਐਂਡ b ਇਹ ਵੀ ਇੱਥੇ ਨਾਲ ਲਿਖ ਲਓ। ਫਿਰ ਬ੍ਰੈਕਟ ਸਟਾਰਟ ਕਰੋ ਕੀ ਰਹਿ ਗਿਆ ਤੁਹਾਡੇ ਕੋਲ ਉੱਪਰ ਕੀ ਰਹਿ ਗਿਆ ਸਾਡੇ ਕੋਲ 2 ਮਲਟੀਪਲਾਈ 2 4 ਐਂਡ a 4a साइन ਜਿਹੜਾ ਦੋਨਾਂ ਦੇ ਵਿੱਚ ਹੈ ਉਹੀ ਪਾਣਾ ਜੇ ਪਲੱਸ ਹੈ ਤਾਂ ਇੱਥੇ ਪਲੱਸ ਪਾ ਦਿਓ ਬ੍ਰੈਕਟ ਤੇ ਜੇ ਮਾਈਨਸ ਹੈ ਤਾਂ ਮਾਈਨਸ ਪਾ ਦਿਓ। ਨੀਚੇ ਕੀ ਬਚਿਆ ਆਪਣੇ ਕੋਲ 5 ਐਂਡ b ਸੋ ਇੱਥੇ ਬ੍ਰੈਕਟ ਚ ਪਾ ਦਿਓ 5b ਸੋ ਆਪਸ਼ਨ ਹੋ ਗਿਆ ਸਾਡੇ ਕੋਲ ਆਪਸ਼ਨ ਨੰਬਰ a। ਨੈਕਸਟ ਫਾਈਂਡ ਦਾ ਕਾਮਨ ਫੈਕਟਰਾਈਜੇਸ਼ਨ 12x 36 ਇਹ ਵੀ ਇਸ ਤਰੀਕੇ ਨਾਲ ਜਿਵੇਂ ਕੀਤਾ ਸੀਗਾ ਇਸ ਤਰੀਕੇ ਨਾਲ ਕਰ ਲੈਣਾ ਸੋ ਆਨਸਰ ਆ ਜਾਏਗਾ ਸਾਡੇ ਕੋਲ 12। ਨੈਕਸਟ ਫਾਈਂਡ ਦਾ ਕਾਮਨ ਫੈਕਟਰਸ ਫਰੋਮ 6abc 24ab ਸਕੁਅਰ ਐਂਡ 12a ਸਕੁਅਰ b। कॉमन फैक्टर कटन लई जिस तरह ये कीते ने मैं तुहानू ये सिखाए ने सेम इस तरीके नाल करना है भी सो आंसर आ जाएगा साडे कोल 6ab। नेक्स्ट डिवाइड -20x 4 बाय 10x स्क्वायर डिवाइड करने की करना है 20x 4 x ਨੂੰ ਇਸ ਤਰੀਕੇ ਨਾਲ ਖੋਲ ਕੇ ਚਾਰ ਵਾਰੀ ਲਿਖ ਦੋ ਨੀਚੇ 10 ਹੈ ਤੇ ਨਾਲ x 2 ਹੈ ਤੇ ਇਸ ਕਰਕੇ ਇਹਨੂੰ ਦੋ ਵਾਰੀ ਨਾਲ ਇੱਥੇ x ਲਿਖ ਦੋ। ਇਸਦੀ ਕਟਿੰਗ ਕਰ ਦੋ 2x ਦੀ ਕਟਿੰਗ ਕਰ ਦੋ ਸਾਡੇ ਕੋਲ ਕੀ ਬਚਿਆ ਪਰ -2x ਸਕੁਅਰ ਸੋ ਆंसर ਆ ਜਾਏਗਾ ਆਪਸ਼ਨ ਨੰਬਰ B। नेक्स्ट ट्रू फॉल्स 2x is a factor of 4xy true 3a is factor of 1 to 6 false will a plus 4 the power 2 be factor of a square plus 8a plus 16 true। ਇਹ ਕਿਸ ਤਰ੍ਹਾਂ ਬਣੂਗਾ ਜੀ ਦੇਖੋ a plus 4 ਦਾ ਹੋਲ ਸਕੁਅਰ ਹੈ ਤੇ ਫਾਰਮੂਲਾ ਲੱਗੇਗਾ a plus b ਦਾ ਹੋਲ ਸਕੁਅਰ is equal to a square plus 2ab plus b square। ਇਸ ਨੂੰ ਅਸੀਂ a ਮੰਨ ਲੈਣਾ ਇਸ ਨੂੰ ਅਸੀਂ b ਮੰਨ ਲੈਣਾ ਇੱਥੇ ਵੈਲਿਊ ਪੁੱਟ ਕਰ ਦੇਣੀ ਹੈ a ਦੀ ਪਾਵਰ a ਸਕੁਅਰ ਪਲੱਸ 2 ਫਿਰ a ਦੀ ਵੈਲਿਊ a ਐਂਡ b ਦੀ ਵੈਲਿਊ 4 ਪਲੱਸ b ਦੀ ਵੈਲਿਊ 4 ਦਾ ਸਕੁਅਰ a ਸਕੁਅਰ ਪਲੱਸ 8a plus 16 so that is a true। next is 4 bracket x minus 5 is equal to 4x minus 5 false। false क्यों है जी ਜਦੋਂ ਇਸ ਨੂੰ ਸੋਲਵ ਕਰਾਂਗੇ ਤੇ ਬ੍ਰੈਕਟ ਓਪਨ ਕਰਨ ਲਈ ਅਸੀਂ ਕੀ ਕਰਦੇ ਹਾਂ 4 ਨੂੰ x ਨਾਲ ਮਲਟੀਪਲਾਈ ਕਰਨਾ ਹੈ 4x ਤੇ 4 ਨੂੰ ਹੀ 5 ਨਾਲ ਮਲਟੀਪਲਾਈ ਕਰਨਾ ਹੈ ਜੋ ਸਾਈਨ ਵਿੱਚ ਆ ਉਹ ਇੱਥੇ ਲਗਾ ਦੇਣਾ ਹੈ ਮਾਈਨਸ तो ਇੱਥੇ ਅੱਗੇ ਆ ਜਾਏਗਾ ਆਪਣੇ ਕੋਲ 20 so that is a false। next 4x square upon 4x is equal to 1 ਬਿਲਕੁਲ ਸਹੀ ਹੈ ਕਟਿੰਗ ਕਰਕੇ ਆंसर ਆ ਜਾਊਗਾ 1 ट्रू ये ट्रू बन गया फिर। नेक्स्ट फिलिंग द ब्लैंक्स द कॉमन फैक्टर ऑफ 3xy xy स्क्वायर विल बी xy द कॉमन फैक्टर ऑफ 12x and 36 12 the common factor of 4x square y and 6x square y square is 2xy। next choose the correct option what are coordinate of origin। origin ਦੇ ਕੋਆਰਡੀਨੇਟ ਕੀ ਹੁੰਦੇ ਆ 0 0 ਕੋਆਰਡੀਨੇਟ ਕੀ ਹੁੰਦਾ ਆਪਣੇ ਕੋਲ क्वेश्चन सॉल्व करने ਲਈ ਆਪਾਂ ਕੀ ਦੇਖਦੇ ਆ ਇਸ ਤਰੀਕੇ ਦਾ ਇੱਕ ਪਿਕਚਰ ਹੁੰਦੀ ਆ ਸਾਡੇ ਕੋਲ ਇੱਥੇ ਜਿਹੜਾ ਪੁਆਇੰਟ ਹੁੰਦਾ 0 ਇਸ ਨੂੰ ਅਸੀਂ ਕਹਿੰਦੇ ਆ origin ਉਹ ਇਹ ਲਾਈਨਾਂ ਜਿਹੜੀਆਂ ਦੋ ਹੁੰਦੀਆਂ ਇੱਕ x ਦੀ ਉੱਪਰ ਵਾਲੀ y ਦੀ। ਨੈਕਸਟ ਕੋਆਰਡੀਨੇਟ ਆਫ 3 0 ਵੇਅਰ will they lie 3 0 ਮਿਲ ਗਿਆ ਜਿਹੜੀ ਪਹਿਲੀ ਵੈਲਿਊ ਦਿੱਤੀ ਹੁੰਦੀ ਹੈ ਹਮੇਸ਼ਾ x ਦੀ ਹੁੰਦੀ ਹੈ ਦੂਜੀ ਵੈਲਿਊ ਹਮੇਸ਼ਾ y ਦੀ ਹੁੰਦੀ ਹੈ। ਸੋ ਜਦੋਂ y ਦੀ ਵੈਲਿਊ 0 ਦਿੱਤੀ ਹੋਵੇ ਤਾਂ ਤੁਸੀਂ ਇਹ ਸਮਝ ਲੈਣਾ ਹੈ ਕਿ ਇੱਥੇ ਕਿਹੜੇ ਕੋਆਰਡੀਨੇਟ ਕਿੱਥੇ ਲਾਈ ਕਰਨਗੇ x ਐਕਸਿਸ ਦੇ ਉੱਪਰ। ਜੇ y ਦੀ ਵੈਲਿਊ ਜੇ x ਦੀ ਵੈਲਿਊ ਇੱਥੇ 0 ਆ ਔਰ y ਦੀ ਦਿੱਤੀ ਹੈ 2 ਜਾਂ ਕੁਝ ਵੀ ਦੇ ਸਕਦੇ ਨੇ ਤਾਂ ਤੁਸੀਂ ਇੱਥੇ ਆਨਸਰ ਲਗਾਉਣਾ ਹੈ y ਐਕਸਿਸ। ਨੈਕਸਟ ਵੇਅਰ ਵਿਲ ਲਾਈ ਪੁਆਇੰਟ 0y ਦੇਖੋ ਨੀਚੇ ਉਸੇ ਤਰੀਕੇ ਦਾ ਕੁਐਸਚਨ ਆ ਗਿਆ तो आंसर आएगा अपने को y एक्सिस। नेक्स्ट वेयर विल लाई पॉइंट x किथे लाई करदा है डिफरेंट पॉइंट्स। नेक्स्ट विच पॉइंट विल लाई ऑन x एक्सिस 3 0। नेक्स्ट विच पॉइंट विल लाई ऑन y एक्सिस 0 4। नेक्स्ट ट्रू फॉल्स अ बार ग्राफ इज यूज्ड टू शो कंपैरिजन अमंग कैटेगरीज ट्रू। अ पाई ग्राफ इज यूज्ड टू कंपेयर पार्ट ऑफ होल ट्रू। A histogram is a bar graph that shows data in intervals true। We need x coordinate and y coordinate to fix a point on the graph sheet true।
The coordinate of the region are 0 0, true. Next, filling the blanks. The horizontal axis is called dash axis, x axis। देखो ਜਿਹੜੀਆਂ ਦੋ ਲਾਈਨਾਂ ਹੁੰਦੀਆਂ, ਇਹ ਜਿਹੜੀ ਲਾਈਨ ਆਪਣੇ ਕੋਲ vertically ਲਾਈਨ ਹੁੰਦੀ ਹੈ ਔਰ ਇਹ ਲਾਈਨ ਆਪਣੇ ਕੋਲ horizontal ਲਾਈਨ ਹੁੰਦੀ ਹੈ। The vertical axis is called y axis। Next, x coordinate of the point 3,4 is x coordinate ਕਿਹੜਾ ਇਹਨਾਂ ਵਿੱਚੋਂ ਦੇਖੋ ਹਮੇਸ਼ਾ ਜਿਹੜੀ ਪਹਿਲੀ ਵੈਲਿਊ ਦਿੱਤੀ ਹੁੰਦੀ ਹੈ x ਦੀ, ਦੂਜੀ y ਦੀ, ਸੋ ਆਨਸਰ ਹੋਏਗਾ ਆਪਣੇ ਕੋਲ 3। Next, point 30 lies on x axis. Next, point 05 lies on y axis. Next, write generalized form of 25। generalized form ਕੀ ਹੁੰਦੀ ਆ? ਤੁਸੀਂ ਬੋਡੋ ਮਾਸ ਨੂੰ ਇੱਥੇ ਯਾਦ ਰੱਖਣਾ ਹੈ। ਬੋਡੋ ਮਾਸ ਕੀ ਹੈ? ਪਹਿਲਾਂ ਡਿਵਾਈਡ, ਤੁਸੀਂ ਉੱਪਰ ਤੱਕ ਕੀ ਆ BO ਬ੍ਰੈਕਟ ਓਪਨ, ਡਿਵਾਈਡ, ਮਲਟੀਪਲਾਈ, ਐਡ, ਸਬਟ੍ਰੈਕਸ਼ਨ। ਸੋ ਪਹਿਲਾਂ ਕੀ ਹੋਊਗਾ ਆਪਣੇ ਕੋਲ ਮਲਟੀਪਲਾਈ, ਫਿਰ ਕੀ ਹੋਊਗਾ ਆਪਣੇ ਕੋਲ ਐਡ, ਸੋ ਆਨਸਰ ਹੋਊਗਾ ਆਪਣੇ ਕੋਲ C। ਨੈਕਸਟ, ਰਾਈਟ ਇਨ ਯੂਜ਼ੂਅਲ ਫਾਰਮ। ਯੂਜ਼ੂਅਲ ਫਾਰਮ ਦੇ ਵਿੱਚ ਕੀ ਹੈ? ਦੇਖੋ ਮਲਟੀਪਲਾਈ ਕਰਕੇ ਆਪਣੇ ਕੋਲ ਕੀ ਬਣਦਾ ਹੈ 700 ਪਲੱਸ 10 plus 8, so अपने को बन गया 718, so answer is 718। Next, by reversing the number 1 to 5 we get, reversing means ਜਿਹੜਾ ਲਾਸਟ ਵਿੱਚ ਹੈ ਉਹਨੂੰ ਪਹਿਲਾਂ ਲਿਖ ਦੋ, ਉਸ ਤੋਂ ਬਾਅਦ ਫਿਰ ਨੈਕਸਟ ਉਸ ਤਰੀਕੇ ਨਾਲ ਕਰਨਾ ਹੈ 5 to 1, so answer ਆ ਜਾਏਗਾ ਆਪਣੇ ਕੋਲ ਆਪਸ਼ਨ ਨੰਬਰ C 5 to 1। ਨੈਕਸਟ ਆਪਣੇ ਕੋਲ find A in the addition। ਦੇਖੋ ਇੱਥੇ A ਦੀ ਜਗ੍ਹਾ ਤੇ ਤੁਸੀਂ ਕੀ ਰੱਖਣਾ ਹੈ, ਜੋ ਡਿਜਿਟ ਤੁਸੀਂ A ਦੀ ਜਗ੍ਹਾ ਤੇ ਰੱਖੋਗੇ उसदे विच 5 ਨੂੰ प्लस करके आंसर दे विच 2 आवे, या जे कोई दो डिजिट का नंबर भी आ रहा तो उसदे विच स्टार्टिंग दे विच 2 आना चाहिए। तो इत्थे की रखांगे असीं 7 7 5 दा 12 12 दा 2 इत्थे 1 कैरी, तो आंसर आएगा इत्थे अपने कोल A दा 7। नेक्स्ट, which following number is divisible by 2 and 3। केड़ा नंबर आ 2 और 3 ਨਾਲ डिवाइड हो जाएगा 24, 2 ਨਾਲ भी हो जाएगा 2 12 and 3 ਨਾਲ भी 3 8 ਦਾ। नेक्स्ट, find Q in the addition। सेम उसे तरीके ਨਾਲ ਜਿਵੇਂ ਅਸੀਂ ਪਹਿਲਾਂ ਕੀਤਾ ਸੀਗਾ, Q ਦੀ ਜਗ੍ਹਾ ਤੇ ਅਸੀਂ ਕੀ ਰੱਖਾਂਗੇ 8 8 और 3 11 1 कैरी, ਇੱਥੇ Q ਦੀ ਜਗ੍ਹਾ ਤੇ ਫਿਰ ਜਦੋਂ ਅਸੀਂ 8 ਰੱਖਾਂਗੇ ਤਾਂ ਆਨਸਰ ਨੀਚੇ 0 ਦਾ ਹੀ ਪੜਨਾ ਚਾਹੀਦਾ। 8 और 1 9 और 1 10 0, फिर 1 कैरी 3 और 1 4 और 5, बिल्कुल सही करेक्ट ਜਿਹੜਾ आंसर आया अपने को आया 8। नेक्स्ट, ट्रू फॉल्स। 52 कैन बी रिटन एज 10 मल्टीप्लाई 5 plus 2, ट्रू है जी। 2 डिजिट नंबर AB कैन बी रिटन एज 10B plus A, फॉल्स। 3 डिजिट नंबर BCA कैन बी रिटन एज 100B plus 10A plus C, false। Generalized form of 1 to 9 is 100 brackets 1 plus 10 brackets 2 plus 9, true। 10 multiply 5 plus 6 is equal to 50 plus 6 is equal to 56, बिल्कुल true है जी। Next, 1 to 9 is equal to 1 multiply 100 plus 2 multiply dash plus 9। ਇੱਥੇ ਦੇਖੋ 100 ਬਣ ਗਿਆ, 2 ਦੇ ਵਿੱਚ ਕੀ ਕਰਾਂਗੇ 10, ਇੱਥੇ ਬਣ ਜਾਊਗਾ 20, ਫਿਰ plus 9 ਕਰਾਂਗੇ ਤਾਂ ਸਾਡੇ ਕੋਲ ਬਣ ਜਾਏਗਾ ਆਨਸਰ 129। Next, 605 is equal to 6 multiply 100। Next, 5 multiply 100 plus 3 multiply 10 plus 8 is equal to 538। Next, if one digit of a number is 0 or 5, then it is divisible by 0। Next, how many rational number are there between 3.4 and 3.5? Infinite। Next, how many integer are there between -5 and 4? -5 and 4 ਦੇ ਵਿੱਚ ਕਿੰਨੇ ਇੰਟੀਜਰ ਹੋਣਗੇ? ਦੇਖੋ ਜਦੋਂ ਇਸ ਤਰ੍ਹਾਂ ਲਾਈਨ ਬਣਾਵਾਂਗੇ, ਇਸ ਸਾਈਡ ਅਸੀਂ ਲਿਖਾਂਗੇ -1 -2 -3 -4 -5 and right side 1 2 3 4। ਜਦੋਂ ਅਸੀਂ -5 and 4 ਦੇ ਵਿੱਚ ਅਸੀਂ ਦੇਖਾਂਗੇ ਕਿੰਨੇ ਡਿਜਿਟ ਨੇ 1 2 3 4 5 6 7 8, ਇੱਥੇ ਕੁਝ ਨਹੀਂ, ਇੱਥੇ 0 1 ਪੁਆਇੰਟ, ਸੋ ਆਨਸਰ ਬਣ ਜਾਏਗਾ ਸਾਡੇ ਕੋਲ 8। ਨੈਕਸਟ ਕੁਐਸਚਨ ਆਪਣੇ ਕੋਲ ਇੰਪੋਰਟੈਂਟ, find 5 rational number between 2.3 and 4.5। ਰੈਸ਼ਨਲ ਨੰਬਰ ਕੱਢਣ ਲਈ ਕੀ ਕਰੋਗੇ, ਇਹਦੇ ਜਿਹੜੇ ਡਿਨੋਮੀਨੇਟਰ ਨੇ ਇਸ ਨੂੰ ਸੇਮ ਕਰ ਦਾਂਗੇ ਅਸੀਂ। ਦੇਖੋ ਇਸ ਤਰੀਕੇ ਨਾਲ ਸੋਲਵ ਕੀਤਾ ਗਿਆ, 2 multiply 20 ਨੀਚੇ 3 multiply 20, ਡਿਨੋਮੀਨੇਟਰ ਸੇਮ ਹੋ ਗਏ, 40 ऊपर आ गया एंड नीचे आ गया अपने को 48। तुसीं बस इत्थे ध्यान रखना है कि 40 और 48 इन्हां दे विच जिहड़े डिजिट ने सिर्फ वही लिखने ने, जिवें 41.60
42.60 ਇਹ ਸਾਰੇ ਕੀ ਨੇ ਆਪਣੇ ਕੋਲ ਰੈਸ਼ਨਲ ਨੰਬਰ ਹੋਣਗੇ। ਨੈਕਸਟ ਇੰਪੋਰਟੈਂਟ ਕੁਐਸਚਨ, the length and breadth of rectangle swimming pool are 2x plus 4 unit and x plus 1 unit. What is the perimeter of swimming pool? swimming pool ਜਿਹੜਾ rectangle ਦੀ shape ਚ ਹੈ, ਇਸ ਕਰਕੇ ਇੱਥੇ rectangle ਦਾ perimeter ਲੱਗੇਗਾ 2l plus b। ਦੇਖੋ ਇੱਥੇ ਬ੍ਰੈਕਟ ਦੀ ਪੁੱਟ ਕੀਤੀਆਂ ਹੋਈਆਂ 2x plus 4 plus x plus 1, 2x and x, 3x, 4 and 1, 5। so 2 ਨੂੰ ਤੁਸੀਂ ਮਲਟੀਪਲਾਈ ਕਰ ਦੇਣਾ ਪਹਿਲਾਂ 3x ਨਾਲ, 6x, ਫਿਰ 2 ਨੂੰ ਕਰ ਦੇਣਾ 5 ਦੇ ਨਾਲ, 10। ਸੋ ਆਨਸਰ ਆ ਜਾਊਗਾ ਆਪਣੇ ਕੋਲ 6x plus 10 units। ਨੈਕਸਟ ਆਪਣੇ ਕੋਲ which of the following are 3 consecutive multiple of 11? consecutive ਕੀ ਹੁੰਦੇ ਆ, ਤੁਸੀਂ x ਲਿਖੋਗੇ ਪਹਿਲਾਂ, ਫਿਰ x plus 1 and x plus 2, ਪਰ ਇੱਥੇ ਕੀ ਕਹਿ ਰਿਹਾ ਤੁਹਾਡੇ ਕੋਲ 11 ਦੇ ਮਲਟੀਪਲ। ਸੋ ਇਸ ਕਰਕੇ ਤੁਸੀਂ ਲਿਖੋਗੇ ਇੱਥੇ x plus 11 and x plus 22 ਮੀਨਸ ਕੀ ਆ, ਤੁਸੀਂ 11 ਦਾ ਇੱਥੇ ਟੇਬਲ ਚਲਾਉਣਾ ਹੁੰਦਾ, 11 1 ਦਾ and 11 2 ਦਾ 22। so that is the answer is x and x plus 11, x plus 22। next, Arjun is twice as old as Shriya. The present age of Shriya is x year. What was Arjun's age 5 years ago? ਕਹਿੰਦੇ ਅਰਜੁਨ ਜਿਹੜਾ ਹੈ twice means ਦੁੱਗਣਾ ਹੈ ਸ਼੍ਰੇਆ ਦੇ ਨਾਲੋਂ। the present age of Shriya is x year, ਕਹਿੰਦੇ ਜੇ ਸ਼੍ਰੇਆ ਦੀ ਹੁਣ ਏਜ ਜਿਹੜੀ ਹੈ x ਹੈ ਤਾਂ ਫਿਰ twice ਹੋ ਗਈ, ਕੀ ਹੋ ਜੂਗੀ 2x। what was Arjun 5 years ago? 5 years ago ਦੀ ਗੱਲ ਕਰਨੀ ਹੈ ਤਾਂ ਅਸੀਂ ਕੀ ਕਰਾਂਗੇ ਮਾਈਨਸ, ਸੋ ਆਨਸਰ ਆ ਜਾਏਗਾ 2x minus 5। ਨੈਕਸਟ ਕੁਐਸਚਨ ਆਪਣੇ ਕੋਲ 4 ਮਾਰਕਸ ਵਾਲਾ, the present age of Rahul and Harnoor are in the ratio 5:7। 4 years later the sum of their ages will be 56 years. what are their present age? ਜਦੋਂ ਤੁਹਾਨੂੰ ਕੋਈ ਵੀ ਰੇਸ਼ੋ ਵਾਲਾ ਕੁਐਸਚਨ ਆਂਦਾ ਤੁਸੀਂ ਕੀ ਕਰਨਾ, ਨਾਲ ਉਹਦੇ x ਲਗਾ ਦੇਣਾ ਬਸ। ਰਾਹੁਲ age after 4 years 5x plus 4, Harun age after 4 years 7x plus 4। according to question 5x plus 4 plus 7x plus 4 is equal to 56। ਇਹਨੂੰ ਸੋਲਵ ਕਰਕੇ ਤੁਹਾਡੇ ਕੋਲ ਆਨਸਰ ਆਊਗਾ x ਦੀ ਵੈਲਿਊ ਆ ਜਾਊਗੀ 4। ਫਿਰ ਤੁਸੀਂ x ਦੀ ਵੈਲਿਊ ਜਿਹੜੀ ਆ 5x ਦੇ ਨਾਲ ਉੱਥੇ ਪੁੱਟ ਕਰ ਦੇਣੀ ਹੈ 5 multiply 4, ਆਨਸਰ ਆ ਜਾਊਗਾ ਤੁਹਾਡੇ ਕੋਲ 20 years। ਇਸੇ ਤਰੀਕੇ ਨਾਲ ਹਰੂਨ ਦੀ ਪ੍ਰੈਜ਼ੈਂਟ ਏਜ ਜਦੋਂ ਕਰੋਗੇ 7x, 7 ਨੂੰ 4 ਨਾਲ ਮਲਟੀਪਲਾਈ ਕਰਕੇ ਆਨਸਰ ਆਏਗਾ ਤੁਹਾਡੇ ਕੋਲ 28 years। ਨੈਕਸਟ ਕੁਐਸਚਨ, the present age of Anu and Raj are in the ratio 4:5, 8 years from now। the ratio of their ages will be 5:6। find their present age। so ਉਸੇ ਤਰੀਕੇ ਨਾਲ ਰੇਸ਼ੋ ਨਾਲ ਤੁਸੀਂ x ਲਗਾਉਣਾ ਹੈ। after 8 years Anu age 4x plus 8, 8 ਸਾਲ ਬਾਅਦ ਜਾਣਾ ਤਾਂ ਤੁਸੀਂ ਉਹਦੇ ਵਿੱਚ ਪਲੱਸ ਕਰ ਦੇਣਾ 8। ਰਾਜ ਦੀ ਏਜ ਉਹਦੇ ਵਿੱਚ ਵੀ 5x plus 8। ਅਕੋਰਡਿੰਗ ਟੂ ਕੁਐਸਚਨ ਕੀ ਕਹਿੰਦਾ ਸੀਗਾ ਵੀ ਦੋਨਾਂ ਦੀ ਰੇਸ਼ੋ ਕੀ ਹੋਊਗਾ 5:6। ਰੇਸ਼ੋ ਦਾ ਮਤਲਬ ਕੀ ਆ, ਤੁਸੀਂ ਇਸ ਨੂੰ ਅਪੋਨ ਦੇ ਵਿੱਚ ਲਿਖ ਦੇਣਾ ਵੈਲਿਊਜ਼ ਨੂੰ। ਅਪੋਨ ਚ ਲਿਖਣ ਤੋਂ ਬਾਅਦ ਤੁਸੀਂ ਇਹਨੂੰ ਕਰਨਾ ਹੈ ਕ੍ਰੋਸ ਮਲਟੀਪਲਾਈ ਕਰਕੇ ਇਸ ਤਰੀਕੇ ਨਾਲ ਸੋਲਵ ਕਰੋਗੇ ਜਾਂ ਤੁਹਾਡੇ ਕੋਲ ਆਨਸਰ ਆ ਜਾਏਗਾ। ਤੁਹਾਡੇ ਕੋਲ ਅਨੂ ਦੀ ਏਜ ਆ ਜਾਏਗੀ 32 ਐਂਡ ਰਾਜ ਦੀ ਆ ਜਾਏਗੀ 40 ਇਅਰਸ। ਨੈਕਸਟ ਕੁਐਸਚਨ ਆਪਣੇ ਕੋਲ ਦਾ ਸਮ ਆਫ 3 consecutive multiples of 8 is 888। find the multiples। let the 3 consecutive multiple of 8 be x, x plus 8 and x plus 16। ਜਦੋਂ ਵੀ ਤੁਹਾਨੂੰ ਮਲਟੀਪਲ ਕਿਸੇ ਡਿਜਿਟ ਦੀ ਵੀ ਕਹੂਗਾ ਤੁਸੀਂ ਹਮੇਸ਼ਾ ਪਹਿਲਾਂ x ਲੈਣਾ, ਦੂਜਾ 8 ਐਂਡ ਥਰਡ ਵਨ ਇਜ਼ 8 ਦੇ ਟੇਬਲ ਦੇ ਵਿੱਚ 8 to the 16। ਅਕੋਰਡਿੰਗ ਟੂ ਕੁਐਸਚਨ ਕੀ ਕਹਿੰਦਾ ਦਾ ਸਮ ਆਫ 3। ਤੋਂ ਇਸ ਤਰੀਕੇ ਨਾਲ ਤੁਸੀਂ ਤਿੰਨਾਂ ਦੇ ਵਿੱਚ ਸਮ ਪਾ ਦੇਣਾ, ਪਲੱਸ ਦਾ ਨਿਸ਼ਾਨ ਪਾ ਦੇਣਾ ਇਜ਼ ਇਕੁਅਲ ਟੂ 888। ਇਹਨਾਂ ਨੂੰ ਜਦੋਂ ਸੋਲਵ ਕਰੋਗੇ ਤਾਂ x ਦੀ ਵੈਲਿਊ ਆ ਜਾਊਗੀ ਤੁਹਾਡੇ ਕੋਲ 288। ਜਦੋਂ ਨੰਬਰ ਫਾਈਂਡ ਆਊਟ ਕਰੋਗੇ ਤਾਂ x ਦੀ ਵੈਲਿਊ ਤੁਹਾਡੇ ਕੋਲ ਆਊਗੀ 288। ਇਹ ਸਾਡੇ ਕੋਲ ਫਰਸਟ ਮਲਟੀਪਲ ਹੋ ਗਿਆ। ਸੈਕਿੰਡ ਸਾਡੇ ਕੋਲ 288 ਦੇ ਵਿੱਚ 8 ਪਲੱਸ ਕਰ ਦੇਣਾ 296 and third is 304। next, the perimeter of a rectangle is 13 centimeter and width is 3.4 centimeter। find its length। so let the length of rectangle x, width of rectangle 2, 3.4 ਨੂੰ ਸੈੱਟ ਕਰਕੇ ਕਿਵੇਂ ਲਿਖਾਂਗੇ 4 ਨੂੰ 2 ਨਾਲ ਮਲਟੀਪਲਾਈ, ਜਿੰਨਾ ਆਨਸਰ ਆਊਗਾ ਉੱਪਰ ਪਲੱਸ 11.4। perimeter of rectangle ਦਾ ਫਾਰਮੂਲਾ 2l plus p। according to question 2 ਬ੍ਰੈਕਟ ਦੇ ਵਿੱਚ ਫਿਰ l ਦੀ ਵੈਲਿਊ ਅਸੀਂ ਲਈ ਸੀ x ਐਂਡ b ਦੀ ਵੈਲਿਊ ਆਪਣੇ ਕੋਲ 11.4 is equal to 13। 13 ਕੀ ਹੈ ਜਿਹੜਾ ਪੈਰੀਮੀਟਰ ਪਹਿਲਾਂ ਹੀ ਦਿੱਤਾ ਹੋਇਆ। ਸੋ ਇਹ 2 ਜਿਹੜਾ ਇਹਨੂੰ ਚੱਕ ਕੇ ਦੂਜੀ ਸਾਈਡ ਨੀਚੇ ਲੈ ਕੇ ਜਾਵਾਂਗੇ 13.2 x plus 11.4। 11.4 ਨੂੰ ਰਾਈਟ ਸਾਈਡ ਲੈ ਕੇ ਜਾਵਾਂਗੇ, ਉਧਰ ਜਾ ਕੇ ਵੈਲਿਊ ਮਾਈਨਸ ਹੋ ਜੂਗੀ। ਐਲਸੀਐਮ ਲੈ ਕੇ ਜਦ ਤੁਸੀਂ ਮਾਈਨਸ ਕਰੋਗੇ ਆਨਸਰ ਆ ਜਾਏਗਾ ਤੁਹਾਡੇ ਕੋਲ 15.4। ਉਸ ਨੂੰ ਤੁਸੀਂ ਇਸ ਤਰੀਕੇ ਨਾਲ ਵੀ ਮਿਕਸ ਫ੍ਰੈਕਸ਼ਨ ਵਿੱਚ ਵੀ ਲਿਖ ਸਕਦੇ ਹੋ 3.4। ਸੋ ਫਾਈਨਲ ਆਨਸਰ ਵਿੱਚ ਤੁਸੀਂ ਲਿਖ ਕੇ ਆਉਣਾ ਲੈਂਥ ਆਫ ਰੈਕਟੈਂਗਲ ਇਜ਼ ਇਕੁਅਲ ਟੂ 3.4 ਸੈਂਟੀਮੀਟਰ। ਨੈਕਸਟ, the denominator of a rational number is greater than its numerator by
8 if the numerator is increased by 17 and denominator decreased by 1 the number obtained is 3.2 find the rational number so solve ਕਰਨ ਲਈ let the numerator rational number ਮੰਨ ਲਓ x डिनोमीनेटर हो गया अपने को x plus 8 क्योंकि उसने किया सी नोमीनेटर ਦੇ ਵਿੱਚ ਅਸੀਂ ग्रेटर है 8 ग्रेटर है तो रिक्वायर्ड फ्रैक्शन की होगी ਸਾਡੇ ਕੋਲ x upon x plus 8 अकॉर्डिंग टू क्वेश्चन चलांगे सो पहला ਉਹਨੇ ਕੀ किया if the numerator is increased by 17 ਕਹਿੰਦੇ numerator ਦੇ ਵਿੱਚ 17 increased ਹੋਵੇ and denominator ਦੇ ਵਿੱਚ ਕੀ ਹੋਵੇ -1 decreased by 1 ਸੋ ਇੱਥੇ ਮਾਈਨਸ ਕਰ ਦਾਂਗੇ is equal to number obtained 3.2 ਸੋ ਨੈਕਸਟ ਇਸ ਤਰੀਕੇ ਨਾਲ ਇੱਥੇ ਦੀ ਕ੍ਰੋਸ ਮਲਟੀਪਲੀਕੇਸ਼ਨ ਕਰਕੇ ਤੁਹਾਡੇ ਕੋਲ ਇਸ ਤਰੀਕੇ ਦੀ ਇਕੁਏਸ਼ਨ ਬਣ ਕੇ ਆਊਗੀ ਇਕੁਏਸ਼ਨ ਜਦੋਂ ਸੋਲਵ ਕਰੋਗੇ ਤਾਂ ਤੁਹਾਡੇ ਕੋਲ x ਦੀ ਵੈਲਿਊ ਆਊਗੀ 13 ਸੋ ਰਿਕੁਆਇਰਡ ਫ੍ਰੈਕਸ਼ਨ ਜਿਸ ਨਾਲ ਪਹਿਲਾਂ ਹੀ ਅਸੀਂ ਲਿਖੀ ਸੀ x 8 ਸੋ ਇਸੇ ਤਰੀਕੇ ਨਾਲ x ਦੀ ਵੈਲਿਊ 13 ਨੀਚੇ ਫਿਰ 13 8 फ्रैक्शन ਤੁਹਾਡੇ ਕੋਲ ਬਣ ਕੇ ਆ ਜੂਗੀ 13.21 ਨੈਕਸਟ ਆਪਣੇ ਕੋਲ ਮੈਚ ਦਾ ਫੋਲੋਇੰਗ ਕਾਈਟ ਦੀ ਸ਼ੇਪ ਆਪਣੇ ਕੋਲ B ਆਪਸ਼ਨ ਸਕੁਅਰ ਹੈਗਾ ਆਪਣੇ ਕੋਲ A ਆਪਸ਼ਨ ਟ੍ਰੈਪੇਜ਼ਿਜ਼ਮ D ਆਪਸ਼ਨ ਐਂਡ ਪੈਰਲੇਲੋਗ੍ਰਾਮ C ਆਪਸ਼ਨ ਨੈਕਸਟ ਮੈਚਿੰਗ ਆਪਣੇ ਕੋਲ ਸਕੁਅਰ ਦੀ ਆਪਸ਼ਨ ਨੰਬਰ 2 ਰੋਮਬਸ ਆਪਸ਼ਨ ਨੰਬਰ 4 ट्रेपेजिज्म ऑप्शन नंबर 1 and rectangle shape is option number 3 next apne ko construct a square read with RE 5.1 cm square means सारी साइड आਉਂਦੀਆਂ 5.1 cm ਹੋਊਗੀ ਇਸ ਤਰੀਕੇ ਦੇ ਜਿਹੜੇ ਤੁਸੀਂ ਸਟੈਪ ਨੇ ਇੱਥੇ ਲਿਖੇ ਹੋਏ ਨੇ ਤੁਸੀਂ ਇਸ ਨੂੰ ਯਾਦ ਕਰ ਸਕਦੇ ਹੋ ਨੈਕਸਟ ਆਪਣੇ ਕੋਲ ਕੰਸਟਰਕਟ ਅ ਰੈਕਟੈਂਗਲ OK in which OK is equal to 7 cm and KA is equal to 5 cm ਸੋ ਇਸ ਤਰੀਕੇ ਤੁਸੀਂ ਡਾਇਗਰਾਮ ਬਣਾਉਣੀ ਹੈ एंड ये स्टेप जेडे ने उत्थे मेंशन करने हैं नेक्स्ट अपने को कंस्ट्रक्ट अ क्वाड्रिलेटरल ट्रू वेयर TR 3.5 cm RU 3 UE 4 cm एंगल R is equal to 75 and एंगल U 120 डिग्री सो ये पिक्चर बनाई हुई है इत्थे तुसी इस तरीके नाल उत्थे पिक्चर बनाउणी है और ये स्टेप जेडे ने मैंशन करने उत्थे जिन्हां स्टूडेंट नूं इस तरीके की पिक्चर बनानी नहीं आती वो इस तरीके की जिहड़ी डायग्राम बना के जिस तरह बनी हुई है और तुसी हाथ नाल भी यार उत्थे तुहानूं पिक्चर जिहड़ी आ याद करके जानी पऊगी कि किस तरह उत्थे जिहड़ी आ पिक्चर बनाउणी है क्वाड्रिलेटरल पिक्चर किवें बनूगी और इस तरीके से तुसी उत्थे ड्रा कर सकते हो अपने हाथ नाल भी या उत्थे कंपास नाल भी तुसी इसनूं ड्रा कर सकते हो नेक्स्ट अ डाई थ्रोन वंस व्हाट इज द प्रोबेबिलिटी ऑफ गेटिंग नॉट अ प्राइम नंबर अपने कोल जिहड़े डाई दे नंबर हुंदे आ 1 टू लैके 6 तक प्राइम नंबर किहड़े किन्ने आ जिहड़े प्राइम नंबर नहीं हैगे इहदे विच सो नंबर 1 4 एंड 6 तीन नंबर जिहड़े ने प्राइम नंबर नहीं टोटल 6 कटिंग करके साडे कोल आंसर आ जाऊगा 1.2 नेक्स्ट साडे कोल 6 मार्क्स वाला क्वेश्चन भी आ जांदे ने ड्रा हिस्टोग्राम फॉर द फ्रीक्वेंसी डिस्ट्रीब्यूशन टेबल मेड फ्रॉम द वीकली वेजेस 30 वर्कर्स फॉर फैक्ट्री इस तरीके से ਤੁਹਾਨੂੰ ਇੱਕ ਟੇਬਲ ਦਿੱਤਾ ਹੋਊਗਾ ਜਿਹਦੇ ਵਿੱਚ ਤੁਸੀਂ ਹਿਸਟੋਗ੍ਰਾਮ ਬਣਾਉਣਾ ਤੁਸੀਂ ਐਂਡ ਇਸ ਤਰ੍ਹਾਂ ਕੁਐਸਚਨ ਪੁੱਛੇ ਹੋਣਗੇ which group has the maximum number of workers how many workers earn rupees 850 and more how many workers earn less than rupees 850 ਸੋ ਸਭ ਤੋਂ ਪਹਿਲਾਂ ਅਸੀਂ ਹਿਸਟੋਗ੍ਰਾਮ देख लेने इस तरीके का हिस्टोग्राम जो टेबल तुहाडा उत्थे बनूगा नीचे तुसी वेजेस लिख लेने 800 810 820 और इस साइड तुसी वर्कर लिखना है नंबर ऑफ वर्कर फिर टेबल के अकॉर्डिंग जिन्ने वर्कर की गिनती लिखी होगी तुसी उस पर उसके सामने जाके इस तरीके के निशान लगा के और इस तरह का बॉक्स जो उत्थे बना देना नाल ही जो फिर दूजा तुसी बनाना है 2 ਉਹ ਬਿਲਕੁਲ ਇੱਥੋਂ ਨਾਲ ਪੁਆਇੰਟ ਕਰਕੇ ਫਿਰ ਨਾਲ ਅੱਗੇ ਬਾਕਸ ਬਣਾਉਣਾ ਤੁਸੀਂ ਨੈਕਸਟ ਫਸਟ ਕੁਐਸਚਨ ਸੀਗਾ ਆਪਣੇ ਕੋਲ which group has a maximum number of workers ਕਿਹੜੇ ਗਰੁੱਪ ਦੇ ਵਿੱਚ मैक्सिमम वर्कर ने सो आंसर आऊगा देखो अपने को 830 टू 840 देखो 830 टू 840 ਦੇ ਵਿੱਚ ਗ੍ਰਾਫ ਜਿਹੜਾ ਹੈ ਬਿਲਕੁਲ ਉੱਪਰ ਜਾ ਰਿਹਾ ਜਿਹਦੇ ਵਿੱਚ 9 ਵਰਕਰ ਨੇ ਸੋ ਆਂਸਰ ਇਜ਼ 830 to 840 नेक्स्ट क्वेश्चन है हाउ मेनी वर्कर्स ऑन 850 रुपीस एंड मोर किन्ने वर्कर ਜਿਹੜੇ ਨੇ ਉਹ 850 ਜਾਂ ਇਸ ਤੋਂ ਜ਼ਿਆਦਾ ਕਮਾਉਂਦੇ ਨੇ ਤਾਂ ਤੁਸੀਂ ਟੇਬਲ ਦੇ ਵਿੱਚੋਂ 850 ਤੋਂ 900 ਤੱਕ ਜਿੰਨੇ ਵੀ ਇੱਥੇ ਗਿਣਤੀ ਜਿਹੜੀ ਦਿੱਤੀ ਹੋਊਗੀ ਉਹਨਾਂ ਨੂੰ ਪਲੱਸ ਕਰ ਦੇਣਾ ਹੈ 1 + 3 + 1 + 1 ਐਂਡ 4 ਇਹਨਾਂ ਨੂੰ ਪਲੱਸ ਕਰਕੇ ਤੁਹਾਡੇ ਕੋਲ ਆਨਸਰ ਆਊਗਾ 10 ਨੈਕਸਟ ਕੁਐਸਚਨ ਆਪਾਂ ਹਾਊ ਮੈਨੀ ਵਰਕਰਸ ਅਰਨ ਲੈਸ ਦੈਨ ਰੁਪੀਸ 850 850 ਤੋਂ ਲੈਸ ਕਿੰਨੇ ਵਰਕਰ ਕਮਾਉਂਦੇ ਨੇ ਤਾਂ ਤੁਸੀਂ 850 ਦੇ ਜਿਹੜੇ ਲੈਸ ਨੇ ਸਾਰੇ ਇੱਥੋਂ ਪਲੱਸ ਕਰ ਦੇਣੇ ਡਿਜਿਟ ਇਹ ਸਾਰੇ 850 ਤੋਂ ਲੈਸ ਨੇ तो इन्होंने प्लस कर दोगे प्लस करके आंसर आऊगा ਤੁਹਾਡੇ ਕੋਲ 20 नेक्स्ट क्वेश्चन अपन को a group of 360 people were asked to vote for their favorite season from the 3 season rainy winter and summer so question ਆਪਣੇ ਕੋਲ first which season got the most vote ਤੁਸੀਂ ਇੱਥੋਂ ਵੋਟ ਦੇਖ ਲੈਣੀ ਹੈ ਕਿਹੜੇ ਸੀਜ਼ਨ ਨੂੰ ਸਭ ਤੋਂ ਜ਼ਿਆਦਾ ਵੋਟ ਨੇ ਸੋ ਆਨਸਰ ਇਜ਼ 150 ਹੈ ਸੋ
winter is the answer. Find the center angle of each sector. ਤੁਸੀਂ each sector ਦਾ center angle ਜਿਹੜਾ find ਕਰਨਾ ਹੈ। center angle find ਕਰਨ ਲਈ ਤੁਸੀਂ ਕੀ ਕਰਨਾ ਹੈ, ਇਸ ਤਰੀਕੇ ਦਾ ਇੱਕ ਟੇਬਲ ਬਣਾਉਣਾ ਹੈ ਜਿਹਦੇ ਵਿੱਚ ਸੀਜ਼ਨ ਜਿਹੜੇ ਦਿੱਤੇ ਹੋਏ ਨੇ ਸਮਰ, ਵਿੰਟਰ ਐਂਡ ਰੇਨੀ, ਜਿਹੜੇ ਨੰਬਰ ਆਫ ਵੋਟਸ ਨੇ ਉਹ ਉਹਨਾਂ ਦੇ ਸਾਹਮਣੇ ਰੱਖ ਦੇਣੇ ਆ। ਇਸ ਨੂੰ ਡਿਵਾਈਡ ਵੀ 360 ਨਾਲ ਕਰਨਾ ਹੈ ਐਂਡ ਮਲਟੀਪਲਾਈ ਵੀ 360 ਨਾਲ ਹੀ ਕਰਨਾ। 360 ਨਾਲ ਕਟਿੰਗ ਹੋ ਜਾਊਗੀ, ਆਨਸਰ ਆਪਣੇ ਕੋਲ 90 ਡਿਗਰੀ ਆ ਜਾਊਗਾ। ਇਹ ਐਂਗਲ ਡਿਗਰੀ 'ਚ ਬਣ ਜਾਊਗਾ ਫਿਰ। ਸੋ ਇਸੇ ਤਰੀਕੇ ਨਾਲ ਇੱਥੇ 150 ਡਿਗਰੀ ਐਂਡ 120 ਡਿਗਰੀ। ਨੈਕਸਟ, ਡਰਾ ਪਾਈ ਚਾਰਟ ਟੂ ਸ਼ੋ ਦਿਸ ਇਨਫੋਰਮੇਸ਼ਨ। ਜਦੋਂ ਪਾਈ ਚਾਰਟ ਬਣਾਉਣਾ ਹੈ ਫਿਰ ਤੁਸੀਂ ਜਦੋਂ ਦੇਖੋ 150 ਡਿਗਰੀ ਜਿਹਦਾ ਜ਼ਿਆਦਾ ਉਹਦਾ ਤੁਸੀਂ ਜ਼ਿਆਦਾ ਜਿਹੜਾ ਇੱਥੋਂ ਸਪੇਸ ਇਹਨੂੰ ਇੱਥੋਂ ਦਿਖਾਣੀ ਹੈ। ਇਸੇ ਤਰੀਕੇ ਨਾਲ ਉਸ ਤੋਂ ਘੱਟ 120, ਫਿਰ ਉਸ ਤੋਂ ਘੱਟ 90। ਨੈਕਸਟ ਆਪਣੇ ਕੋਲ ਸਟੱਡੀ ਦਾ ਫੋਲੋਇੰਗ ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ ਟੇਬਲ ਐਂਡ ਆਨਸਰ ਦਾ ਕੁਐਸਚਨ ਗਿਵਨ ਬਿਲੋ। ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ ਆਫ ਡੇਲੀ ਇਨਕਮ 550 ਵਰਕਰ ਆਫ ਅ ਫੈਕਟਰੀ। ਤੁਸੀਂ ਸਟੱਡੀ ਕਰਨੀ ਹੈ ਡਿਸਟ੍ਰੀਬਿਊਸ਼ਨ ਟੇਬਲ ਦੀ ਐਂਡ ਆਨਸਰ ਦਾ ਕੁਐਸਚਨ, ਤੇ ਕੁਐਸਚਨ ਦੇ ਦਿੱਤੇ ਆਨਸਰ ਦੇਣੇ ਨੇ। ਫਸਟ ਕੁਐਸਚਨ ਆਪਣੇ ਕੋਲ, ਵਾਟ ਇਜ਼ ਦਾ ਸਾਈਜ਼ ਆਫ ਦਾ ਕਲਾਸ ਇੰਟਰਵਲ। ਕਲਾਸ ਇੰਟਰਵਲ ਦਾ ਸਾਈਜ਼ ਦੇਖਣਾ ਹੈ। ਉਹ ਕਿਵੇਂ ਦੇਖਦੇ ਆ, ਦੇਖੋ ਜਿਵੇਂ ਕਲਾਸ ਦਿੱਤੀ ਹੋਈ ਆ, ਇਹਨਾਂ ਦੋਨਾਂ ਦੇ ਵਿੱਚ ਗੈਪ ਦੇਖਣਾ ਤੁਸੀਂ ਕਿੰਨੇ ਡਿਜਿਟ ਦਾ। 100 ਐਂਡ 125 ਦੇ ਵਿੱਚ 25। ਜੇ ਇੱਕ ਦੇ 25 ਹੈ ਤਾਂ ਸਾਰਿਆਂ ਦੇ ਵਿੱਚ ਹੀ 25 ਹੀ ਹੋਏਗਾ। ਸੋ ਸਾਡਾ ਆਨਸਰ ਹੋਊਗਾ 25। ਨੈਕਸਟ, ਵਿਚ ਕਲਾਸ ਹੈਜ਼ ਦਾ ਹਾਈਐਸਟ ਫ੍ਰੀਕੁਐਂਸੀ। ਕਿਹੜੀ ਕਲਾਸ ਦੀ ਹਾਈਐਸਟ ਫ੍ਰੀਕੁਐਂਸੀ ਹੈ? ਸੋ ਕਲਾਸ ਜਿਹੜੀ ਇੱਥੇ ਹਾਈਐਸਟ ਫ੍ਰੀਕੁਐਂਸੀ ਪਹਿਲਾਂ ਦੇਖਾਂਗੇ ਕਿੰਨੀ ਹੈ, 140। ਸੋ ਕਲਾਸ ਕਿਹੜੀ ਹੈ, 200 ਐਂਡ 225। ਸੋ ਇੱਥੇ ਆਨਸਰ ਇਸੇ ਤਰੀਕੇ ਨਾਲ ਲਿਖਾਂਗੇ। ਨੈਕਸਟ, ਵਿਚ ਕਲਾਸ ਹੈਜ਼ ਦਾ ਲੋਐਸਟ ਫ੍ਰੀਕੁਐਂਸੀ। ਲੋਐਸਟ ਫ੍ਰੀਕੁਐਂਸੀ ਕਿਹਦੀ ਹੈ? ਪਹਿਲਾਂ ਲੋਐਸਟ ਫ੍ਰੀਕੁਐਂਸੀ ਦੇਖੋ ਕਿੰਨੀ ਹੈ, 20। ਉਹ ਕਿਹੜੀ ਕਲਾਸ ਹੈ ਸਾਡੇ ਕੋਲ, 325। ਇਸੇ ਤਰੀਕੇ ਨਾਲ ਇੱਥੇ ਆਨਸਰ ਇੱਥੇ ਲਿਖ ਦੇਣਾ ਤੁਸੀਂ। ਨੈਕਸਟ, ਵਾਟ ਇਜ਼ ਦਾ ਅਪਰ ਲਿਮਿਟ ਆਫ ਦਾ ਕਲਾਸ ਇੰਟਰਵਲ 250 ਐਂਡ 275। ਅਪਰ ਲਿਮਿਟ ਕਿਹੜੀ ਹੁੰਦੀ ਹੈ, ਜਿਹੜੀ ਜ਼ਿਆਦਾ। ਸਿੰਪਲ ਆਨਸਰ ਸਾਡੇ ਕੋਲ 275। ਵਿਚ ਟੂ ਕਲਾਸਿਸ ਹੈਵ ਦਾ ਸੇਮ ਫ੍ਰੀਕੁਐਂਸੀਜ਼। ਕਿਹੜੀਆਂ ਕਹਿੰਦਾ ਦੋ ਕਲਾਸਿਸ ਨੇ ਜਿਹਦੀਆਂ ਫ੍ਰੀਕੁਐਂਸੀਜ਼ ਸੇਮ ਨੇ। ਦੇਖੋ ਇੱਥੇ ਸਾਨੂੰ ਸ਼ੋ ਹੋ ਰਿਹਾ 55 ਇੱਕ 150 75 ਦੀ ਹੈ ਐਂਡ 55 ਇੱਕ ਹੋਰ ਹੈ 225 ਐਂਡ 250 ਦੀ। ਇਹ ਦੋਨੋਂ ਫ੍ਰੀਕੁਐਂਸੀਆਂ ਜਿਹੜੀਆਂ ਸੇਮ ਨੇ। ਨੈਕਸਟ ਆ ਸਾਡੇ ਕੋਲ ਦਾ ਐਡਜੋਇਨਿੰਗ ਪਾਈ ਚਾਰਟ ਗਿਵਸ ਦਾ ਮਾਰਕਸ ਸਕੋਰਡ ਇਨ ਐਨ ਐਗਜ਼ਾਮੀਨੇਸ਼ਨ ਬਾਈ ਅ ਸਟੂਡੈਂਟ ਇਨ ਹਿੰਦੀ, English, Math, Social Science and Science. If the total marks obtained by the student were 540, answer the following question. First question ਆਪਣੇ ਕੋਲ, in which subject did the student score 105 marks? ਕਿਹੜੇ ਸਬਜੈਕਟ ਦੇ ਵਿੱਚ ਸਟੂਡੈਂਟ ਨੇ 105 ਮਾਰਕਸ ਗੇਨ ਕੀਤੇ? ਸੋ ਇਸ ਨੂੰ ਸੋਲਵ ਕਰਨ ਲਈ ਆਪਾਂ ਪਹਿਲਾਂ ਕੀ ਲਿਖਾਂਗੇ, ਟੋਟਲ ਮਾਰਕਸ 540, sum of the measure of all center angle 360 degree, center angle of 105 marks 105 ਮਾਰਕਸ ਉੱਪਰ ਐਂਡ 540 ਨੀਚੇ। ਇਸ ਨੂੰ ਮਲਟੀਪਲਾਈ ਕਰ ਦਾਂਗੇ 360 ਨਾਲ, ਕਟਿੰਗ ਕਰਕੇ ਸਾਡੇ ਕੋਲ ਆਨਸਰ ਆ ਜਾਏਗਾ 70 ਡਿਗਰੀ। ਸੋ 70 ਡਿਗਰੀ ਇੱਥੇ ਫਾਈਂਡ ਕਰਾਂਗੇ ਕਿਸ ਸਬਜੈਕਟ ਦੇ ਵਿੱਚ ਹੈ, ਹਿੰਦੀ। ਸੋ ਇੱਥੇ ਆਨਸਰ ਲਿਖਾਂਗੇ ਤਾਂ measure of center angle for Hindi is 70 degree। तो student obtained 105 marks in Hindi। Next question ਆਪਣੇ ਕੋਲ, how many more marks were obtained by the student in mathematics than in Hindi? ਸੋ ਇਸ ਨੂੰ ਸੋਲਵ ਕਰਨ ਦੇ ਲਈ marks obtained in mathematics ਦੇ ਵਿੱਚ ਪਹਿਲਾਂ mathematics ਦੇਖਾਂਗੇ ਕਿੰਨੇ ਆ ਸਾਡੇ ਕੋਲ, 90 ਡਿਗਰੀ ਆ ਤਾਂ 90 ਉੱਪਰ 360 ਨੀਚੇ ਮਲਟੀਪਲਾਈ 540। ਜਦੋਂ ਡਿਗਰੀ ਤੋਂ ਨੰਬਰ ਬਣਾਣੇ ਹੋਣ ਤਾਂ ਡਿਗਰੀ ਉੱਪਰ, ਸੈਂਟਰ ਐਂਗਲ ਨੀਚੇ ਐਂਡ ਟੋਟਲ ਨਾਲ ਮਲਟੀਪਲਾਈ। ਸੋ ਆਨਸਰ ਆ ਜਾਏਗਾ ਸਾਡੇ ਕੋਲ ਕਟਿੰਗ ਕਰਕੇ 135। ਸੋ ਮਾਰਕਸ obtained in ਹਿੰਦੀ ਹੈ 105। डिफरेंस इन मार्क्स ਦੇ ਵਿੱਚ ਕਿੰਨਾ ਆ ਗਿਆ, 135 ਚੋਂ 105 ਮਾਈਨਸ ਕਰ ਦਾਂਗੇ। ਸੋ ਆਨਸਰ ਆ ਜਾਏਗਾ ਸਾਡੇ ਕੋਲ 30। The student obtained 30 marks more in mathematics than the marks in Hindi। Next, examine whether the sum of the marks obtained in social science and mathematics is more than that in science and Hindi। ਕਹਿੰਦੇ ਐਗਜ਼ਾਮਿਨ ਕਰੋ ਜਿਹੜੇ social science and math ਦੇ ਵਿੱਚ ਜਿਹੜੇ ਨੰਬਰ obtained ਕੀਤੇ ਨੇ ਉਹਨਾਂ ਦਾ ਜਿਹੜਾ ਸਮ ਹੈ ਪਲੱਸ ਹੈ ਉਹ ਸਾਇੰਸ ਤੇ ਹਿੰਦੀ ਦੇ ਸਮ ਨਾਲੋਂ ਜ਼ਿਆਦਾ ਹੈ, ਮੋਰ ਹੈ ਜਾਂ ਨਹੀਂ। ਸੋ ਇਸ ਨੂੰ ਸੋਲਵ ਕਰਨ ਲਈ ਸਮ ਆਫ ਮੇਜਰ ਆਫ ਸੈਂਟਰ ਐਂਗਲ ਫॉर ਸੋਸ਼ਲ ਸਾਇੰਸ ਐਂਡ ਮੈਥਮੈਟਿਕਸ। ਸੋਸ਼ਲ ਸਾਇੰਸ ਦੇ ਆਪਣੇ ਕੋਲ ਹੈਗਾ 65 ਡਿਗਰੀ ਐਂਡ ਮੈਥ ਦੇ ਆਪਣੇ ਕੋਲ ਹੈਗੇ ਆ 90 ਡਿਗਰੀ। ਸੋ ਪਹਿਲਾਂ ਇਹਨਾਂ ਨੂੰ ਪਲੱਸ ਕਰ ਦਾਂਗੇ, ਆਪਣੇ ਕੋਲ ਬਣ ਗਈ 155 ਡਿਗਰੀ। ਸਮ ਆਫ ਦਾ ਮੇਜਰ ਆਫ ਸੈਂਟਰ ਐਂਗਲ ਫॉर ਸਾਇੰਸ ਐਂਡ ਹਿੰਦੀ, ਸਾਇੰਸ ਦੇ 80 ਡਿਗਰੀ ਐਂਡ ਹਿੰਦੀ ਦੇ 70 ਡਿਗਰੀ। ਇਹਨਾਂ ਨੂੰ ਪਲੱਸ ਕਰ ਦਾਂਗੇ 150 ਡਿਗਰੀ। So greater than ਕੀ ਹੋਇਆ ਆਪਣੇ ਕੋਲ 155 degree। The sum of marks obtained in social science and mathematics is more than that in science and Hindi। Next ਹੈ ਆਪਣੇ ਕੋਲ the shoppers who come to the departmental store are marked as man and woman
ਮੈਨ ਨੂੰ M ਦੇ ਨਾਲ ਰਿਪਰੈਜ਼ੈਂਟ ਕੀਤਾ ਹੈ, ਵੂਮਨ ਨੂੰ W ਦੇ ਨਾਲ, ਬॉय ਨੂੰ B ਨਾਲ, ਗਰਲ ਨੂੰ G ਨਾਲ। The following list gives the shoppers who came during the first hour in the morning। ਇਸ ਤੋਂ ਦੇਖ ਕੇ ਤੁਸੀਂ ਕਰਨਾ ਕੀ ਹੈ, ਮੇਕ ਦਾ frequency distribution table। ਤੁਸੀਂ ਇੱਕ frequency distribution table ਬਣਾਉਣਾ ਹੈ using tally marks। tally marks ਦੇ ਵਿੱਚ ਯੂਜ਼ ਕਰਨਾ ਹੈ। draw a bar graph to illustrate it। ਤੇ ਇੱਕ ਬਾਰ ਗ੍ਰਾਫ ਵੀ ਤੁਸੀਂ ਬਣਾਉਣਾ ਹੈ। ਜਦੋਂ ਡਿਸਟ੍ਰੀਬਿਊਸ਼ਨ ਟੇਬਲ ਬਣਾਉਣਾ ਹੈ ਤਾਂ ਸਿੰਪਲ ਐਸ ਨਹੀਂ, ਸ਼ੋਪਰ, ਵੂਮਨ, ਮੈਨ, ਬॉय, ਗਰਲ, ਚਾਰ ਤੋਂ ਦੇਖ ਕੇ ਤੁਸੀਂ ਉਹਨਾਂ ਨੂੰ ਕਾਊਂਟ ਕਰ ਲੈਣਾ ਹੈ ਕਿ ਵੂਮਨ ਕਿੰਨੇ ਨੇ, ਜਿਸ ਤਰ੍ਹਾਂ ਤੇ ਹੈਗੇ 28। ਫਿਰ ਟੈਲੀ ਮਾਰਕਸ ਕਰਨ ਦੇ ਲਈ 1 2 3 4 ਇਸ ਤਰ੍ਹਾਂ ਲਾਈਨ ਲਗਾਣੀ ਹੈ। ਉਹ ਜਿਹੜੀ ਵਿੱਚ ਇੱਥੋਂ ਲਾਈਨ ਹੈ ਇਹਨੂੰ ਕੀ ਮੰਨਦੇ ਆ ਅਸੀਂ 5। ਸੋ ਇਹ 5 ਨੂੰ ਰਿਪਰੈਜ਼ੈਂਟ ਕਰਦਾ ਹੈ ਜਿਹਦੇ ਵਿੱਚ ਲਾਈਨ ਕ੍ਰੋਸ ਕੀਤੀ ਜਾਂਦੀ ਹੈ। ਸੋ ਇਸ ਤਰ੍ਹਾਂ ਤੁਸੀਂ ਇੱਥੇ 28 ਜਿਹੜਾ ਨੰਬਰ ਉਹ ਦਿਖਾ ਦੇਣਾ। ਸੋ ਇਸੇ ਤਰੀਕੇ ਨਾਲ ਇਹ ਨੈਕਸਟ ਤੁਸੀਂ ਸ਼ੋ ਆਫ ਕਰਨੇ ਆ। ਇੱਥੇ ਜਿਹੜਾ ਬਾਰ ਗ੍ਰਾਫ ਹੈ ਉਹ ਤੁਸੀਂ ਇਸ ਤਰੀਕੇ ਦਾ ਬਣਾਉਣਾ ਹੈ, ਕੈਟੇਗਰੀ ਆਫ ਸ਼ੋਪਰ ਨੀਚੇ ਐਂਡ ਨੰਬਰ ਆਫ ਸ਼ੋਪਰ ਇਸ ਤਰੀਕੇ ਨਾਲ 5 10 15 20 25 30। ਵੂਮਨ ਜਿਸ ਤਰ੍ਹਾਂ ਸਾਡੇ ਕੋਲ 28 ਦਿੱਤੇ ਸੀਗੇ, ਤੁਸੀਂ ਇੱਥੋਂ 30 ਤੋਂ ਥੋੜਾ ਜਿਹਾ ਨੀਚੇ ਇੱਥੇ ਲਿਆ ਕੇ ਇੱਥੇ ਨੂੰ ਛੱਡ ਦੇਣਾ, ਇਹ ਬਣ ਜਾਊਗਾ ਆਪਣੇ ਕੋਲ 28। ਇਸੇ ਤਰੀਕੇ ਨਾਲ ਬਾਕੀ ਜਿਹੜੇ ਨੇ ਤੁਸੀਂ ਉੱਥੇ ਰਿਪਰੈਜ਼ੈਂਟ ਕਰਨੇ ਆ। ਨੈਕਸਟ ਆਪਣੇ ਕੋਲ ਦਾ ਨੰਬਰ ਆਫ ਸਟੂਡੈਂਟ ਇਨ ਹੋਸਟਲ ਸਪੀਕਿੰਗ ਡਿਫਰੈਂਟ ਲੈਂਗੁਏजेस ਗਿਵਨ ਬਿਲੋ, ਡਿਸਪਲੇ ਦਾ ਡਾਟਾ ਇਨ ਅ ਪਾਈ ਚਾਰਟ। ਇਸ ਤਰੀਕੇ ਤੁਹਾਨੂੰ ਟੇਬਲ ਦਿੱਤਾ ਹੈ, ਤੁਸੀਂ ਇਸ ਨੂੰ ਪਾਈ ਚਾਰਟ ਦੇ ਵਿੱਚ ਬਣਾ ਕੇ ਦਿਖਾਣਾ ਹੈ। ਪਾਈ ਚਾਰਟ ਤੇ ਬਣਾਉਣ ਲਈ ਸਾਨੂੰ ਡਿਗਰੀ ਚਾਹੀਦੀ ਹੁੰਦੀ ਹੈ, ਔਰ ਡਿਗਰੀ ਕੱਢਣ ਲਈ ਅਸੀਂ ਕਿਵੇਂ ਕਰਦੇ ਹਾਂ, ਜਿਵੇਂ ਇੱਥੇ ਹਿੰਦੀ ਦੇ ਲੈਂਗੁਏਜ ਦਿੱਤੀ ਹੈ, ਨੰਬਰ ਆਫ ਸਟੂਡੈਂਟ 40, ਇਸ ਤਰੀਕੇ ਦਾ ਤੁਸੀਂ ਟੇਬਲ ਬਣਾ ਲੈਣਾ ਉੱਥੇ। ਉਹ ਮੈਜ਼ਰ ਆਫ ਸੈਂਟਰ ਐਂਗਲ ਕਰਨ ਦੇ ਲਈ ਕੀ ਕਰਨਾ ਹੈ, ਜਿੰਨੇ ਨੰਬਰ ਦਿੱਤੇ ਨੇ 40 ਉੱਪਰ, ਇੱਥੇ ਟੋਟਲ ਦਿੱਤਾ ਦੇਖੋ 72, ਉਹ 72 ਨੀਚੇ ਰੱਖਣਾ ਹੈ। ਮਲਟੀਪਲਾਈ ਤੁਸੀਂ ਸੈਂਟਰ ਐਂਗਲ ਮੀਨ 360 ਡਿਗਰੀ, ਉਹਦੇ ਨਾਲ ਮਲਟੀਪਲਾਈ ਕਰ ਦੇਣਾ, ਕਟਿੰਗ ਕਰਕੇ ਜੋ ਵੀ ਆਨਸਰ ਆਊਗਾ ਤੁਹਾਡੇ ਕੋਲੋਂ ਡਿਗਰੀ ਬਣੀ ਜਾਊਗੀ। ਸੋ ਇਸ ਤਰੀਕੇ ਨਾਲ ਤੁਸੀਂ ਸਾਰੇ ਇੱਥੇ ਬਣਾ ਕੇ ਰਿਪਰੈਜ਼ੈਂਟ ਕਰਨੇ ਨੇ। ਉਹ ਇਸ ਤਰ੍ਹਾਂ ਪਾਈ ਚਾਰਟ ਜਦੋਂ ਬਣਾਉਣਾ ਹੈ, ਫਿਰ ਜਿਹਦੀ ਡਿਗਰੀ ਜ਼ਿਆਦਾ ਹੈ ਉਨੀ ਸਪੇਸ ਜਿਹੜੀ ਹੈ ਇੱਥੇ ਜ਼ਿਆਦਾ ਦਿਖਾ ਦੇਣੀ ਹੈ। ਇਸ ਤਰੀਕੇ ਨਾਲ ਜਿਹਦੀ ਘੱਟ ਹੈ ਉਹਦੀ ਉਨੀ ਘੱਟ ਜਿਹੜੀ ਹੈ, ਜਿਸ ਤਰ੍ਹਾਂ 20 ਡਿਗਰੀ ਹੈ ਦੀ ਬਿਲਕੁਲ ਘੱਟ ਹੈ, ਇਸ ਤਰੀਕੇ ਨਾਲ ਤੁਸੀਂ ਉੱਥੇ ਪਾਈ ਚਾਰਟ रिप्रेजेंट करना। नैक्सट अपने कोल दा वीकली वेजेस ऑफ 30 वर्कर्स इन अ फैक्ट्री आर। देखो ये तुहाडे कोल वेजेस दित्तियां होईयां 30 वर्कर दियां। क्वेश्चन साडे कोल यूजिंग टैली मार्क्स मेक अ वैकेंसी टेबल विद द इंटरवल 800 810। तुसीं ये इंटरवल जिहड़ा उत्थे यूज करना है, जिहड़ा दित्ता होया देखो इत्थे टेबल बनाया होया, इस तरीके नाल तुसीं यूज करना है। वैकेंसी जिहड़ी है जिस तरह हुण 800 टू 810 देखनी है तां तुसीं 800 तो लैके 809 तक देखना है। 10 ਨੂੰ ਤੁਸੀਂ ਨੈਕਸਟ ਦੇ ਵਿੱਚ ਗਿਣਨਾ ਹੈ, ਇਹ ਇੱਥੇ ਧਿਆਨ ਰੱਖਣਾ ਹੈ। ਜਿਸ ਤਰ੍ਹਾਂ ਤੇ 800 ਤੋਂ ਆਪਾਂ 809 ਤੱਕ ਪਹਿਲਾਂ ਦੇਖ ਲੈਂਦੇ ਆ 1 2 3। ਦੇਖੋ ਉਸ ਤੋਂ ਬਾਅਦ 810 ਹੈ, ਇਸ ਨੂੰ ਅਸੀਂ ਨਹੀਂ ਲੈਣਾ, ਇਸ ਦੇ ਵਿੱਚ ਇਸ ਗਰੁੱਪ ਦੇ ਵਿੱਚ ਨਹੀਂ ਲੈਣਾ, ਉਹਨੂੰ ਨੈਕਸਟ ਦੇ ਵਿੱਚ ਲਵਾਂਗੇ। ਸੋ ਟੋਟਲ ਸਾਡੇ ਕੋਲ ਹੋ ਗਏ 3 ਔਰ ਇੱਥੇ ਤੁਸੀਂ ਲਿਖ ਦੇਣਾ ਐਂਡ ਟੈਲੀ, ਇੱਥੇ ਟੈਲੀ ਮਾਰਕਸ ਬਣਾ ਦੇਣਾ। ਸੋ ਇਸੇ ਤਰੀਕੇ ਨਾਲ ਜਦੋਂ ਤੁਸੀਂ ਸਾਰਾ ਟੇਬਲ ਤੁਹਾਡਾ ਬਣੂਗਾ, ਨੀਚੇ ਟੋਟਲ ਕਰਕੇ ਜਿਹੜਾ ਆਨਸਰ ਉੱਥੇ ਰਿਪਰੈਜ਼ੈਂਟ ਕਰਨਾ ਹੈ 30 ਲਿਖਣਾ ਹੈ, ਜੋ ਵੀ ਤੁਹਾਡਾ ਉੱਤੇ ਆਨਸਰ ਪਲੱਸ ਕਰਕੇ ਆਏਗਾ। ਨੈਕਸਟ ਆਪਣੇ ਕੋਲ ਹਾਊ ਮੈਨੀ ਨੈਚੁਰਲ ਨੰਬਰ ਲਾਈ ਬਿਟਵੀਨ ਦਾ ਸਕੁਅਰ ਆਫ 12 ਐਂਡ 13। ਕਿੰਨੇ ਨੈਚੁਰਲ ਨੰਬਰ ਜਿਹੜੇ ਆ ਉਹ 12 ਐਂਡ 30 ਦੇ ਸਕੁਅਰ ਦੇ ਵਿੱਚ ਆਉਂਦੇ ਆ। ਪਹਿਲਾਂ 12 ਦਾ ਸਕੁਅਰ ਕਰ ਲੈਣਾ, ਕਿੰਨਾ ਹੁੰਦਾ ਸਾਡੇ ਕੋਲ 144, 30 ਦਾ ਹੁੰਦਾ ਆਪਣੇ ਕੋਲ 169। ਸੋ ਜਦੋਂ ਤੁਸੀਂ ਇਹਦਾ ਡਿਫਰੈਂਸ ਦੇਖੋਗੇ ਵਿੱਚ, ਤੁਸੀਂ 144 ਨਹੀਂ ਕੈਲਕੂਲੇਟ ਕਰਨਾ, ਤੁਸੀਂ 145 ਤੋਂ ਸਟਾਰਟ ਕਰਨਾ ਹੈ। 145 ਤੋਂ 169 ਤੱਕ ਸਾਡੇ ਕੋਲ नंबर बन गए 24। नेक्स्ट व्हाट कुड बी द पॉसिबल वंस डिजिट ऑफ द स्क्वायर रूट ऑफ 256। वंस डिजिट की हुंदी है, जिस तरह देखो इत्थे 6 आ, एक ही है साडे कोल वंस, सेकंड ते साडे कोल टेंस और थर्ड ते साडे कोल 100। ओके, कह रहा है स्क्वायर रूट ऑफ 256। तो सिंपल है, 256 ਨੂੰ ਜਦੋਂ 256 ਨਾਲ ਮਲਟੀਪਲਾਈ ਕਰੋਗੇ, ਫਸਟ ਡਿजिट ਤੁਸੀਂ ਦੇਖਣਾ ਹੈ 6 6 ਦਾ 36। ਸੋ ਇਹਦਾ ਨੰਬਰ ਫਸਟ ਵੰਸ ਤੇ ਕੀ ਆਇਆ ਸਾਡੇ ਕੋਲ 6। ਸੋ ਆਨਸਰ ਕੀ ਹੋ ਗਿਆ ਸਾਡੇ ਕੋਲ 6। ਨੈਕਸਟ ਕੁਐਸਚਨ ਹੈ ਦ ਏਰੀਆ ਆਫ ਸਕੁਅਰ ਪਾਰਕ ਇਜ਼ 51.84 ਸੈਂਟੀਮੀਟਰ ਸਕੁਅਰ, ਫਾਈਂਡ ਦਾ ਸਾਈਡ ਆਫ ਦਾ ਸਕੁਅਰ ਪਾਰਕ। ਜਦੋਂ ਸਾਈਡ ਕਰਨੀ ਆ ਤਾਂ ਮਤਲਬ ਕੀ ਆ, ਇਹਦਾ ਤੁਸੀਂ ਰੂਟ ਕੱਢ ਕੇ ਜਿਹੜਾ ਆਨਸਰ ਦੇਣਾ ਇਹਦਾ। ਸੋ ਇਸ ਤਰੀਕੇ ਨਾਲ ਤੁਸੀਂ ਉੱਥੇ ਰੂਟ ਕੱਢ ਸਕਦੇ ਹੋ ਔਰ ਆਨਸਰ ਆ ਜਾਊਗਾ ਸਾਡੇ ਕੋਲ 7.25 ਸੈਂਟੀਮੀਟਰ। ਨੈਕਸਟ ਹੈ ਫਾਈਂਡ ਦਾ ਸਕੁਅਰ ਰੂਟ ਆਫ 169 ਬਾय द ਮੈਥਡ ਆਫ ਰਿਪੀਟਡ ਸਬਟ੍ਰੈਕਸ਼ਨ। ਰਿਪੀਟਿਡ ਸਬਟ੍ਰੈਕਸ਼ਨ ਦੇ ਵਿੱਚ ਕੀ ਕਰਨਾ ਹੈ, ਪਹਿਲਾਂ 1 ਮਾਈਨਸ ਕਰਨਾ ਹੈ, ਫਿਰ 3 5 7 9 ਇਸ ਤਰੀਕੇ ਨਾਲ ਕਰਦੇ ਜਾਓਗੇ ਜਾਂ ਤੁਸੀਂ, ਤਾਂ ਸਾਡੇ ਕੋਲ ਇਹ ਜਦੋਂ ਇੱਥੇ ਖਤਮ ਹੋਣਗੇ 0 ਆ ਗਿਆ ਜਦੋਂ ਸਾਡੇ ਕੋਲ, ਫਿਰ ਅਸੀਂ ਇਹਦੀ ਕਾਊਂਟਿੰਗ ਕਰ ਲੈਣੀ ਹੈ ਕਿ ਕਿੰਨੇ ਹੋਣਗੇ। ਇਹਦਾ ਆਨਸਰ ਆਊਗਾ ਸਾਡੇ ਕੋਲ 13। ਸੋ ਇਹੀ ਇਹਦਾ ਰੂਟ ਵੀ ਹੋਊਗਾ 169 ਦਾ। ਨੈਕਸਟ ਆਪਣੇ ਕੋਲ ਦ ਸਟੂਡੈਂਟ ਆਫ ਕਲਾਸ 8th ਆਫ ਅ ਸਕੂਲ ਡੋਨੇਟਡ ₹2401 in all. For Prime Minister National Relief Fund, each student donated as many rupees as the number of student in the class. Find the number of student in the class. So answer ਦੇ ਵਿੱਚ ਦੇਖੋ total money donated by the student, ਜਿੰਨੀ ਮਨੀ ਜਿਹੜੀ ਆ ਡੋਨੇਟਡ ਕੀਤੀ
मनी डोनेटेड बाय ईच स्टूडेंट, ई स्टूडेंट मतलब की करना तुसी इसनू रूट कढ लेना है। रूट इस तरीके नाल एलसीएम नाल भी कीता जा सकदा है, जिहड़ा भी एलसीएम आऊगा तुसी उसदे पेयर बना लेने हैं। पेयर बना के जो भी तुहाडा आऊगा मल्टीप्लाई कर लेना है, मल्टीप्लाई करके साडे कोल इत्थे आंसर आ गया 49। नेक्स्ट क्वेश्चन है साडे कोल, परीक्षित मेक्स द क्यूबॉइड ऑफ अ प्लास्टिन ऑफ साइड 5 सेंटीमीटर 2 सेंटीमीटर एंड 5 सेंटीमीटर, हाउ मेनी सच क्यूबॉइड्स विल he need to form a cube, यानी किन्ने क्यूबॉइड होने चाहिए क्यूब बनाने दे लई। वॉल्यूम ऑफ क्यूब। नेक्स्ट अपने को फाइंड द क्यूब रूट ऑफ 13824 बाय प्राइम फैक्टराइजेशन मेथड। देखो जदों तुसी एलसीएम या फैक्टर बनाने ने ਤਾਂ ਹਮੇਸ਼ਾ ਤੁਸੀਂ ਯਾਦ ਰੱਖਣਾ ਹੈ ਜਿਹਦੇ ਵਿੱਚ 0 2 4 6 8 ਲੱਗ ਜੇ, ਇਹ ਕਿੱਥੇ ਡਿਵਾਈਡ ਹੋਊਗਾ 2 ਤੇ, ਐਂਡ ਜਿਹਦੇ ਵਿੱਚ 1 3 5 7 9 ਇਹ ਡਿਜਿਟ ਲੱਗ ਜੇ, ਇਹ 3 ਤੇ ਵੀ ਹੋ ਸਕਦਾ ਹੈ, 5 ਤੇ ਵੀ, 7 ਤੇ ਵੀ, 9 ਤੇ ਵੀ। ਪਰ ਤੁਸੀਂ ਸਟਾਰਟਿੰਗ ਕਰਨੀ ਹੈ ਹਮੇਸ਼ਾ ਛੋਟੇ ਡਿਜਿਟ ਤੋਂ, ਜਿਸ ਤਰ੍ਹਾਂ ਇੱਥੇ 2 ਤੋਂ ਸਟਾਰਟ ਕਰਿਆ ਹੋਇਆ। ਸੋ ਇਸ ਤਰੀਕੇ ਨਾਲ ਜਦ ਤੁਸੀਂ ਕਰਦੇ ਜਾਓਗੇ ਤਾਂ ਤੁਹਾਡੇ ਕੋਲ ਜੋ ਵੀ ਇੱਥੇ ਫੈਕਟਰਾਈਜ਼ ਬਣਨਗੇ ਉਹਨਾਂ ਨੂੰ ਤੁਸੀਂ ਪੇਅਰ ਬਣਾ ਕੇ ਇਸ ਦਾ बाहर कढ़ लेना। जो पेयर बनाओगे तो तुहाडे कोल इस तरीके से पेयर बन के आउणगे, तो इन्हां नूं मल्टीप्लाई करोगे जिन्ना आंसर आऊगा 24। तो इट मीनस की होया 24 नूं जदों असीं 3 वारी आपस में मल्टीप्लाई करांगे तो साडे कोल आंसर आऊगा 13824। सोहन बाउट अ सेकंड हैंड बाइसाइकल for ₹700 and sold it 770, what is his gain percent? सोहन ने 700 रुपए का साइकिल खरीदिया, 770 ਦੇ ਵਿੱਚ ਵੇਚਿਆ, तो प्रॉफिट ਅਸੀਂ देखना किन्ने परसेंट होया। देखो गेन ਦਾ ਜਿਹੜਾ फार्मूला अपने को SP माइनस CP, सैलिंग प्राइस ਦੇ ਵਿੱਚੋਂ ਪਹਿਲਾਂ ਕੋਸਟ ਪ੍ਰਾइस माइनस कर ਦਾਂਗੇ, आंसर ਸਾਡੇ ਕੋਲ ਆਊਗਾ 70। ਫਿਰ परसेंटेज ਕੱਢਣ ਲਈ ਸਾਡੇ ਕੋਲ गेन मल्टीप्लाई 100 अपॉन CP, ਸੋ ਇਹ परसेंटेज ਦਾ फार्मूला ਲਾ ਕੇ ਸਾਡੇ ਕੋਲ आंसर ਆ ਜਾਊਗਾ 10%। नेक्स्ट है जी अपने को एन आइटम मार्क्ड एट ₹840 is sold for ₹714, what is this the discount? डिस्काउंट ਕੱਢਣ ਲਈ ਅਸੀਂ ਕੀ ਕਰਨੇ ਆ, ਮਾਰਕ ਪ੍ਰਾइस ਦੇ ਵਿੱਚੋਂ ਮਾਈਨਸ ਸੈਲਿੰਗ ਪ੍ਰਾइस ਕਰਦੇ ਆ, तो आंसर आ जाएगा साडे कोल 126। नेक्स्ट है जी अपने कोल 3:4 इज कन्वर्टेड टू परसेंटेज। रेशियो ਨੂੰ ਜਦੋਂ ਅਸੀਂ परसेंटेज कन्वर्टेड करना है तो ਅਸੀਂ करना है 3.4 मल्टीप्लाई 100, इसकी कटिंग कर दांगे 25 एंड आंसर आ जाएगा साडे कोल ਇੱਥੇ 3 ने मल्टीप्लाई करके 75%। नेक्स्ट है साडे कोल अ शॉपकीपर बाइज 80 आर्टिकल्स फॉर ₹2400 एंड सेल्स देम फॉर अ प्रॉफिट 16%, फाइंड द सेलिंग प्राइस ऑफ वन आर्टिकल। शॉपकीपर ने 80 आर्टिकल्स बाय कीते 2400 रुपए दे एंड सेल कीते उसनु 16% दे नाल, फाइंड द सेलिंग प्राइस। तो इसनु सॉल्व करने ਲਈ ਪਹਿਲਾਂ देखो कॉस्ट प्राइस ऑफ 80 आर्टिकल्स 2400, प्रॉफिट 16%, सेलिंग प्राइस ਦਾ फार्मूला 100 प्लस प्रॉफिट परसेंट अपॉन 100 मल्टीप्लाई कॉस्ट प्राइस। सो 80 आर्टिकल ਦਾ ਇੱਥੇ ਫਾਰਮੂਲਾ ਲਗਾ ਕੇ ਇਸ ਨੂੰ ਸੋਲਵ ਕਰਾਂਗੇ, ਆਨਸਰ ਆ ਜਾਊਗਾ ਸਾਡੇ ਕੋਲ ₹2784। ਨੈਕਸਟ 1 ਆਰਟੀਕਲ ਦਾ ਕੱਢਾਂਗੇ, 1 ਆਰਟੀਕਲ ਨਾਲ ਕਰਨ ਦੇ ਲਈ ਸਾਨੂੰ ਕੀ ਕਰਨਾ ਪਊਗਾ, ਇਹਨਾਂ ਨੂੰ डिवाइड कर देंगे। सो आंसर आ जाएगा साडे कोल ₹34.80। नेक्स्ट अपने कोल टीवी वाज बाउट एट अ प्राइस ऑफ ₹21,000 आफ्टर 1 ईयर, the value of TV was depreciated by 5%, find the value of the TV after 1 year। कहते टीवी खरीदा गया 21,000 रुपए का, 1 साल बाद 5% ਜਿਹੜੀ वैल्यू है वो नीचे गिर गई, find the value of, ਹੁਣ ਤੁਸੀਂ 1 ਸਾਲ ਬਾਅਦ ਉਹਦੀ वैल्यू ਦੱਸਣੀ ਹੈ ਕਿੰਨੀ ਹੈ। cost price 21,000, ਪਹਿਲਾਂ 5% ਕੱਢ ਦਾਂਗੇ, ਉਹਦਾ ਆਨਸਰ ਆ ਜਾਊਗਾ ਸਾਡੇ ਕੋਲ 5% ਦਾ ₹1,050। ਉਹ ਇਸ ਨੂੰ ਟੋਟਲ ਦੇ ਵਿੱਚੋਂ ਮਾਈਨਸ ਕਰ ਦਾਂਗੇ ਤਾਂ ਆਨਸਰ ਆ ਜਾਊਗਾ ਸਾਡੇ ਕੋਲ ₹19,950। ਨੈਕਸਟ ਹੈ ਜੀ ਆਪਣੇ ਕੋਲ ਦਾ ਪ੍ਰਾਈਸ ਆਫ ਅ ਸਕੂਟਰ ਵਾਸ ₹34,000 ਲਾਸਟ ਈਅਰ, ਇਟ ਹੈਜ਼ ਇਨਕਰੀਜ਼ਡ ਬਾਈ 20% ਦਿਸ ਈਅਰ, what is the price now? ਕਹਿੰਦੇ ਸਕੂਟਰ 34,000 ਰੁਪਏ ਦਾ ਲਾਸਟ ਈਅਰ ਉਹਦਾ ਪ੍ਰਾਈਸ ਜਿਹੜਾ 34,000 ਸੀ, ਇਨਕਰੀਜ਼ਡ ਹੋ ਕੇ ਹੁਣ ਉਹ 20% ਉਹਦਾ ਰੇਟ ਵੱਧ ਗਿਆ। ਸੋ ਹੁਣ ਉਹਦਾ ਪ੍ਰਾਈਸ ਕੀ ਹੋਊਗਾ, ਸੋ ਇਸ ਨੂੰ ਸੋਲਵ ਕਰਨ ਲਈ ਦੇਖੋ 20% ਦੇ ਹਿਸਾਬ ਨਾਲ ਪਹਿਲਾਂ ਉਹਦਾ ਰੇਟ ਕੱਢ ਦੇਣਾ, ਕਿੰਨਾ ਹੋਇਆ ₹6,800, ਇਹ ਉਹਦਾ 20% ਨਿਕਲ ਆਊਗਾ। ਜਦੋਂ ਵੀ ਪਰਸੈਂਟੇਜ ਕੱਢਣੀ ਹੈ ਤਾਂ ਹਮੇਸ਼ਾ ਕੀ ਕਰਨਾ ਹੈ, ਜਿੰਨੇ ਪਰਸੈਂਟੇਜ ਕਹੀ ਹੈ 20/100 ਮਲਟੀਪਲਾਈ ਜਿੰਨੀ ਉਸਨੇ ਤੁਹਾਨੂੰ ਵੈਲਿਊ ਦਿੱਤੀ ਹੋਊਗੀ ਉਹ ਲਗਾ ਦੇਣੀ ਹੈ, ਫਿਰ ਇਸਦੀ ਕਟਿੰਗ ਕਰ ਦੇਣੀ ਹੈ ਔਰ ਮਲਟੀਪਲਾਈ ਕਰਕੇ ਆਂਸਰ ਆ ਜਾਣਾ ਸਾਡੇ ਕੋਲ 6,800। ਨਾਓ ਨਿਊ ਪ੍ਰਾਈਸ ਆਫ ਸਕੂਟਰ, ਇਸ ਨੂੰ ਤੁਸੀਂ ਪਲੱਸ ਕਰ ਦੇਣਾ, ਵੈਲਿਊਜ਼ ਨੂੰ ਪਲੱਸ ਕਰਕੇ ਆਂਸਰ ਆ ਜਾਊਗਾ ਸਾਡੇ ਕੋਲ 40,800।
rupees. Next है साढ़े कोल I purchased the hair dryer for rupees 5,400 including 8% VAT. Find the price before VAT was added. कहते मैं एक हेयर ड्रायर खरीदिया 5400 रुपए ਦਾ 8% ਉੱਤੇ VAT यानी टैक्स ਲੱਗਿਆ ਤੇ टैक्स ਲੱਗਣ ਤੋਂ ਬਾਅਦ ਉਸ ਦਾ ਪ੍ਰਾਈਸ ਕਿੰਨਾ ਹੋ ਗਿਆ। Let the price of hair dryer without VAT ਮੰਨ ਲਓ rupees 100. The price of hair dryer including VAT rupees 100 plus rupees 100 multiply 8.100 क्योंकि 8.100 क्यों है क्योंकि उसकी परसेंटेज ਦਿੱਤੀ ਹੈ। सो आंसर आ जाएगा ਸਾਡੇ ਕੋਲ 108 क्योंकि ਇੱਥੇ 100 ਨਾਲ 100 ਦੀ ਕਟਿੰਗ ਹੋ ਗਈ and 108 ਨੂੰ ਪਲੱਸ ਕਰ ਦਿੱਤਾ। नेक्स्ट if the price including VAT is 108 the price without VAT ਕਿੰਨਾ ਸੀਗਾ 100 if the price including VAT is rupees 1 ਕਹਿੰਦਾ ਜੇ 1 ਰੁਪਏ ਹੋਵੇ then price without VAT ਕਿੰਨਾ ਹੋਊਗਾ ਇਸ ਨੂੰ ਅਪੋਨ ਕਰ ਦੇਣਾ ਡਿਵਾਈਡ ਕਰ ਦੇਣਾ। now ਲਾਸਟ ਵਿੱਚ ਅਸੀਂ ਲਿਖਣਾ if the price including VAT is rupees 5,400 then price without VAT so 100 upon 108 multiply 5,400 ਇਸ ਨੂੰ ਜਦ ਤੁਸੀਂ ਕਟਿੰਗ ਕਰੋਗੇ ਤਾਂ ਸਾਡੇ ਕੋਲ ਆਨਸਰ ਆਊਗਾ 5,000। नेक्स्ट है साढ़े को शॉपकीपर परचेज 200 बल्ब for rupees 10 each. However, 5 बल्ब were fused and had to be thrown away. कहना शॉपकीपर ने 200 बल्ब परचेज किए 10 रुपए का एक बल्ब पिया उसनू 5 बल्ब ਉਹਦੇ ਚੋਂ ਫਿਊਜ਼ ਹੋ ਗਏ ਤੇ ਉਸਨੇ ਘੇੜ ਦਿੱਤੇ। The remaining were sold at rupees 12 ਰੁਪਏ ਚ ਉਹ ਜਿੰਨੇ ਬਾਕੀ ਬਚੇ ਉਹਨੇ 12 ਰੁਪਏ ਦੇ ਸੇਲ ਕਰ ਦਿੱਤੇ। ਫਾਈਂਡ ਦਾ ਗੇਨ ਔਰ ਲੋਸ ਉਸ ਨੂੰ ਦੇਖਣਾ ਕਿ ਅਸੀਂ ਪ੍ਰੋਫਿਟ ਹੋਇਆ ਜਾਂ ਲੋਸ ਹੋਇਆ। ਸੋ ਪਹਿਲਾਂ ਅਸੀਂ ਲਿਖਾਂਗੇ ਕੋਸਟ ਪ੍ਰਾਈਸ ਆਫ 200 ਬੱਲਬ 200 ਬੱਲਬ ਉਹਨੂੰ ਕਿੰਨੇ ਰੁਪਏ ਦੇ ਪਏ ਮਲਟੀਪਲਾਈ 10 ਨਾਲ ਕਰਕੇ ਸਾਡੇ ਕੋਲ ਆਨਸਰ ਆਊਗਾ 2000। ਫਿਊਜ਼ਡ ਹੋ ਗਏ ਸਾਡੇ ਕੋਲ 5 ਬੱਲਬ ਫਿਊਜ਼ ਹੋ ਕੇ ਸਾਡੇ ਕੋਲ ਲੈਫਟ ਰਹਿ ਗਏ 200 ਚੋਂ 5 ਮਾਈਨਸ ਕੀਤੇ ਆਨਸਰ ਆ ਜਾਊਗਾ ਸਾਡੇ ਕੋਲ 195। ਤੇ ਸੈਲਿੰਗ ਪ੍ਰਾਈਸ ਆਫ 195 ਬੱਲਬ ਉਸਨੇ 12 ਰੁਪਏ ਦੇ ਹਿਸਾਬ ਨਾਲ ਸੇਲ ਕੀਤੇ ਸੀ ਮਲਟੀਪਲਾਈ ਕਰ ਦੋ ਆਨਸਰ ਆ ਗਿਆ ਸਾਡੇ ਕੋਲ 2340। ਸੋ ਗੇਨ ਕੱਢਣ ਦੇ ਲਈ ਸੈਲਿੰਗ ਪ੍ਰਾਈਸ ਮਾਈਨਸ ਕੋਸਟ ਪ੍ਰਾਈਸ ਆਨਸਰ ਆਇਆ ਸਾਡੇ ਕੋਲ ਰੁਪੀਸ 340। परसेंटेज ਕੱਢਣ ਦੇ ਲਈ ਗੇਨ ਮਲਟੀਪਲਾਈ 100 ਅਪੋਨ CP ਇਸ ਦਾ ਫਾਰਮੂਲਾ ਲਗਾ ਕੇ ਸਾਡੇ ਕੋਲ ਪਰਸੈਂਟੇਜ ਆ ਗਈ 17%। ਨੈਕਸਟ ਆ ਫੈਬੀਨਾ borrows rupees 12,500 at 12% per annum for 3 years at simple interest। ਕਹਿੰਦੇ ਫੈਬੀਨਾ ਨੇ 12,500 ਰੁਪਏ 12% ਤੇ ਲਏ 3 ਸਾਲ ਦੇ ਲਈ ਸਿੰਪਲ ਇੰਟਰਸਟ ਦੇ ਉੱਪਰ ਐਂਡ ਰਾਧਾ borrows the same amount for the same time period ਤੇ ਰਾਧਾ ਨੇ ਵੀ ਉਨੇ ਹੀ ਪੈਸੇ ਲਏ same amount same time period। इसने ले 10% पर एनम ਦੇ ਹਿਸਾਬ ਨਾਲ compounded only इसने compounded interest ਲਿਆ। who pays more interest and by how much। ਹੁਣ ਇਸ ਕੁਐਸਚਨ ਦੇ ਵਿੱਚ compound interest ਕਿਵੇਂ ਕੱਢਣਾ ਹੈ ਤੇ ਸਿੰਪਲ ਕਿਵੇਂ ਕੱਢਣਾ ਹੈ ਦੋਨੋਂ ਹੀ ਮੈਥਡ ਸਮਝਾਏ ਹੋਏ ਨੇ। ਤੁਹਾਨੂੰ ਕੁਐਸਚਨ ਕੋਈ ਵੀ ਆ ਜਾਏ ਤੁਸੀਂ ਇਸ ਤਰੀਕੇ ਨਾਲ ਸੋਲਵ ਕਰ ਸਕਦੇ ਹੋ। ਸੋ ਸਿੰਪਲ ਕੀ ਹੈ ਸਾਡੇ ਕੋਲ ਫॉर ਫੈਬੀਨਾ ਪ੍ਰਿੰਸੀਪਲ ਹੈ 12500 rate of interest 12% time 3 years simple interest ਦਾ ਫਾਰਮੂਲਾ P multiply R multiply T upon 100 वैल्यू पुट करके कटिंग करके साढ़े को आंसर आ जाएगा रुपीज 4500। राधा दे लिए प्रिंसिपल कितना है 12500 रेट ऑफ इंटरेस्ट है 10% टाइम हैगा 3 साल ਦਾ कितना टाइम ਦੇ ਲਈ 3 years ਤੇ ਵੈਲਿਊ ਪੁੱਟ ਕਰ ਦਾਂਗੇ ਵੈਲਿਊ ਪੁੱਟ ਕਰਕੇ ਸਾਡੇ ਕੋਲ ਆਨਸਰ ਆ ਜਾਊਗਾ 16,637.50 ਰੁਪੀਸ। ਕੰਪਾਊਂਡ ਇੰਟਰਸਟ ਕਟਾਂਗੇ ਅਮਾਉਂਟ ਵਿੱਚੋਂ ਪ੍ਰਿੰਸੀਪਲ ਮਾਈਨਸ ਕਰਕੇ ਆਨਸਰ ਆਇਆ ਸਾਡੇ ਕੋਲ 4,137 ਰੁਪੀਸ। ਸੋ ਫੈਬੀਨਾ ਪੇਜ਼ ਮੋਰ ਇੰਟਰਸਟ ਅਮਾਉਂਟ ਆਫ ਇੰਟਰਸਟ ਮੋਰ ਪੇਡ ਬਾय ਫੈਬੀਨਾ ਕਿੰਨਾ ਜ਼ਿਆਦਾ ਦੇ ਰਹੀ ਹੈ 362 362.50 ਰੁਪੀਸ। Next question, which identity will be used to find out the value of 153 the square minus 147 the square। देखो ਜਦੋਂ ਵੀ ਕੋਈ ਇਸ ਤਰ੍ਹਾਂ ਹੀ ਤੁਹਾਨੂੰ ਆਇਡੈਂਟੀ ਪੁੱਛਣ ਵਾਲਾ ਕੁਐਸਚਨ ਆਉਂਦਾ ਤੁਸੀਂ ਦੇਖਣਾ ਵੀ ਕੀ ਹੈ ਇੱਥੇ ਸਕੁਅਰ ਲੱਗਿਆ ਔਰ ਦੂਜੀ ਸਾਈਡ ਵੀ ਸਕੁਅਰ ਲੱਗਿਆ तो इट मींस ਕੀ ਹੋਇਆ a square minus b square is equal to a plus b a minus b। next the length of a rectangle is 4ab if its breadth is 5bc what is its area। देखो rectangle of area ਦਾ ਫਾਰਮੂਲਾ ਹੁੰਦਾ l multiply b ਤੁਸੀਂ 4 ਨੂੰ ਪਹਿਲਾਂ 5 ਨਾਲ ਮਲਟੀਪਲਾਈ ਕਰਨਾ ਹੈ ਆਨਸਰ ਆਊਗਾ ਤੁਹਾਡੇ ਕੋਲ 20 ਐਂਡ b ਦੇਖੋ ਕਿੰਨੇ ਨੇ ਆਪਣੇ ਕੋਲ ਇਸ ਸਾਈਡ ਵੀ ਹੈ b ਹੋ ਗਏ 2 ਇਟ ਮੀਨਸ b ਦਾ ਸਕੁਅਰ ਨਾਲ ਆਪਣੇ ਕੋਲ a and c ਇਸ ਨੂੰ ਤੁਸੀਂ ਚਲੋ ਸਹੀ ਕਰਕੇ ਲਿਖੋਗੇ ਫਿਰ ਆਨਸਰ ਬਣੂਗਾ ਸਾਡੇ ਕੋਲ 20ab square c। next which of the following identities will be used to find the value of 71 ਦਾ square। ਕਿਹੜੀ ਆਇਡੈਂਟੀ ਕਹਿੰਦਾ ਯੂਜ਼ ਕਰਾਂਗੇ ਜਦੋਂ ਅਸੀਂ 71 ਦਾ ਸਕੁਅਰ ਸੋਲਵ ਕਰਨਾ ਹੋਵੇ ਤਾਂ ਸਿੰਪਲ ਗੱਲ ਹੈ 71 ਦੇ ਸਕੁਅਰ ਨੂੰ ਅਸੀਂ ਕਿਵੇਂ ਲਿਖਾਂਗੇ 70 + 1 ਦਾ ਹੋਲ ਸਕੁਅਰ। ਸੋ ਇਹ ਬਣ ਗਈ ਸਾਡੇ ਕੋਲ a + b square is equal to a square plus 2ab plus b square।
ਜੇ ਸੋਲਵ ਕਰਨ ਲਈ ਵੀ ਆ ਜਾਂਦਾ ਤੁਸੀਂ ਇੱਥੇ ਕੀ ਕਰਨਾ ਹੈ, ਵੈਲਿਊ ਪੁੱਟ ਕਰਨੀ ਹੈ a ਸਕੁਅਰ ਪਲੱਸ 2ab ਪਲੱਸ b ਸਕੁਅਰ। ਇਹ ਸਾਡੇ ਕੋਲ a ਦੀ ਵੈਲਿਊ ਐਂਡ b ਦੀ ਵੈਲਿਊ। a ਦੀ ਵੈਲਿਊ 70 ਦਾ ਸਕੁਅਰ ਪਲੱਸ 2, ਫਿਰ a ਦੀ ਵੈਲਿਊ 70, b ਦੀ ਵੈਲਿਊ 1 ਪਲੱਸ b ਦੀ ਵੈਲਿਊ 1 ਦਾ ਸਕੁਅਰ। 70 ਦਾ ਸਕੁਅਰ ਮੀਨਸ ਕੀ ਹੋਇਆ, 70 ਨੂੰ 70 ਨਾਲ ਮਲਟੀਪਲਾਈ ਕਰਨਾ, ਆਨਸਰ ਆ ਜਾਏਗਾ ਸਾਡੇ ਕੋਲ 4900 ਪਲੱਸ ਇਸ ਨੂੰ ਮਲਟੀਪਲਾਈ ਕਰ ਦਾਂਗੇ 140 ਪਲੱਸ 1 प्लस करके साडे कोल आंसर आएगा 5041। नेक्स्ट क्वेश्चन, विच आइडेंटिटी इज यूज्ड टू फाइंड द प्रोडक्ट 2y प्लस 5 द होल स्क्वायर। सेम वही क्वेश्चन है, आइडेंटिटी साडे कोल यूज होगी a प्लस b द होल स्क्वायर, a स्क्वायर प्लस 2ab प्लस b स्क्वायर। इसनु सॉल्व करके देख लेने आ। a दी वैल्यू 2y, b दी वैल्यू 5। चलो फार्मूले पुट करांगे तां 2y दा स्क्वायर प्लस 2, a दी वैल्यू 2y, b दी वैल्यू 5 प्लस फिर b दी वैल्यू 5 दा स्क्वायर। 2y दा स्क्वायर मींस 4y दा स्क्वायर प्लस इसको मल्टीप्लाई करांगे तो आंसर आऊगा साडे कोल 20y प्लस 5y दा 25। सो इक्वेशन साडे कोल बन जूगी। ये मैं अपने वालों इत्थे सॉल्व करके दिखा रहा हूं। जे तुहानू इस तरीके दा क्वेश्चन आऊगा तो तुसी इस तरह सॉल्व कर सकते हो। नेक्स्ट, द लेंथ, ब्रेथ एंड हाइट ऑफ ए क्यूबॉइड आर 5a, 2b एंड 3c रिस्पेक्टिवली। Which of the following is equal to its volume? तो वॉल्यूम का फार्मूला लगा देना है, वॉल्यूम ऑफ क्यूबॉइड। वॉल्यूम ऑफ क्यूबॉइड का फार्मूला L मल्टीप्लाई B मल्टीप्लाई H। तो इसमें मल्टीप्लाई करके आंसर आ जाएगा साढ़े को 30abc। नेक्स्ट साढ़े को यूजिंग सुटेबल आइडेंटिटी इवैल्यूएट 998 द स्क्वायर। सो इसमें तुसी किवें लिखोगे 1000 माइनस 2 द होल स्क्वायर बना के फिर वही a माइनस b द होल स्क्वायर फार्मूला लगा के इस तरह वैल्यू पुट करके साढ़े को आंसर आ जाएगा 996004। इस तरीके नाल जे तुसी पॉइंट वाला आ जाए तो उसको इस तरीके नाल सॉल्व कर देना। नेक्स्ट अपने को शो दैट 9p माइनस 5q द होल स्क्वायर प्लस 180pq इज इक्वल टू 9p प्लस 5q द होल स्क्वायर। सिंपल गल है, जिथे होल स्क्वायर आ गया बस उत्थे तुसी जिहड़ा फार्मूला है वो a प्लस b द होल स्क्वायर वाला लगा देना। और इस तरीके जब तुसी वैल्यू पुट कर दोगे, पहला लेफ्ट हैंड साइड फिर राइट हैंड साइड भी फार्मूला लगाना, फिर फ्रॉम 1 एंड 2 लेफ्ट हैंड साइड साडे को वैल्यू आई है 81p स्क्वायर प्लस 90pq प्लस 25q द स्क्वायर एंड राइट साइड में साडे को सेम वैल्यू है। सो इस करके की हो गया लेफ्ट हैंड साइड इक्वल राइट हैंड साइड। नेक्स्ट अपने को द एडिशन ऑफ -7pq एंड 2pq is 5pq। ये दसना सी इसका आंसर सही है। चलो इसमें एडिशन करना, देखो -7pq प्लस 2pq प्लस माइनस 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 करके आंसर आ जाएगा साढ़े को 5 बड़े अगे साइन की है माइनस दा नाल pq एज इट इज लिख देना। सो आंसर क्या होगा साढ़े को -5pq। सो ये आंसर इसका नहीं है। नेक्स्ट क्या साढ़े को द लाइक टर्म ऑफ 4mqn स्क्वायर इज। लाइक टर्म की होगी जिहड़ी इस दे नाल दी सेम दिखती है वो की आ साढ़े को mq एंड n स्क्वायर। सो ये किहदे विच है mq एंड n स्क्वायर। सो आंसर इज C। नेक्स्ट अपने को विच आर द लाइक पेयर्स। लाइक पेयर दे विच की देखना है, वेरिएबल जिन्हां पिछे सेम लगे होण। डिजिट दा कोई इशू नहीं है, जिहदे पिछे वेरिएबल सेम लगे होण। जिवें D ऑप्शन दे विच दिता है x और दूजे विच भी है x। सो दैट इज द आंसर। नेक्स्ट विच आर द लाइक पेयर, फिर लाइक पेयर देखना सी। सो देखो लाइक पेयर दे विच की है xyz द स्क्वायर एंड xyz द स्क्वायर। ये लाइक पेयर्स ने, सो इसका आंसर हो गया B। नेक्स्ट अपने को सबट्रैक्शन ऑफ 7xy फ्रॉम 3xy। जेड़ा फ्रॉम तो बाद लिखिया उसमें तुसी पहला लिखना है 3xy, ਇਹਦੇ ਵਿੱਚੋਂ ਕੀ ਮਾਈਨਸ ਕਰਨਾ ਹੈ 7xy। बस इस गल का ध्यान रखना है ਜਦੋਂ माइनस करना है फ्रॉम तो बाद जो लिखा होगा पहला लिखना है और जो पहला लिखा उसको बाद विच लिखना है। तो इसको माइनस करांगे न्यूमेरिकल तुसी ध्यान रखना है न्यूमेरिकल ही माइनस करने हैं। 7 चो 3 के 4 बड़े अगे साइन माइनस दा पिछे xy एज इट इज लगा देना। सो आंसर आ जाएगा साडे कोल -4xy। सो नेक्स्ट आ साडे कोल सम ऑफ 7x एंड 4y। 7x एंड 4y इसका जो सम करांगे तो कई स्टूडेंट इत्थे गलती की करते हैं 7 और 4 नु प्लस कर देंगे और xy नाल लिख देंगे। दैट इज द रॉन्ग आंसर। प्लस सिर्फ उसे कंडीशन च होगा जदों तुहाडे कोल पिछे वेरिएबल जिहड़ा सेम लग्या, जे इस साइड भी x लग्या तो दूजी साइड भी x लग्या होना चाहिए। जे इस साइड y लग्या तो दूजी साइड भी y ही लग्या होना चाहिए। जदों अलग-अलग तुहाडे कोल क्वेश्चन आ जाए अलग-अलग वेरिएबल वाला तो वो जिहड़ा प्लस का साइन पा के छड़ देना, जिवें इत्थे आंसर 7x प्लस 4y बन गया, पर उसको प्लस कदे भी नहीं करना। नेक्स्ट एडिशन ऑफ टर्म a माइनस b, b माइनस c एंड c माइनस a। इसको सॉल्व करने का सिंपल मैथड की है
a माइनस b जिथे कोमा आ गया, जे एडिशन कही है तो तुसी प्लस लगा दो जिथे कोमा आ गया, जे उन्हें सबट्रैक्ट किया तो उत्थे माइनस लगा दो। नैक्सट असं लिखांगे b माइनस c, फिर एंड आ गया, इहदी जगह भी तुसी प्लस लगा दो, फिर c माइनस a, फिर सेम वाले डिजिट जेडे सेम वैल्यूज आ उहनूं एक जगह लिख दो, जिवें इत्थे a आ पहला a, फिर उस तो बाद इहदे नाल दा a कित्थे आ लास्ट विच आ, उहदे अगे जिहड़ा साइन है वो नाल लेके आना है माइनस a, फिर नैक्सट असं लिखांगे माइनस b, फिर नैक्सट प्लस b, फिर नैक्सट माइनस c एंड प्लस c, a माइनस a खत्म, b माइनस b, प्लस माइनस माइनस हो गया खत्म हो गए, फिर प्लस माइनस माइनस सी चो सी के 0, सो वैल्यू आ गई अपने को 0। नैक्सट अपने को प्रोडक्ट ऑफ 5x एंड 4x स्क्वायर, 5 ਨੂੰ प्रोडक्ट ਦਾ मीन्स की है मल्टीप्लाई, 5 ਨੂੰ 4 ਨਾਲ मल्टीप्लाई कर देना 20, ਇੱਥੇ x स्क्वायर है इधर सिंगल है, सो पावर होगी अपने को x दी q, सो आंसर हो गया 20x क्यूब। मल्टीप्लिकेशन ऑफ 3y एंड 2y प्लस 7xy, जो इस तरह एक ब्रैकेट दे विच आ गए, वो एक विदाउट ब्रैकेट था, तुसी किवें करना है 3y ब्रैकेट पहला एज इट इज लिख लेनी है, फिर 3 ਨੂੰ पहला 2 ਨਾਲ मल्टीप्लाई करना है 6y ਨੂੰ y ਨਾਲ y स्क्वायर प्लस फिर 3 ਨੂੰ 7 ਦੇ ਨਾਲ 21, फिर वेरिएबल ਨੂੰ वेरिएबल ਦੇ ਨਾਲ y ਇਹਦੇ ਵਿੱਚ 2 ਨੇ ਦਾ y ਸਕੁਅਰ x ਨਾਲ, ਸੋ ਇਹਨੂੰ ਸੈੱਟ ਕਰਕੇ ਕਿਵੇਂ ਲਿਖਣਾ ਹੈ 6y ਸਕੁਅਰ ਪਲਸ 21xy ਸਕੁਅਰ, ਕਿਉਂਕਿ x ਹਮੇਸ਼ਾ ਅਲਫਾਬੈਟਿਕ ਦੇ ਤੌਰ ਤੇ ਪਹਿਲਾਂ ਆਉਂਦਾ, ਇਸ ਕਰਕੇ ਅਸੀਂ ਇੱਥੇ ਪਹਿਲਾਂ ਲਿਖਣਾ, ਸੋ ਆਨਸਰ ਸਾਡੇ ਕੋਲ ਬਣ ਗਿਆ 6y ਸਕੁਅਰ ਪਲਸ 21xy ਸਕੁਅਰ। ਨੈਕਸਟ ਆ ਜੀ ਆਪਣੇ ਕੋਲ ਵਿਚ ਆਫ ਦਾ ਫੋਲੋਇੰਗ ਫਿਗਰ ਰਿਪਰੈਜ਼ੈਂਟ ਦਾ ਟੌਪ ਵਿਊ ਆਫ ਦਾ ਫਿਗਰ गिवन below, ਕਿਹੜੀ ਫਿਗਰ ਸਾਨੂੰ ਟੌਪ ਵਿਊ ਦਿਖਦਾ, ਸੋ ਆਨਸਰ ਆ ਜੀ ਆਪਣੇ ਕੋਲ ਥਰਡ ਪਿਕਚਰ ਦੇ ਵਿੱਚ ਆਪਣੇ ਕੋਲ ਜਿਸ ਤਰ੍ਹਾਂ ਇੱਥੇ टॉप व्यू दिखता है। नेक्स्ट विच ऑफ द फॉलोइंग फिगर रिप्रेजेंट द साइड व्यू ऑफ द फिगर, साइड व्यू ਦੇ ਵਿੱਚ ਆਨਸਰ ਆ ਸਾਡੇ ਕੋਲ ऑप्शन नंबर सेकंड ਦੇ ਵਿੱਚ ਵੀ ਦੇਖੋ ਇਸ ਨੂੰ ਅਸੀਂ ਸਾਈਡ ਹੀ ਮੰਨਦੇ ਹਾਂ। ਨੈਕਸਟ ਵਿਚ ਆਫ ਦਾ ਫੋਲੋਇੰਗ ਫਿਗਰ ਰਿਪਰੈਜ਼ੈਂਟ ਫਰੰਟ व्यू ਦੇ ਵਿੱਚ ਸਾਡੇ ਕੋਲ ਪਿਕਚਰ ਹੈਗੀ ਆ ਆਪਸ਼ਨ ਨੰਬਰ 1 ਤੇ, ਇਸ ਨੂੰ ਅਸੀਂ ਕਹਿੰਦੇ ਹਾਂ ਫਰੰਟ व्यू। ਨੈਕਸਟ ਅ ਸੋਲਿਡ ਹੈਜ਼ 5 ਫੇਸਿਸ ਐਂਡ 9 ਐਜਿਸ, फाइंड द नंबर ऑफ इट्स वर्टिक्स, जो वर्टिक्स पता करने हैं फिर साडे कोल यूलर्स फार्मूला लगाना है f plus v is equal to e plus 2, f दी वैल्यू 5, e दी वैल्यू 9, v सानू पता नहीं, यूलर फार्मूला लगा के f plus v is equal to e plus 2, f दी वैल्यू 5 plus v is equal to 9 plus 2, सो v ਇੱਥੇ 5 ਜਿਹੜਾ ਦੂਜੀ ਸਾਈਡ ਜਾ ਕੇ ਕੀ ਹੋ ਜਾਊਗਾ ਆਪਣੇ ਕੋਲ ਮਾਈਨਸ, तो 9 plus 2 11 minus 5 is equal to answer 6, so number of vertices ਹੋ ਗਏ ਸਾਡੇ ਕੋਲ 6। next ਆਪਣੇ ਕੋਲ solid has 9 faces and 9 vertices, find the number of its edges, so ਉਸੇ ਤਰੀਕੇ ਨਾਲ f plus v is equal to e plus 2 ਵੈਲਿਊ ਭਰ ਕੇ ਜਦ ਆਨਸਰ ਆ ਜਾਊਗਾ ਸਾਡੇ ਕੋਲ 16। next ਆ ਸਾਡੇ ਕੋਲ solid has 10 vertices and 15 edges, find the number of its faces, ਜਦੋਂ faces ਕੱਢਨੇ ਆ ਫਿਰ ਅਸੀਂ faces ਨੂੰ blank ਛੱਡ ਦੇਣਾ, तो वही फार्मूला लगा के वैल्यू कट देंगे। नेक्स्ट विच ऑफ द फॉलोइंग इज द पेरीमीटर ऑफ द गिवन फिगर, पेरीमीटर कटना जो तो स्क्वायर दी शेप है तो पेरीमीटर ऑफ स्क्वायर होता है 4 मल्टीप्लाई साइड दी है अपने को 8 सेंटीमीटर, मल्टीप्लाई करके आंसर आ जाएगा 32 सेंटीमीटर। नेक्स्ट द रेडियस ऑफ a cylindrical can is r and height is h, which of the following is the lateral surface area of this can, LS ਦੇ ਆਫ ਸਿਲੰਡਰ ਦਾ ਦੇਖਣਾ ਸੀ, ਆਨਸਰ ਹੁੰਦਾ ਹੈ 2 pi RH। ਨੈਕਸਟ ਦਾ ਵੋਲਿਊਮ ਆਫ ਅ ਕਿਊਬਿਕਲ ਬਾਕਸ ਇਜ਼ 64 ਸੈਂਟੀਮੀਟਰ ਕਿਊਬ, what is the length of one edge of this box, so length of one edge ਕੱਢਣ ਦੇ ਲਈ ਕੀ ਕਰਾਂਗੇ ਵੋਲਿਊਮ ਦਾ Q ਕੱਢ ਲਾਂਗੇ, ਵੋਲਿਊਮ ਦਿੱਤਾ ਸਾਡੇ ਕੋਲ 64 ਔਰ Q ਹੁੰਦਾ ਇਸ ਦਾ 4 ਸੈਂਟੀਮੀਟਰ। Next, which of the following represent the formula for area of a parallelogram, so parallelogram ਦਾ area formula ਕੀ ਹੁੰਦਾ ਹੈ 1/2 dh1 plus h2। Next, the diagonal of a rhombus are 7.5 centimeter and 12 centimeter, find its area, so area of rhombus 1/2 multiply first diagonal and multiply second diagonal, value put करके साढ़े को आंसर आऊगा 45 centimeter square। next question अपने को the area of trapezium is 34 centimeter square and the length of one of the parallel side is 10 centimeter and its height is 4 centimeter, find the length of other parallel side, so इसको solve कर लिए की करना सी, let the length of second parallel side मान लो x centimeter, area of trapezium 34 centimeter square, ऐसा फार्मूला लगा लांगे हाफ मल्टीप्लाई सम ऑफ पैरेलल साइड मल्टीप्लाई हाइट,
इज इक्वल टू 34 सेंटीमीटर स्क्वायर। ਇੱਥੇ वैल्यू पुट करांगे हाफ मल्टीप्लाई 10 प्लस x मल्टीप्लाई 4 द स्क्वायर इज इक्वल टू 34 सेंटीमीटर स्क्वायर। ਇਸ ਨੂੰ ਕਟਿੰਗ ਕਰਕੇ ਸੋਲਵ ਕਰਕੇ ਸਾਡੇ ਕੋਲ ਆਨਸਰ ਆ ਜਾਊਗਾ x ਦੀ ਵੈਲਿਊ 7 सेंटीमीटर। ਸੋ ਇੱਥੇ ਫਾਈਨਲ ਆਨਸਰ ਦੇਾਂਗੇ देयरफॉर लेंथ ऑफ सेकंड पैरेलल साइड इज इक्वल टू x 7 सेंटीमीटर। नेक्स्ट आ जी अपने कोल अ रोड रोलर टेक्स 750 कंप्लीट रेवोल्यूशन टू मूव once over to level a road. Find the area of the road if the diameter of a road roller is 84 centimeter and length is 1 meter. So radius of road roller ਜਦੋਂ ਤੁਹਾਨੂੰ ਦੇਖੋ diameter ਦਿੱਤਾ ਤੁਸੀਂ ਹਮੇਸ਼ਾ ਪਹਿਲਾਂ ਉਹਦਾ radius ਕੱਢਣਾ ਹੈ। radius ਕੱਢਣ ਲਈ ਕੀ ਕਰਨਾ ਉਹਦਾ ਹਾਫ ਕਰ ਦੇਣਾ। ਸੋ ਆਨਸਰ ਆ ਗਿਆ ਸਾਡੇ ਕੋਲ 42 ਸੈਂਟੀਮੀਟਰ। ਇਸ ਨੂੰ ਅਸੀਂ ਮੀਟਰ ਵਿੱਚ ਕਨਵਰਟ ਕਰਾਂਗੇ ਤਾਂ ਕੀ ਕਰਾਂਗੇ अपॉन 100 ਨਾਲ ਡਿਵਾਈਡ ਕਰਕੇ ਇੱਥੇ ਪੁਆਇੰਟ ਲਗਾ ਦਾਂਗੇ 0.12 ਮੀਟਰ। ਸੋ ਲੈਂਥ ਆਫ ਰੋਡ ਰੋਲਰ ਹੈਗੀ ਹੈ 1 ਮੀਟਰ। So CST of road roller is 2 pi RH. Pi ਦੀ ਵੈਲਿਊ ਹਮੇਸ਼ਾ 22.7, R ਦੀ ਵੈਲਿਊ 42.100 ਮਲਟੀਪਲਾਈ H ਦੀ ਵੈਲਿਊ 1। ਇਸ ਨੂੰ ਸੋਲਵ ਕਰਕੇ ਆਨਸਰ ਆ ਜਾਊਗਾ ਸਾਡੇ ਕੋਲ 3264 upon 100 ਮੀਟਰ ਸਕੁਅਰ। ਇਹ ਆ ਗਿਆ ਸਾਡੇ ਕੋਲ 1 revolution ਦਾ ਏਰੀਆ। So area of road area leveled in 750 revolution 750 ਨੂੰ ਅਸੀਂ ਮਲਟੀਪਲਾਈ ਕਰ ਦੋਗੇ 264 upon 100 ਸਾਡੇ ਕੋਲ ਆਨਸਰ ਆ ਜਾਊਗਾ 1980 ਮੀਟਰ ਸਕੁਅਰ। ਨੈਕਸਟ ਆਪਣੇ ਕੋਲ a milk tank is in the form of cylinder whose radius is 1.5 meter and length is 7 meter. Find the quantity of milk in liter that can be stored in the tank. So radius of cylindrical tank in 1.5 meter, height of tank 7 मीटर, वॉल्यूम ऑफ टैंक आ गया पाई आर स्क्वायर एच। वैल्यू पुट करांगे साडे कोल आंसर आऊगा 49 मीटर क्यूब। सो 1 मीटर क्यूब दे विच हुंदा है 1 किलो लीटर इज इक्वल टू 1000 लीटर। तो इसनु 1000 ਨਾਲ ਮਲਟੀਪਲਾਈ ਕਰ ਦਾਂਗੇ ਤਾਂ ਸਾਡੇ ਕੋਲ ਲੀਟਰ ਦੇ ਵਿੱਚ ਆਨਸਰ ਆ ਜਾਏਗਾ। ਨੈਕਸਟ ਹੈ ਸਾਡੇ ਕੋਲ ਅ ਗਡਾਊਨ ਇਜ਼ ਇਨ ਦਾ ਫਾਰਮ ਆਫ ਕਿਊਬਾਈਡ ਆਫ ਮਈਅਰ 60 मीटर 40 मीटर एंड 30 मीटर। How many cubital boxes can be stored in it if the volume of one box is 0.8 meter cube? Volume of godown है साढ़े कोल 60 multiply 40 multiply 30 इसनु करके आंसर आ जाऊगा 72,000 मीटर क्यूब। वॉल्यूम ऑन वन बॉक्स हम देता होया 0.8 मीटर क्यूब। So simple है जी। अगे नेक्स्ट नंबर ऑफ बॉक्सेस that can be stored in the godown। वॉल्यूम ऑफ गोडाउन ऊपर वॉल्यूम ऑफ ए बॉक्स नीचे। सो इसको सॉल्व करके साढ़े को आंसर आ जाएगा 90,000। नेक्स्ट मिस्टर कौशिक हैज अ स्क्वायर प्लॉट विद द मेजरमेंट एज शोन इन द फिगर। कहना मिस्टर कौशिक ने एक स्क्वायर प्लॉट लिया। She wants to construct a house in the middle of the plot। ਉਹ ਪਲਾਟ ਦੇ ਮਿਡਲ ਦੇ ਵਿੱਚ ਇੱਕ ਹਾਊਸ ਬਣਾਉਣਾ ਚਾਹੁੰਦਾ ਹੈ। A garden is developed around the house। ਆਲੇ ਦੁਆਲੇ ਉਸਦੇ ਇਹ ਗਾਰਡਨ ਬਣਿਆ ਹੋਇਆ। Find the total cost of developing a garden around the house at the rate of ₹55 per meter square। total cost ਕੱਢਣੀ ਹੈ ਤੁਸੀਂ developing a garden ਦੀ। ਸੋ ਏਰੀਆ ਆਫ ਸਕੁਅਰ ਪਲਾਟ ਪਹਿਲਾਂ ਏਰੀਆ ਕੱਢ ਦੇਣਾ ਸੀ। ਸਾਈਡ ਮਲਟੀਪਲਾਈ ਸਾਈਡ ਦਿੱਤੀ ਹੈ ਸਾਡੇ ਕੋਲ 25 ਮੀਟਰ। तो ਸਾਡੇ ਕੋਲ ਏਰੀਆ ਆ ਗਿਆ 625 ਸਕੁਅਰ ਮੀਟਰ। ਏਰੀਆ ਆਫ ਹਾਊਸ ਹੈਗਾ ਸਾਡੇ ਕੋਲ ਲੈਂਥ ਮਲਟੀਪਲਾਈ ਬ੍ਰੈਥ 20 ਮਲਟੀਪਲਾਈ 50 20 ਮਲਟੀਪਲਾਈ 15। ਦੇਖੋ ਬੇਸ਼ੱਕ ਇੱਥੇ ਜਿਹੜੀ ਸ਼ੇਪ ਆ ਤੁਹਾਨੂੰ ਸਕੁਅਰ ਦਿਖਦੀ ਹੋਵੇ ਪਰ ਸਾਨੂੰ ਕਿੱਥੋਂ ਪਤਾ ਲੱਗਦਾ ਕਿਹੜਾ ਫਾਰਮੂਲਾ ਲੱਗੂਗਾ। ਇੱਕ ਸਾਡੇ ਕੋਲ ਵੈਲਿਊ ਦਿੱਤੀ ਹੈ 20 ਇੱਕ ਦਿੱਤੀ ਹੈ 15 ਯਾਨੀ ਦੋਨੋਂ ਅਲੱਗ-ਅਲੱਗ ਵੈਲਿਊ ਹੈ। ਤਾਂ ਇਸ ਮੀਨਸ ਕੀ ਆ ਕਿ ਇੱਥੇ ਏਰੀਆ ਆਫ ਰੈਕਟੈਂਗਲ ਦਾ ਫਾਰਮੂਲਾ ਲੱਗੂਗਾ L ਮਲਟੀਪਲਾਈ B। ਸੋ ਆਨਸਰ ਆ ਜਾਏਗਾ ਸਾਡੇ ਕੋਲ 300 ਸਕੁਅਰ ਮੀਟਰ। ਸੋ ਏਰੀਆ ਆਫ ਗਾਰਡਨ ਕੱਢਣ ਦੇ ਲਈ ਏਰੀਆ ਆਫ ਸਕੁਅਰ ਪਲਾਟ ਦੇ ਵਿੱਚੋਂ ਏਰੀਆ ਆਫ ਹਾਊਸ ਨੂੰ ਅਸੀਂ ਮਾਈਨਸ ਕਰ ਦਾਂਗੇ। ਸੋ ਮਾਈਨਸ ਕਰਕੇ ਸਾਡੇ ਕੋਲ ਆਨਸਰ ਆ ਗਿਆ 325 ਸਕੁਅਰ ਮੀਟਰ। ਸੋ ਇਸ ਨੂੰ ਅਸੀਂ ਜਿੰਨੀ ਕੋਸਟ ਕਹੀ ਆ ਉਸ ਨਾਲ ਮਲਟੀਪਲਾਈ ਕਰ ਦਾਂਗੇ। 55 ਸਾਨੂੰ ਕੋਸਟ ਦਿੱਤੀ ਹੋਈ ਆ। ਸੋ ਇਸ ਨੂੰ ਮਲਟੀਪਲਾਈ ਕਰਕੇ ਆਨਸਰ ਆ ਜਾਏਗਾ 17875। नेक्स्ट है साढ़े कोल दा इंटरनल मेजर ऑफ क्यूबिटल रूम्स आर 12 मीटर 8 मीटर 4 मीटर। इसनों भी सेम इसी तरीके नाल फार्मूला लगा के सॉल्व कर देना। नेक्स्ट रुखसार पेंटेड द आउटसाइड ऑफ द कैबिनेट ऑफ मेजर 1 मीटर 2 मीटर एंड 1.5 मीटर। हाउ मच सरफेस एरिया डिड शी कवर इफ शी पेंटेड ऑल एक्सेप्ट द बॉटम ऑफ द कैबिनेट। एल हैगी कैबिनेट दी 2 मीटर, ब्रेथ हैगी 1 मीटर, हाइट है 1.5 मीटर। सो पेंटेड सरफेस एरिया ऑफ ए कैबिनेट। सो इस तरह फार्मूला लगा के वैल्यू पुट करके आंसर आ जाऊगा साडे कोल 11 मीटर स्क्वायर। नेक्स्ट है साडे कोल द शेप ऑफ अ गार्डन इज रेक्टेंगल इन द मिडल एंड सेमी सर्कल एट द एंड।
ਰੈਕਟੈਂਗਲ ਸ਼ੇਪ ਦਾ ਸਾਡੇ ਕੋਲ ਗਾਰਡਨ ਹੈ ਇਨ ਦਾ ਮਿਡਲ ਐਂਡ ਸੈਮੀ ਸਰਕਲ ਐਟ ਦਾ ਐਂਡ ਔਰ ਇਹਦੇ ਐਂਡ ਦੇ ਵਿੱਚ ਸੈਮੀ ਸਰਕਲ ਦੀ ਸ਼ੇਪ ਜਿਹੜੀਆਂ ਬਣੀਆਂ ਹੋਈਆਂ ਫਾਈਂਡ ਦਾ ਏਰੀਆ ਐਂਡ ਦਾ ਪੈਰੀਮੀਟਰ ਆਫ ਦਿਸ ਗਾਰਡਨ ਤੁਸੀਂ ਇਸ ਦਾ ਏਰੀਆ ਤੇ ਪੈਰੀਮੀਟਰ ਫਾਈਂਡ ਆਊਟ ਕਰਨਾ ਹੈ ਸੋ ਰੇਡੀਅਸ ਆਫ ਈਚ ਸੈਮੀ ਸਰਕਲ ਇਹ ਕੀ ਆ ਸਾਡੇ ਕੋਲ ਦੇਖੋ ਇੱਥੇ ਇਹ ਜਿਹੜੀ ਲਾਈਨ ਆ ਇਹ ਸਾਡੇ ਕੋਲ ਡਾਇਆਮੀਟਰ ਮੰਨੀ ਜਾਊਗੀ ਕਿਉਂਕਿ ਹਾਫ ਜਿਹੜਾ ਸਰਕਲ ਹੈ ਹਾਫ ਨੀਚੇ ਹੈ ਜਦੋਂ ਇਸ ਨੂੰ ਅਸੀਂ ਜੋੜਦੇ ਆ ਤਾਂ ਕੀ ਬਣਦਾ ਵਿੱਚੋਂ ਇਹ ਬਣ ਗਿਆ ਸਾਡੇ ਕੋਲ ਡਾਇਆਮੀਟਰ ਸਾਡੇ ਕੋਲ ਦਿੱਤਾ ਹੋਇਆ 7 ਮੀਟਰ ਔਰ ਇਹੀ ਇਸ ਦਾ ਡਾਇਆਮੀਟਰ ਵੀ ਆ ਔਰ ਇਸ ਦੀ ਹਾਈਟ ਵੀ ਹੈ ਸੋ ਇਸ ਦਾ ਰੇਡੀਅਸ ਹੋ ਗਿਆ 7/2 ਲੈਂਥ ਆਫ ਰੈਕਟੈਂਗਲ ਪਾਰਟ 20 minus 35 minus 35 is equal to 13 meter. Breadth of the rectangle part 7 meter. Perimeter of the garden 2 multiply length of rectangle plus 2 multiply circumference of a semicircle. So value put करके साढ़े को आंसर आ गया 48 meter. Area of garden कटल नहीं area of rectangle part plus 2 multiply area of semicircle. So इसकी value put करके साढ़े को आंसर आ जाएगा 129.5 meter square. Next है साढ़े को which of the following laws of exponent is not correct. देखो जो multiply है तो पावर प्लस होणगियां डिवाइड है तो पावर माइनस होणगियां एक ब्रैकेट दे अंदर है वैल्यू एक बाहर है तो ऑब्वियसली यह मल्टीप्लाई होगी सो फोर्थ वाली जी वैल्यू है ये इनकरेक्ट है नैक्सट है जी कि स्टेटमेंट अपने को फॉल्स है सेम उस तरीके नाल देखो जो वैल्यू सेम है विच डिवाइड का साइन है इत्थे पावर जी फिर माइनस होगी पर इत्थे कुछ डिफरेंट दिता होया इत्थे ब्रैकेट च पा के दिता होया सो इसका फॉल्स की हुई अपने को सेकंड नंबर थर्ड दे विच भी ਅਸੀਂ देख लेने एक बारी -2 है तो वैल्यू जी है अपॉन दे विच हो जूगी तो चलो डिग्री आ गई तो सारी वैल्यू का जो आंसर है वो 1 हो जाएगा नेक्स्ट विच ऑफ द फॉलोइंग इज अ फॉल्स स्टेटमेंट देखो ये सारे ते डिग्री लगी है तो आंसर की बन जाएगा अपने ओब्वियसली 1 मल्टीप्लाइड इनवर्स ऑफ 7 3 नेक्स्ट है अपने को विच ऑफ द फॉलोइंग इज द सिंपलीफाइड फॉर्म ऑफ 2 द पावर 5 डिवाइड 2 द पावर -6 देखो जो मैं सॉल्व करांगे ਅਸੀਂ 2 जो डिवाइड आ गया तो पावर की हो जाएगी माइनस तो इतने स्टूडेंट गलती करते हैं माइनस इक्को वाली पा लेंगे ने जबकि दूजी दे विच भी जी वैल्यू आ माइनस दे विच है फिर इसको ਅਸੀਂ ब्रैकेट दे विच पावांगे -6 फिर माइनस माइनस प्लस फिर 2 दी पावर अपने को बन गई 11 so answer is 2 the power 11 next which of the following is a standard form 0.4 times 0 35 so answer हो जाएगा साढ़े को 3.5 multiply 10 the power -5 next which of the following is equal to 5 the power 200 so मतलब की है जे multiply है विच दा पावर प्लस हो जाएगी तो इत्थे जेड़ा ऑप्शन अपने को ऑप्शन नंबर 3 5 ਦੀ ਪਾਵਰ ਬਣ ਜੂਗੀ 100 plus 100 5 ਦੀ ਪਾਵਰ 200 next which of the following is equal to a ਦੀ ਪਾਵਰ 100 a ਦੀ ਪਾਵਰ 100 ਦਾ ਮਤਲਬ ਕੀ ਆ ਕਿ ਜਦੋਂ ਮਲਟੀਪਲਾਈ ਹੋਵੇ ਤਾਂ ਪਾਵਰ ਜਿਹੜੀ ਆ ਉਹ प्लस हो जाएगियां सो आंसर आऊगा अपने को ऑप्शन नंबर 1 नेक्स्ट which of the following is the usual form 3.61492 multiply 10 ਦੀ ਪਾਵਰ 6 ਸੋ ਇਹਦਾ ਮਤਲਬ ਕੀ ਆ ਕਿ ਜਿਹੜਾ ਪੁਆਇੰਟ ਹੈ 10 ਦੀ ਪਾਵਰ 6 ਦਾ मतलब ਕੀ ਹੈ ਕਿ 6 ਕਿਹੜਾ ਪੁਆਇੰਟ ਹੈ ਉਹ 6 ਡਿਜਿਟ ਅੱਗੇ ਚੱਲ ਜਾਊਗਾ ਜਿਵੇਂ ਇੱਥੇ ਪੁਆਇੰਟ ਹੈ ਤਾਂ ਸਾਡੇ ਕੋਲ ਦੇਖੋ 1 2 3 4 5 ਅੱਗੇ 6 ਦੀ ਜਗ੍ਹਾ ਕੁਝ ਨਹੀਂ ਤਾਂ 0 ਲਗਾ ਦਿਓ ਸੋ ਆਨਸਰ ਆ ਜਾਏਗਾ ਸਾਡੇ ਕੋਲ 361492 ਨੈਕਸਟ ਹੈ ਸਾਡੇ ਕੋਲ ਇਵੈਲੂਏਟ 1.3 -1 plus 1.4 -1 ਦੇਖੋ ਜਦੋਂ ਵੈਲਿਊ ਕੋਈ ਵੀ ਦਿੱਤੀ ਹੁੰਦੀ ਹੈ ਮਾਈਨਸ ਦੇ ਵਿੱਚ ਹੁੰਦੀ ਹੈ ਤਾਂ ਜਿਹੜਾ 2 ਲਿਖਿਆ ਤੇ 1.2 ਵੈਲਿਊ ਜਿਹੜੀ ਪਾਵਰ ਆ ਉਹ ਨੀਚੇ ਜਾ ਕੇ ਪਲੱਸ ਹੋ ਜਾਏਗੀ ਤਾਂ ਬਣ ਜਾਏਗਾ ਆਪਣੇ ਕੋਲ 1.2 ਦੀ ਪਾਵਰ 3 ਤਾਂ ਜਦੋਂ ਪਹਿਲਾਂ ਹੀ ਅਪੋਨ ਦੇ ਵਿੱਚ ਹੈ ਔਰ ਉੱਪਰ -1 ਹੈ ਤਾਂ ਫਿਰ ਕੀ ਹੋ ਜਾਏਗਾ ਉਹ ਜਿਹੜੀ ਵੈਲਿਊ ਹੈ ਨੀਚੇ ਵਾਲੀ ਉਹ ਉੱਪਰ ਆ ਜਾਊਗੀ ਤਾਂ ਉੱਪਰ ਆ ਕੇ ਇੱਥੇ ਬਣ ਗਿਆ ਆਪਣੇ ਕੋਲ 3 ਨੈਕਸਟ ਵਿੱਚ 4 -1 ਐਜ਼ ਇਟ ਇਜ਼ ਬਾਹਰ ਫਿਰ 7 ਪਲੱਸ ਕਰਕੇ ਆ ਗਿਆ -1 ਫਿਰ ਨੂੰ ਫਿਰ ਅਸੀਂ -1 ਹੋਣ ਕਰਕੇ अपॉन च कर देंगे तो बन जाएगा अपने को 1/7 नेक्स्ट है अपने को फॉलोइंग नंबर यूजिंग एक्सपोनेंट्स एक्सपोनेंट यूज करने की करना है देखो पहला 1 लगा लिया इत्थे फिर अगे कितने डिजिट है 3 तो मल्टीप्लाई पा के 1000 है मल्टीप्लाई फिर इत्थे 0 नु खाली छड़ दो 2 पा के अगे कितने डिजिट है 1 तो इट मींस की है 10 ना मल्टीप्लाई फिर 5 कला ही रहेगा पॉइंट तो पहला 5 मल्टीप्लाई 1 सो 6 से पहला पॉइंट है पॉइंट नु 1 मान लो एक डिजिट है 0 सो इस तरीके ना 6/10 सो इस तरीके ना 63 बन गया पॉइंट दा 1 दो डिजिट ਤੇ 2 0 ਆ ਸੋ ਤੁਸੀਂ 3 ਦੇ ਅੱਗੇ ਲਗਾ ਦੇਣੀ ਆ 3 ਦੇ ਨੀਚੇ ਲਗਾ ਦੇਣੀ ਆ 100 ਫਿਰ ਇਸ ਤਰੀਕੇ ਨਾਲ ਤੁਸੀਂ ਇਸ ਨੂੰ ਸੋਲਵ ਕਰਕੇ
लिख सकते हो। सेम इसे तरीके नाल नेक्स्ट क्वेश्चन करना है। नेक्स्ट क्वेश्चन है जी अपने को इवैल्यूएट 8 दी पावर -1 5 दी पावर 3 2 दी पावर नीचे -4। सिंपल गल है जी, देखो सब तो पहला 8 दे तुसी इस तरह फैक्टर बना लो भी 2 दी पावर अपने कोल 3 बन गई और -1 ਨੂੰ ਤੁਸੀਂ ਬਾਹਰ ਰੱਖਣਾ ਹੈ, ਮਲਟੀਪਲਾਈ 5 ਦੀ ਪਾਵਰ 3 ਐਜ਼ ਇਟ ਇਜ਼ ਔਰ ਨੀਚੇ ਵੀ ਸੇਮ ਐਜ਼ ਇਟ ਇਜ਼। ਦੇਖੋ ਨੈਕਸਟ ਸਟੈਪ ਦੇ ਵਿੱਚ ਕੀ ਕੀਤਾ ਅਸੀਂ 3 ਨੂੰ -1 ਨਾਲ ਮਲਟੀਪਲਾਈ ਕਰਤਾ और साढ़े को पावर बन गई इतने -3, फिर सारा कुछ बाकी सेम एज इट इज। देखो हुण इत्थे 2 दी पावर -3 है और नीचे 2 दी पावर -4 है। जदों भी मतलब कि कोई अपॉन दे विच अपने को वैल्यू आ जाती है तो इट मीनस की हुंदा कि यह डिवाइड फॉर्म च मन्ने जावांगे असीं, तो उपर जिहड़ी वैल्यूज ने वो की होणगीਆਂ डिवाइड होण करके माइनस हो जाणगीਆਂ। तो माइनस करन दे लई तुसीं ध्यान रखना है कि -3 और ਇਹ वाला साइन जिहड़ा माइनस पा के और नैक्सट वैल्यू जिहड़ी है ब्रैकेट दे विच पाणी है। ਇਹ ਰਫ ਦੇ ਵਿੱਚ ਤੁਸੀਂ ਇਸ ਤਰੀਕੇ ਦੇ ਨਾਲ ਸੋਲਵ ਕਰਕੇ -+4 ਫਿਰ 2 ਦੀ ਪਾਵਰ 4 ਚੋਂ 3 1 और इस तरीके ਨਾਲ ਤੁਸੀਂ ਇੱਥੇ 2 ਦੀ ਪਾਵਰ 1 ਜਾਂ 2 ਕੱਲਾ ਸਿੰਗਲ ਲਿਖ ਸਕਦੇ ਹੋ। 5 ਦੀ ਪਾਵਰ 3 ਹੈ, 5 ਨੂੰ 3 ਨਾਲ ਮਲਟੀਪਲਾਈ ਕਰਕੇ ਆ ਗਿਆ 125 ਮਲਟੀਪਲਾਈ ਕਰਕੇ ਸਾਡੇ ਕੋਲ ਆਨਸਰ ਆ ਗਿਆ 250। ਨੈਕਸਟ ਹੈ ਸਾਡੇ ਕੋਲ ਫੇਰ ਇਸ ਤਰੀਕੇ ਨਾਲ ਇਵੈਲੂਏਟ 3 ਦੀ ਪਾਵਰ -5 10 ਦੀ ਪਾਵਰ -5 ਫਿਰ 125 ਨੀਚੇ 5 ਦੀ ਪਾਵਰ -4 6 ਦੀ ਪਾਵਰ -5। फर्स्ट स्टैप की किया सी पहला 10 के फैक्टर बनाए 2 × 5 करके और 1 to 5 के फैक्टर बनाए 5 की पावर 3 कर दिता। इत्थे बाय मिस्टेक 4 पिया होया, तुसीं इत्थे 7 कर लेना, इसकी पावर जिहड़ी है -7। नीचे फिर असीं 6 दे फैक्टर बनाते 2 × 3 करके। नैक्सट देखो इस ब्रैकेट नूं असीं किवें देखांगे कि 2 × 5 की पावर -5 तो इट मीनस की होया कि 2 की पावर भी -5 है एंड 5 की पावर भी -5 है। जिहड़ी पावर है दोनों के उपर है, सो इस करके इत्थे दोनों ते मैंशन किया गया। एंड लास्ट दे विच 5 की पावर 3 एज इट इज, नीचे भी पावर दोनों के उत्ते है, तो इस करके असीं इत्थे भी नीचे मैंशन दोनों के उत्ते कीती है। नैक्सट स्टैप तुसीं डिवाइड वाले देखने आ। देखो जिवें 2 की पावर -5 नीचे भी 2 की पावर -5 ये डिवाइड फॉर्म च। सो जो डिवाइड फॉर्म होवे फिर की हो जाऊगा पावरां जिहड़ियां माइनस हो जाणगियां। इस तरीके नाल रफ दे विच तुसीं जदों करोगे सॉल्व करके माइनस माइनस प्लस फिर प्लस माइनस माइनस पावर खत्म हो जाएगी और इतने 2 की पावर 0 आ जाऊगी। सेम इसी तरीके 3 की पावर -5 है, नीचे भी 3 की पावर -5 है, ये भी कटिंग हो जाऊगी 0 आ जाऊगी इसकी भी। नैक्सट अपने को पता देखो 5 की पावर -7 ऊपर 5 की पावर -5 एंड 5 की पावर 3। ये पहला दो बारियां ऊपर जड़ियां पावर एज इट इज लिख के फिर जो तुम डिवाइड वाला फॉर्म पाओगे, मान लो तुम इस तरह 5 -5 ये मल्टीप्लाई की फॉर्म है, इन्हां तो पावर प्लस हो जाएगी। फिर डिवाइड 5 की पावर -7। हुण नैक्सट स्टैप की होगा -5 + 3 डिवाइड होने करके इत्थे साइन माइनस का ते ब्रैकेट दे विच -7। तो जो असीं ब्रैकेट ओपन करांगे -5 + 3 + 7 इस तरीके नाल बन जाऊगा। सो -5 फिर ऊपर पावर -5 7 और 3 प्लस किते 10 10 आ गया, प्लस माइनस 10 चो 5 गए 5, तो -5 की पावर की आ जाएगी अपने को। नैक्सट असीं की देखना ऊपर 5 की पावर -5 एंड 5 की पावर 3 मल्टीप्लाई फॉर्म च तां पावर की हो जाएगी प्लस। सो पहला असीं इहनूं इस तरह लिख लैंदे आ -5 + 3 फिर नीचे की है 5 की पावर -7 ये डिवाइड फॉर्म च है, इहनूं इस तरीके नाल -7। हुण डिवाइड होने करके की होगा अपने को डिवाइड होने करके जिहड़ी पावरां उन्हां दे विच की आ जाऊगा माइनस का साइन आ जाऊगा और -7 एज इट इज, फिर माइनस माइनस प्लस और इस तरीके प्लस का 7 इत्थे बन जाऊगा। जब तुसीं इहनूं सॉल्व करोगे 7 चो 7 और 3 प्लस किते 10 एंड -5 प्लस माइनस तो आंसर आ जाऊगा अपने 5 की पावर 5। सो इत्थे भी देखो 2 की पावर 0 तो 1 बन गया, 3 की पावर 0 तो इत्थे 1 बन गया, 5 की पावर जो 5 का मतलब की है कि इसनूं 5 बारी मल्टीप्लाई करना है, तो आंसर क्या आ जाऊगा साडे कोल 3125। नैक्सट इंपोर्टेंट क्वेश्चन अपने कोल 25 मल्टीप्लाई t की पावर -4 नीचे 5 की पावर -3 10 मल्टीप्लाई t की पावर -8। सो सिंपल गल है, पहला देखो 25 के फैक्टर बनाते असीं 5 की पावर 2 बन गया एंड नीचे 10 के असीं फैक्टर बनाते 2 × 5। पहला असीं नीचे सॉल्व कर लैंदे आ 5 की पावर -3 इत्थे 5 है, तो नीचे क्या होगा मल्टीप्लाई है दोनों दे विच, ते पावरां की हो जाणगियां प्लस का साइन पा के इहदे पर कुछ नहीं, तो असीं 1 पावर लावांगे प्लस माइनस 5 की पावर की बन गई अपने कोल -2 क्योंकि वड्डे के साइन जिहड़ा माइनस दा। सो ऊपर की है हुण देखो 5 की पावर 2 5 की पावर 2 ऊपर 5 की पावर -2 नीचे, तो डिवाइड फॉर्म च है, तो अपने कोल की हो जाऊगा पावरां जिहड़ियां माइनस दे विच हो जाणगियां 2
माइनस टू माइनस माइनस प्लस 5 ਦੀ ਪਾਵਰ 4। ਸੋ ਇਸ ਤਰੀਕੇ ਨਾਲ ਦੇਖੋ ਇੱਥੇ 5 ਦੀ ਪਾਵਰ 4 ਲਿਖਿਆ ਹੋਇਆ। ਬਾਕੀ t ਦੀ ਪਾਵਰ ਨੈਕਸਟ t ਦੀ ਪਾਵਰ -4 ਨੀਚੇ t ਦੀ ਪਾਵਰ -8 -4 ਡਿਵਾਈਡ ਫਾਰਮ ਚ ਹੈ ਤਾਂ ਮਾਈਨਸ ਲੱਗ ਜਾਊਗਾ ਵਿੱਚ ਐਂਡ -8 ਮਾਈਨਸ ਮਾਈਨਸ ਪਲੱਸ 8 ਚੋਂ 4 ਗਏ 4 t ਦੀ ਪਾਵਰ ਕੀ ਬਣ ਗਈ ਆਪਣੇ ਕੋਲ 4। ਸੋ ਇੱਥੇ ਕੀ ਲਿਖਿਆ ਸੀ t ਦੀ ਪਾਵਰ 4 नीचे के बचा 2 और नीचे ਅਸੀਂ as it is ਲਿਖ ਦਿੱਤਾ। 5 ਦੀ ਪਾਵਰ ਦਾ 4 ਦਾ ਮਤਲਬ ਕੀ ਹੈ ਇੱਥੇ ਆਨਸਰ ਗਲਤ ਲਿਖਿਆ ਹੋਇਆ। ਤੁਸੀਂ ਕੀ ਲਿਖਣਾ ਹੈ 625 t ਦੀ ਪਾਵਰ 4 ਨੀਚੇ ਅਪੋਨ ਦੇ ਵਿੱਚ 2 ਇਹ ਬਣ ਜਾਊਗਾ ਸਾਡੇ ਕੋਲ ਫਾਈਨਲ ਆਨਸਰ। ਨੈਕਸਟ ਕੁਐਸਚਨ ਹੈ ਜੀ ਆਪਣੇ ਕੋਲ 6 pipes are required to fill a tank in 1 hour 20 minutes how long will it take if only 5 pipes of the same type are used। ਨੈਕਸਟ ਹੈ ਆਪਣੇ ਕੋਲ 6 pipe are required to fill a tank in 1 hour 20 minutes ਕਹਿੰਦੇ ਇੱਕ ਟੈਂਕੀ ਨੂੰ 1 ਘੰਟਾ 20 ਮਿੰਟ ਵਿੱਚ ਭਰਨ ਲਈ 6 ਪਾਈਪਾਂ ਦੀ ਲੋੜ ਹੁੰਦੀ ਹੈ। How long will it take if only 5 pipes of the same type are used ਕਹਿੰਦੇ ਜੇ ਉਸ ਤਰ੍ਹਾਂ ਦੀਆਂ ਕੇਵਲ 5 ਪਾਈਪਾਂ ਦਾ ਹੀ ਉਪਯੋਗ ਕੀਤਾ ਜਾਵੇ ਤਾਂ ਟੈਂਕੀ ਕਿੰਨੇ ਸਮੇਂ ਦੇ ਵਿੱਚ ਭਰ ਜਾਏਗੀ। ਸੋ ਲੈਟ ਦਾ ਡਿਜ਼ਾਇਰ ਟਾਈਮ ਟੂ ਫਿਲ ਦਾ ਟੈਂਕ x ਮਿੰਟ 1 hour 20 ਮਿੰਟ ਮੀਨਸ ਕੀ ਹੋਇਆ 1 ਘੰਟੇ ਦੇ ਵਿੱਚ ਕਿੰਨੇ ਹੁੰਦੇ ਆ 60 ਮਿੰਟ ਐਂਡ ਪਲੱਸ 20 ਮਿੰਟ ਪਲੱਸ ਕਰਕੇ ਕੀ ਹੋਗਾ ਸਾਡੇ ਕੋਲ 80 ਮਿੰਟ। ਸੋ ਨੰਬਰ ਆਫ ਪਾਈਪ 6 ਅਸੀਂ ਦੇਖਣਾ 5 ਪਾਈਪਸ ਦਾ ਨੰਬਰ ਇਨ ਟਾਈਮ ਕਿੰਨਾ ਸਾਡੇ ਕੋਲ 80 ਮਿੰਟ ਔਰ ਇੱਥੇ ਟਾਈਮ ਅਸੀਂ ਕੱਢਣਾ। ਸੋ देयरफॉर ਇਹਦੇ ਦੱਸ ਕੇ ਰਿਹਾ ਸਾਨੂੰ ਕਹਿੰਦੇ ਪਾਈਪਾਂ ਦੀ ਜਿਹੜੀ ਦੇਖੋ ਸੰਖਿਆ ਉਹ ਜਿੰਨੀ ਘੱਟ ਹੋਊਗੀ ਟੈਂਕੀ ਨੂੰ ਭਰਨ ਲਈ ਕੀ ਹੋਊਗਾ ਉਨਾ ਹੀ ਟਾਈਮ ਜਿਹੜਾ ਵੱਧ ਲੱਗੇਗਾ। तो इस करके की होया है उल्ट समान अनुपात जिसनों ਅਸੀਂ इंग्लिश कह ਦਿੰਦੇ ਆ ਇਨਵਰਸ ਪ੍ਰੋਪੋਰਸ਼ਨ ਦੇ ਵਿੱਚ ਹੈ ਇਹ। तो ਇਨਵਰਸ ਪ੍ਰੋਪੋਰਸ਼ਨ ਕੀ ਹੁੰਦਾ ਕ੍ਰੋਸ ਨਹੀਂ ਹੁੰਦਾ ਉੱਪਰ ਥੱਲੇ ਵਾਲੀ ਮਲਟੀਪਲਾਈ ਔਰ ਇਜ਼ ਇਕੁਅਲ ਟੂ ਵੀ ਫਿਰ ਐਜ਼ ਇਟ ਇਜ਼ ਮਲਟੀਪਲਾਈ। ਸੋ 6 ਮਲਟੀਪਲਾਈ 80 ਇਜ਼ ਇਕੁਅਲ ਟੂ 5 ਮਲਟੀਪਲਾਈ x। ਸੋ 5 ਨੀਚੇ ਆ ਗਿਆ x ਦੂਜੀ ਸਾਈਡ ਰਹਿ ਗਿਆ ਕਟਿੰਗ ਕਰਕੇ ਆਪਣੇ ਕੋਲ ਆ ਗਿਆ x ਦੀ ਵੈਲਿਊ 96। ਸੋ ਟਾਈਮ ਟੇਕਨ ਬਾਈ 5 ਪਾਈਪਸ ਟੂ ਫਿਲ ਦਾ ਟੈਂਕ x ਮਿੰਟ। ਸੋ ਮਿੰਟ x ਦੀ ਮਿੰਟ। ਸੋ ਫਾਈਨਲ ਆਨਸਰ ਆ ਗਿਆ ਆਪਣੇ ਕੋਲ 96 ਜੇ ਇਸ ਨੂੰ ਆਵਰ ਦੇ ਵਿੱਚ ਲਿਖਣਾ ਹੈ ਤਾਂ 1 hour plus 36 minutes। नेक्स्ट क्वेश्चन अपने कोल अमन अर्नस ₹75,000 in 5 month। अमन ਜਿਹੜਾ ਹੈਗਾ ਉਹ 75,000 ਰੁਪਏ 5 ਮਹੀਨਿਆਂ ਚ ਕਮਾ ਲੈਂਦਾ ਹੈ। then how much will he earn in 9 month 9 ਮਹੀਨਿਆਂ ਚ ਕਿੰਨੇ ਰੁਪਏ ਕਮਾ ਲੇਗਾ। and ਦੂਜਾ ਕੁਐਸਚਨ ਹੈ in how many months will he earn ₹45,000 ਉਹ 45,000 ਰੁਪਏ ਕਿੰਨੇ ਮਹੀਨਿਆਂ ਚ ਕਮਾਏਗਾ। ਦੇਖੋ ਸਿੰਪਲ ਜੀ ਗੱਲ ਹੈ ਜਦੋਂ ਤੁਹਾਨੂੰ ਪੁੱਛ ਰਿਹਾ ਵੀ 75,000 5 ਮਹੀਨਿਆਂ ਚ ਕਮਾ ਲੈਂਦਾ ਹੈ ਤਾਂ 9 ਮਹੀਨਿਆਂ ਦੇ ਵਿੱਚੋਂ ਕਿੰਨਾ ਕਮਾਏਗਾ। ਤੁਸੀਂ ਇਸ ਕੁਐਸਚਨ ਨੂੰ ਇਸ ਤਰੀਕੇ ਨਾਲ ਸੋਚਣਾ ਹੈ ਕਿ ਤੁਸੀਂ ਕਿਸੇ ਸ਼ਾਪ ਤੇ ਗਏ ਹੋ ਤੁਸੀਂ ਪੈਨ ਪਰਚੇਸ ਕਰਨੇ ਆ ਸ਼ਾਪ ਤੇ ਜਾ ਕੇ ਔਰ ਸ਼ਾਪਕੀਪਰ ਤੁਹਾਨੂੰ ਕਹਿੰਦਾ ਕਿ 200 ਰੁਪਏ ਦੇ ਵਿੱਚ ਤੁਹਾਨੂੰ 10 ਪੈਨ ਮਿਲਣਗੇ। ਠੀਕ ਹੈ ਜੀ ਹੁਣ ਤੁਸੀਂ ਸੋਚਦੇ ਹੋ ਕਿ ਮੈਂ ਤਾਂ ਲੈਣੇ ਨੇ ਉੱਥੇ 8 ਪੈਨ ਫਿਰ ਤੁਸੀਂ ਕਿਸ ਤਰ੍ਹਾਂ ਕਰੋਗੇ ਦੇਖੋ 200 ਨੂੰ ਪਹਿਲਾਂ 10 ਨਾਲ ਅਸੀਂ ਡਿਵਾਈਡ ਕਰ ਦਾਂਗੇ ਇੱਕ ਪੈਨ ਸਾਡੇ ਕੋਲ ਕਿੰਨਾ ਆ ਗਿਆ ਸਾਨੂੰ ਪਤਾ ਲੱਗ ਗਿਆ ਇਸ ਇੱਕ ਪੈਨ ਦੀ ਕੋਸਟ ਜਿਹੜੀ ਹੈ 20 ਰੁਪਏ ਦੀ ਪੈਂਦੀ ਹੈ ਤੇ 20 ਨੂੰ ਅਸੀਂ 8 ਨਾਲ ਮਲਟੀਪਲਾਈ ਕਰ ਦਾਂਗੇ ਤਾਂ ਆਨਸਰ ਆ ਜਾਏਗਾ ਸਾਡੇ ਕੋਲ 160। ਸੋ ਇਸੇ ਤਰੀਕੇ ਨਾਲ ਤੁਸੀਂ ਇੱਥੇ ਸੋਚਣਾ ਕਿ 75,000 ਰੁਪਏ ਉਹ 5 ਮਹੀਨਿਆਂ ਦੇ ਵਿੱਚ ਅਰਨ ਕਰਦਾ ਹੈ 9 ਮਹੀਨਿਆਂ 'ਚ ਕਿੰਨਾ ਕਮਾਊਗਾ ਤਾਂ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਹੈ 75,000 ਨੂੰ 5 ਦੇ ਨਾਲ ਡਿਵਾਈਡ ਕਰ ਦੇਣਾ ਡਿਵਾਈਡ ਕਰਕੇ ਸਾਡੇ ਕੋਲ ਆਨਸਰ ਆ ਜਾਊਗਾ 15,000 ਰੁਪੀਸ। ਇਹ ਕੀ ਆ ਗਿਆ ਸਾਡੇ ਕੋਲ 1 ਮੰਥ ਦੀ अर्निंग आ गई होगी। ਹੁਣ ਇਸੇ 15,000 ਨੂੰ ਮਲਟੀਪਲਾਈ 9 ਨਾਲ ਕਰ ਦਾਂਗੇ ਸਾਡੇ ਕੋਲ ਆਨਸਰ ਆ ਜਾਊਗਾ 135,000 ਮੀਨਸ 1,35,000 ਰੁਪੀਸ। ਇਹ ਆ ਗਿਆ ਉਹਦੇ ਕੋਲ 9 ਮੰਥ ਦੇ ਆਪਣੇ ਕੋਲ अर्निंग ਅਸੀਂ ਕੱਢ ਲਈਏ। ਹੁਣ ਨੈਕਸਟ ਕੀ ਕਹਿੰਦਾ 45,000 ਰੁਪਏ ਕਿੰਨੇ ਮਹੀਨੇ 'ਚ ਕਮਾਏਗਾ। ਸੋ ਸਿੰਪਲ ਹੈ ਉਸੇ 45,000 ਨੂੰ ਤੁਸੀਂ 15,000 ਨਾਲ ਜਿਹੜੀ ਉਹਦੀ 1 ਮੰਥ ਦੀ अर्निंग ਹੈ ਉਹ ਨਾਲ ਡਿਵਾਈਡ ਕਰ ਦਿਓ ਤਾਂ ਡਿਵਾਈਡ ਕਰਕੇ ਆਨਸਰ ਆ ਜਾਊਗਾ ਸਾਡੇ ਕੋਲ 3 month। नेक्स्ट क्वेश्चन है a cost of dozen soaps is ₹153.60 what will be the cost of 15 such soaps। ਇੱਕ ਦਰਜਨ ਸਾਬਣਾਂ ਦਾ ਮੁੱਲ 153.60 ਰੁਪਏ ਹੈ तो ਇਸ ਤਰ੍ਹਾਂ ਦੇ 15 ਸਾਬਣਾਂ ਦਾ ਮੁੱਲ ਕੀ ਹੋਏਗਾ। ਸੋ ਸਿੰਪਲ ਗੱਲ ਹੈ ਕੀ ਕਰਨਾ ਅਸੀਂ ਦਰਜਨ ਦਾ ਮਤਲਬ ਕੀ ਹੁੰਦਾ ਇੱਕ ਦਰਜਨ ਦੇ ਵਿੱਚ ਕਿੰਨੇ ਹੁੰਦੇ ਆ 12। ਸੋ ਸੇਮ ਜਿਸ ਤਰ੍ਹਾਂ ਅਸੀਂ ਪਹਿਲਾਂ ਕੀਤਾ ਸੀਗਾ ਕੁਐਸਚਨ ਉਸੇ ਤਰੀਕੇ ਨਾਲ 153.60 ਨੂੰ 12 ਨਾਲ ਡਿਵਾਈਡ ਕਰ ਦੇਣਾ। ਤੁਸੀਂ ਇੱਥੇ ਜਿਹੜੇ ਪੁਆਇੰਟ ਹੈ ਪੁਆਇੰਟ ਦੇ ਵਿੱਚ ਕਨਫਿਊਜ਼ ਨਹੀਂ ਹੋਣਾ ਤੁਸੀਂ ਸਿੰਪਲ ਇਸ ਨੂੰ ਡਿਵਾਈਡ ਵਾਲਾ ਕਾਲਮ ਬਣਾ ਕੇ 12 ਨਾਲ ਡਿਵਾਈਡ ਕਰੋ ਡਿਵਾਈਡ ਕਰਕੇ ਤੁਹਾਡੇ ਕੋਲ ਆਨਸਰ ਆਊਗਾ 1280। ਹੁਣ ਇੱਥੇ ਕੁਐਸਚਨ ਦੇ ਵਿੱਚ 2 ਛੱਡ ਕੇ ਪੁਆਇੰਟ ਹੈ ਤੁਸੀਂ ਇਹਦੇ ਵਿੱਚ ਵੀ 2 ਛੱਡ ਕੇ ਪੁਆਇੰਟ ਇੱਥੇ ਲਗਾ ਲੈਣਾ ਤੁਹਾਡੇ ਕੋਲ ਆ ਗਿਆ 12.8 ਪਿੱਛੇ ਵਾਲੀ 0 ਤੁਸੀਂ ਲਗਾਓ ਜਾਂ ਨਾ ਲਗਾਓ ਇਸ ਦਾ ਕੋਈ ਇਸ਼ੂ ਨਹੀਂ ਹੈ। ਫਿਰ ਇਸ ਨੂੰ ਮਲਟੀਪਲਾਈ ਕਰ ਦੇਣਾ 15 ਦਾ ਕੱਢਣੀ ਤੁਸੀਂ ਕੋਸਟ ਆ ਤੁਸੀਂ 15 ਨਾਲ ਮਲਟੀਪਲਾਈ ਕਰ ਦਿਓ ਫਿਰ ਉਸੇ ਤਰੀਕੇ ਨਾਲ ਤੁਸੀਂ ਪੁਆਇੰਟ ਦੇ ਵਿੱਚ ਕਨਫਿਊਜ਼ ਨਹੀਂ ਹੋਣਾ 128 ਨੂੰ 15 ਨਾਲ ਸਿੰਪਲ ਮਲਟੀਪਲਾਈ ਕਰੋ ਆਨਸਰ ਆ ਜਾਏਗਾ ਸਾਡੇ ਕੋਲ 1920। ਇੱਥੇ ਇੱਕ ਛੱਡ ਕੇ ਪੁਆਇੰਟ ਹੈ ਤੁਸੀਂ ਇੱਥੇ ਵੀ ਇੱਕ ਛੱਡ ਕੇ ਪੁਆਇੰਟ ਲਗਾ ਦਿਓ
ਸੋ ਆਨਸਰ ਆ ਜਾਏਗਾ ਸਾਡੇ ਕੋਲ 192 ਰੁਪੀਸ। ਨੈਕਸਟ ਕੁਐਸਚਨ ਆਪਣੇ ਕੋਲ ਇਫ 5 men can do a certain work in 14 days, ਕਹਿੰਦੇ ਜੇ 5 ਵਿਅਕਤੀ ਇੱਕ ਕੰਮ ਨੂੰ 14 ਦਿਨ ਚ ਕਰ ਸਕਦੇ ਹਨ, then how long will 7 men take to complete the same work, ਤਾਂ ਕਹਿੰਦੇ 7 ਵਿਅਕਤੀ ਉਸੇ ਕੰਮ ਨੂੰ ਕਿੰਨੇ ਦਿਨਾਂ ਵਿੱਚ ਪੂਰਾ ਕਰ ਸਕਣਗੇ। ਸੋ ਸਿੰਪਲ ਗੱਲ ਹੈ ਜੀ, ਜੇ 14 ਦਿਨਾਂ ਦੇ ਵਿੱਚ 5 ਵਿਅਕਤੀ ਕੰਪਲੀਟ ਕਰ ਦਿੰਦੇ ਆ ਕੰਮ, ਤਾਂ ਇੱਕ ਮੈਨ ਕਿੰਨੇ ਦਿਨਾਂ ਵਿੱਚ ਕਰੇਗਾ। ਇਸ ਨੂੰ 40 ਨੂੰ 5 ਨਾਲ ਮਲਟੀਪਲਾਈ ਕਰ ਦਿਓ, ਆਨਸਰ ਆ ਜਾਏਗਾ ਆਪਣੇ ਕੋਲ 70। ਵੀ ਇੱਕ ਬੰਦਾ ਜਿਹੜਾ ਫਿਰ ਉਹ 70 ਦਿਨਾਂ ਦੇ ਵਿੱਚ ਕੰਪਲੀਟ ਕਰੇਗਾ। ਸੋ 70 ਨੂੰ ਅਸੀਂ 7 ਨਾਲ ਡਿਵਾਈਡ ਕਰ ਦੋ, ਡਿਵਾਈਡ ਕਰਕੇ ਆ ਜਾਏਗਾ ਸਾਡੇ ਕੋਲ 10 ਡੇਜ਼। 7 ਬੰਦੇ ਜਿਹੜੇ ਨੇ 7 ਵਿਅਕਤੀ ਉਸੇ ਕੰਮ ਨੂੰ 10 ਦਿਨ ਦੇ ਵਿੱਚ ਪੂਰਾ ਕਰਨ। ਨੈਕਸਟ ਹੈ ਜੀ ਆਪਣੇ ਕੋਲ a train 400 ਮੀਟਰ ਲੌਂਗ is running at speed of 72 ਕਿਲੋਮੀਟਰ ਪਰ ਆਰ, ਕਹਿੰਦੇ ਇੱਕ 400 ਮੀਟਰ ਲੰਬੀ ਰੇਲ ਗੱਡੀ 72 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਚੱਲ ਰਹੀ ਹੈ। How much time will it take to cross an electrical pole, ਇੱਕ ਬਿਜਲੀ ਦੇ ਖੰਭੇ ਨੂੰ ਪਾਰ ਕਰਨ ਲਈ ਉਹ ਕਿੰਨਾ ਸਮਾਂ ਲਏਗੀ। ਸੋ ਤੁਸੀਂ ਇੱਥੇ ਕੁਐਸਚਨ ਸੋਲਵ ਕਰਨ ਲਈ ਪਹਿਲਾਂ ਕੀ ਦੇਖਣਾ ਹੈ ਕਿ ਜਿਹੜੀ ਟ੍ਰੇਨ ਆ ਕਿੰਨੇ ਮੀਟਰ ਹੈ, 400 ਮੀਟਰ ਹੈ, ਇਹ ਮੀਟਰ ਚ ਦਿੱਤੀ ਗਈ ਹੈ, ਔਰ ਇੱਥੇ ਜਿਹੜੀ ਸਪੀਡ ਹੈ ਕਿਲੋਮੀਟਰ ਚ ਹੈ। ਤਾਂ ਫਸਟ ਸਟੈਪ ਸਾਡਾ ਕੀ ਹੈ ਕਿ ਅਸੀਂ ਕਿਲੋਮੀਟਰ ਨੂੰ ਮੀਟਰ ਦੇ ਵਿੱਚ ਕਨਵਰਟ ਕਰਾਂਗੇ। ਸੋ 1 ਕਿਲੋਮੀਟਰ ਇਜ਼ ਇਕੁਅਲ ਟੂ 1000 ਮੀਟਰ, 72 ਕਿਲੋਮੀਟਰ ਇਜ਼ ਇਕੁਅਲ ਟੂ 72000 ਮੀਟਰ। ਹੁਣ ਅਪਾਉਨ ਦੇ ਵਿੱਚ ਕੀ ਹੈ r, ਇਸ ਨੂੰ ਅਸੀਂ ਸੈਕਿੰਡ ਦੇ ਵਿੱਚ ਕਨਵਰਟ ਕਰਾਂਗੇ। 1 r ਇਜ਼ ਇਕੁਅਲ ਟੂ 3600 ਸੈਕਿੰਡ। ਸੋ ਇਹਨੂੰ ਨੀਚੇ ਅਪਾਉਨ ਚ ਕਰ ਦਾਂਗੇ। 36 ਨੂੰ 720 ਨਾਲ ਕਟਿੰਗ ਕੀਤੀ ਤਾਂ ਸਾਡੇ ਕੋਲ ਆ ਗਿਆ 20 ਮੀਟਰ ਪਰ ਸੈਕਿੰਡ। ਫਿਰ ਇਸ ਨੂੰ ਅਸੀਂ ਡਿਵਾਈਡ ਕਰਾਂਗੇ 400 ਦੇ ਨਾਲ, 400 ਅਪਾਉਨ 20 ਸੋਲਵ ਕਰਕੇ ਸਾਡੇ ਕੋਲ ਆਨਸਰ ਆਊਗਾ 20 ਸੈਕਿੰਡ। ਇਹ ਸਾਡੇ ਕੋਲ ਫਾਈਨਲ ਆਨਸਰ ਹੋਏਗਾ 20 ਸੈਕਿੰਡ। ਨੈਕਸਟ ਹੈ ਜੀ ਆਪਣੇ ਕੋਲ ਫੈਕਟਰਾਈਜ਼ 4x ਸਕੁਅਰ ਮਾਈਨਸ 12x। ਸੋ ਸਿੰਪਲ ਗੱਲ ਹੈ, ਤੁਸੀਂ ਕੀ ਕਰਨਾ ਹੈ 4x ਸਕੁਅਰ ਮਾਈਨਸ 12x 4 ਦੇ ਫੈਕਟਰ ਬਣਾ ਲਓ ਪਹਿਲਾਂ, ਐਂਡ x ਦੀ ਪਾਵਰ 2 ਹੈ ਤਾਂ ਇਸ ਮੀਨਸ x 2 ਵਾਰੀ, ਫਿਰ ਮਾਈਨਸ, ਫਿਰ 12 ਦੇ ਫੈਕਟਰ 2 ਮਲਟੀਪਲਾਈ 3 ਮਲਟੀਪਲਾਈ x। ਹੁਣ ਤੁਸੀਂ ਕੀ ਦੇਖਣਾ, ਮਾਈਨਸ ਤੋਂ ਲੈਫਟ ਸਾਈਡ ਐਂਡ ਮਾਈਨਸ ਤੋਂ ਰਾਈਟ ਸਾਈਡ। ਕਾਮਨ ਕੀ ਹੈ 2 ਇਸ ਨੂੰ ਬਾਹਰ ਕੱਢ ਲਓ, ਫਿਰ ਇੱਕ 2 ਕਾਮਨ ਆ ਰਿਹਾ ਆਪਣੇ ਕੋਲ, ਉਸ ਨੂੰ ਮਲਟੀਪਲਾਈ ਪਾ ਕੇ ਬਾਹਰ ਲਿਖ ਲੈਣਾ। ਇੱਕ x ਕਾਮਨ ਆਪਣੇ ਕੋਲ, ਮਲਟੀਪਲਾਈ ਪਾ ਕੇ x ਲਿਖ ਲਓ। ਹੁਣ ਆਪਣੇ ਕੋਲ ਜਿਹੜੇ ਕਾਮਨ ਫੈਕਟਰ ਖਤਮ ਹੋ ਗਏ। ਹੁਣ ਮਾਈਨਸ ਤੋਂ ਲੈਫਟ ਸਾਈਡ ਕੀ ਬਚਿਆ ਆਪਣੇ ਕੋਲ x, ਫਿਰ ਇੱਥੇ ਬ੍ਰੈਕਟ ਸਟਾਰਟ ਕਰੋ। x ਜਿਹੜਾ ਸਾਈਨ ਇੱਥੇ ਦਿੱਤਾ ਹੈ ਉਹੀ ਤੁਸੀਂ ਇੱਥੇ ਬ੍ਰੈਕਟ ਦੇ ਵਿੱਚ ਪੁੱਟ ਕਰਨਾ ਹੈ। ਦੂਜੀ ਸਾਈਡ ਕੀ ਬਚਿਆ ਆਪਣੇ ਕੋਲ 3। ਸੋ ਬਾਹਰ ਆਏ ਨੂੰ ਮਲਟੀਪਲਾਈ ਕਰਕੇ 4x ਐਂਡ ਬ੍ਰੈਕਟ ਦੇ ਅੰਦਰ 4x ਮਾਈਨਸ 3। ਸੋ ਇਹ ਕੀ ਹੋਊਗਾ ਆਪਣੇ ਕੋਲ ਫਾਈਨਲ ਆਨਸਰ। ਇਸੇ ਤਰੀਕੇ ਨਾਲ ਤੁਸੀਂ ਇਹ ਬਾਕੀ ਜਿਹੜੇ ਨੇ ਸੋਲਵ ਕਰਨੇ ਆ। ਨੈਕਸਟ ਆਈ ਸਾਡੇ ਕੋਲ ਫਾਈਂਡ ਦਾ ਫੈਕਟਰ ਯੂਜ਼ਿੰਗ ਆਇਡੈਂਟੀ। ਇਹ ਤੁਸੀਂ ਆਇਡੈਂਟੀ ਯੂਜ਼ ਕਰਨੀ ਹੈ। x ਸਕੁਅਰ ਮਾਈਨਸ 10x ਪਲਸ 25। ਸਿੰਪਲ ਕੀ ਦੇਖਣਾ ਤੁਸੀਂ, ਜਿਹੜਾ ਸੈਂਟਰ ਵਿੱਚ ਦਿੱਤਾ ਮਾਈਨਸ 10x, ਐਸਾ ਡਿਜਿਟ ਕਿਹੜਾ ਹੈ ਜਿਸ ਨੂੰ ਪਲੱਸ ਕਰਕੇ 10 ਬਣਦਾ, ਇਸ ਦਾ ਯਾਨੀ ਹਾਫ ਕਰ ਲੈਣਾ ਤੁਸੀਂ 10 ਦਾ 5 ਆਪਾਂ ਨੂੰ ਦੇਖੋ ਆਨਸਰ ਚਾਹੀਦਾ ਹੈ ਮਾਈਨਸ ਦੇ ਵਿੱਚ, ਸੋ ਦੋਨਾਂ ਅੱਗੇ ਮਾਈਨਸ ਲਗਾਵਾਂਗੇ। ਮਾਈਨਸ ਮਾਈਨਸ ਪਲੱਸ, ਜਦੋਂ ਵੀ ਸੇਮ ਡਿਜਿਟ ਹੁੰਦੇ ਆ ਉਹ ਦੋਨਾਂ ਅੱਗੇ ਮਾਈਨਸ ਹੁੰਦਾ ਹੈ, ਤਾਂ ਸਾਡੇ ਕੋਲ ਡਿਜਿਟ ਜਿਹੜੇ ਆ ਪਲੱਸ ਹੋ ਜਾਂਦੇ ਆ ਔਰ ਪਾਵਰ ਔਰ ਸਾਈਨ ਜਿਹੜਾ ਉਹ ਮਾਈਨਸ ਆ ਜਾਂਦਾ। ਸੋ ਨੈਕਸਟ x ਸਕੁਅਰ ਐਜ਼ ਇਟ ਇਜ਼ ਮਾਈਨਸ 5 ਜਿਹੜੇ ਅਸੀਂ ਫੈਕਟਰ ਬਣਾਏ ਨਾਲ x, ਇਹ ਦੋਨਾਂ ਦੇ ਨਾਲ ਪੁੱਟ ਕਰਨਾ ਹੈ ਐਂਡ 25। ਇਹਨਾਂ ਦੋਨਾਂ ਚੋਂ ਕਾਮਨ ਕੀ ਨਿਕਲੂਗਾ ਆਪਣੇ ਕੋਲ x, ਬ੍ਰੈਕਟਸ ਕੀ ਰਹੇਗਾ ਆਪਣੇ ਕੋਲ x ਮਾਈਨਸ 5। ਸੋ ਇਸੇ ਤਰੀਕੇ ਨਾਲ ਇਹਨਾਂ ਦੋਨਾਂ ਚੋਂ ਕਾਮਨ ਕੀ ਨਿਕਲਿਆ ਆਪਣੇ ਕੋਲ 5, ਅੰਦਰ ਰਹਿ ਗਿਆ ਆਪਣੇ ਕੋਲ x ਮਾਈਨਸ 5। ਹੁਣ ਜਿਹੜੇ ਆਪਣੇ ਕੋਲ ਬ੍ਰੈਕਟ ਤੋਂ ਬਾਹਰ ਨੇ ਉਹਨਾਂ ਨੂੰ ਇੱਕ ਬ੍ਰੈਕਟ 'ਚ ਬੰਦ ਕਰ ਦੇਣਾ, ਔਰ ਜਿਹੜੀ ਇਹ ਸੇਮ ਬ੍ਰੈਕਟ ਹੈ ਇਹਨੂੰ ਵੀ ਇੱਕ ਵਾਰੀ ਲਿਖ ਦੇਣਾ। ਸੋ ਇਹ ਸਾਡੇ ਕੋਲ ਬਣ ਗਏ ਫੈਕਟਰਾਈਜ਼। ਇਸੇ ਤਰੀਕੇ ਨਾਲ ਤੁਸੀਂ ਇਹ ਨੈਕਸਟ ਕੁਐਸਚਨ ਵੀ ਸੋਲਵ ਕਰ ਸਕਦੇ ਹੋ। ਨੈਕਸਟ ਆਪਣੇ ਕੋਲ ਗੁਣਨਖੰਡ ਪਤਾ ਕਰੋ ਫੈਕਟਰਾਈਜ਼। ਹੁਣ ਇਹ 4 ਡਿਜਿਟ ਵਾਲੇ ਆ ਗਏ, ਇਹ ਵੀ ਸੇਮ ਉਸੇ ਤਰੀਕੇ ਨਾਲ। ਇਹਦੇ ਵਿੱਚ ਤੁਸੀਂ ਇਸ ਨੂੰ ਦੋ ਪਾਰਟ ਦੇ ਵਿੱਚ ਡਿਵਾਈਡ ਕਰ ਲੈਣਾ। ਪਹਿਲਾਂ ਇਹਨਾਂ ਦੋਨਾਂ ਚੋਂ ਕਾਮਨ ਕਰ ਲੈਣਾ x, ਅੰਦਰ ਰਹਿ ਗਿਆ ਆਪਣੇ ਕੋਲ x ਪਲੱਸ y, ਐਂਡ ਨੈਕਸਟ ਦੂਜੀ ਸਾਈਡ ਵੀ ਦੋਨਾਂ ਚੋਂ ਕਾਮਨ ਆ ਗਿਆ ਆਪਣੇ ਕੋਲ 10, ਅੰਦਰ ਰਹਿ ਗਿਆ ਆਪਣੇ ਕੋਲ x ਪਲੱਸ y। ਹਮੇਸ਼ਾ ਤੁਸੀਂ ਇੱਥੇ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਜਿਹੜੀ ਫਸਟ ਬ੍ਰੈਕਟ ਤੁਹਾਡੇ ਕੋਲ ਬਣੂਗੀ, ਸੈਕਿੰਡ ਬ੍ਰੈਕਟ ਹਮੇਸ਼ਾ 200% ਸੇਮ ਬਣੇਗੀ। ਅਗਰ ਸੇਮ ਨਹੀਂ ਬਣਦੀ ਤੁਹਾਡੀ, that means ਸਾਡਾ ਕੁਐਸਚਨ ਜਿਹੜਾ ਗਲਤ ਜਾ ਰਿਹਾ। ਸੋ ਜਿਹੜੇ ਬਾਹਰ ਵਾਲੇ ਡਿਜਿਟ ਨੇ ਉਹਨਾਂ ਨੂੰ ਇੱਕ ਬ੍ਰੈਕਟ ਦੇ ਵਿੱਚ, ਐਂਡ ਜਿਹੜੀ ਸੇਮ ਬ੍ਰੈਕਟ ਹੈ ਉਹਨਾਂ ਨੂੰ ਇੱਕ ਬ੍ਰੈਕਟ ਦੇ ਵਿੱਚ ਬੰਦ ਕਰਕੇ ਇਹ ਕੀ ਬਣ ਗਿਆ ਸਾਡੇ ਕੋਲ ਫਾਈਨਲ ਆਨਸਰ। ਸੋ ਨੈਕਸਟ ਇਹ ਵੀ ਤੁਸੀਂ ਇਸ ਤਰੀਕੇ ਨਾਲ ਸੋਲਵ ਕਰ ਸਕਦੇ ਹੋ। ਨੈਕਸਟ ਹੈ ਸਾਡੇ ਕੋਲ ਡਿਵਾਈਡ ਕਿਵੇਂ ਕਰਨਾ, ਜਿਵੇਂ -20x4 ਡਿਵਾਈਡ ਦਾ ਮਤਲਬ ਕੀ ਹੈ, ਦੂਜੀ ਵੈਲਿਊ ਨੂੰ ਤੁਸੀਂ ਇਸ ਦੇ ਨੀਚੇ ਲਿਖ ਦਿਓ। ਹੁਣ ਇਸ ਨੂੰ ਕਟਿੰਗ ਕਰ ਦਿਓ 10 2 ਦਾ 20। ਇੱਥੇ ਜੇ ਤੁਸੀਂ ਖੋਲ ਕੇ ਲਿਖ ਸਕਦੇ ਹੋ ਇੱਥੇ, ਜੇ ਨਹੀਂ ਤੁਹਾਨੂੰ ਸਮਝ ਆਉਂਦਾ ਤਾਂ x ਦੀ 4 ਹੈ ਔਰ ਨੀਚੇ ਸਿੰਗਲ x ਹੈ। ਇੱਕ x ਨਾਲ x ਕੱਟਿਆ ਗਿਆ, ਸਾਡੇ ਕੋਲ ਕਿੰਨੇ ਬਚ ਗਏ 3x। ਸੋ ਇੱਥੇ -2x ਦੀ ਪਾਵਰ 3 ਇਹ ਆਨਸਰ ਬਣ ਜਾਏਗਾ। ਸੋ ਇਸੇ ਤਰੀਕੇ ਨਾਲ ਤੁਸੀਂ
ਬਾਕੀ ਵੀ ਸੋਲਵ ਕਰ ਸਕਦੇ ਹੋ। ਨੈਕਸਟ ਆਈ ਆਪਣੇ ਕੋਲ ਇਸ ਤਰੀਕੇ ਨਾਲ ਡਿਵਾਈਡ ਵਾਲਾ 10x 25 ਡਿਵਾਈਡ 5। ਤੁਸੀਂ ਕੀ ਕਰਨਾ ਹੈ, ਪਹਿਲਾਂ ਉੱਪਰ ਇਹਨਾਂ ਦੋਨਾਂ ਦੇ ਵਿੱਚੋਂ ਕਾਮਨ ਕੱਢ ਲੈਣਾ। ਕਾਮਨ ਆ ਗਿਆ ਆਪਣੇ ਕੋਲ 5, ਅੰਦਰ ਰਹਿ ਗਿਆ ਆਪਣੇ ਕੋਲ 2x 5, ਨੀਚੇ 5 ਨਾਲ 5 ਦੀ ਕਟਿੰਗ ਹੋ ਗਈ, ਆਪਣੇ ਕੋਲ ਆਨਸਰ ਬਚ ਗਿਆ 2x 5। ਨੈਕਸਟ ਕੁਐਸਚਨ ਹੈ ਜੀ ਆਪਣੇ ਕੋਲ 4p² 9q²। ਅਗਰ ਇਸ ਤਰੀਕੇ ਦੇ ਕੁਐਸਚਨ ਆ ਜਾਂਦੇ ਆ, ਤੁਸੀਂ ਕੀ ਕਰਨਾ ਹੈ, ਪਹਿਲਾਂ 4 ਦਾ ਸਕੁਅਰ ਬਣਾ ਦੇਣਾ ਹੈ। 4 ਕਿਸ ਦਾ ਸਕੁਅਰ ਹੈ, 2 ਦਾ, ਐਂਡ 9 ਕਿਸ ਦਾ ਸਕੁਅਰ ਹੈ, 3 ਦਾ। ਸੋ ਇਸੇ ਤਰੀਕੇ ਨਾਲ ਤੁਸੀਂ ਬਾਹਰ ਸਕੁਅਰ ਲਗਾ ਦੇਣਾ ਦੋਨਾਂ ਦੇ, ਫਿਰ ਇੱਥੇ ਤੁਹਾਡੇ ਕੋਲ ਆਇਡੈਂਟੀ ਬਣ ਜੂਗੀ। ਫਿਰ a² - b² = a + b, a - b। ਸੋ ਇੱਥੇ ਵੈਲਿਊ ਪੁੱਟ ਕਰਕੇ ਸਾਡੇ ਕੋਲ ਆਨਸਰ ਬਣ ਜੂਗਾ 2p + 3q and second bracket ਦੇ ਵਿੱਚ 2p - 3q। next question ਆਪਣੇ ਕੋਲ the given pie chart shows the percentage viewers watching different type of TV channels। ਕਹਿੰਦੇ ਦਿੱਤੇ ਗਏ ਪਾਈ ਚਾਰਟ ਦੇ ਵਿੱਚ ਸ਼ੋ ਕੀ ਹੋ ਰਿਹਾ, ਪਰਸੈਂਟੇਜ ਸ਼ੋ ਹੋ ਰਹੀ ਹੈ ਵਿਊਅਰਸ ਦੀ ਜਿਹੜੇ ਕੀ ਦੇਖਦੇ ਨੇ, ਟੀਵੀ ਚੈਨਲ ਦੇਖਦੇ ਨੇ। find the number of viewers watching the sports channel। ਕਹਿੰਦੇ ਤੁਸੀਂ ਦੇਖਣ ਵਾਲਿਆਂ ਦੀ ਗਿਣਤੀ ਪਤਾ ਕਰਨੀ ਹੈ, ਕਿਹੜੇ, ਜਿਹੜੇ ਸਪੋਰਟਸ ਚੈਨਲ ਦੇਖਦੇ ਆ। if the number of viewers watching the news channel is 30,000। ਜੇ ਨਿਊਜ਼ ਚੈਨਲ ਦੇਖਣ ਵਾਲੇ ਦੀ ਗਿਣਤੀ ਜਿਹੜੀ ਹੈ 30,000 ਹੈ। ਸੋ ਪਹਿਲਾਂ ਇਹਨੂੰ ਕਿੱਦਾਂ ਕਰਾਂਗੇ, ਨੰਬਰ ਆਫ ਵਿਊਅਰਸ ਆਫ ਨਿਊਜ਼ ਚੈਨਲ 30,000, 50% ਆਫ ਟੋਟਲ ਵਿਊਅਰਸ ਆਫ ਡਿਫਰੈਂਟ ਟਾਈਪ ਆਫ ਟੀਵੀ ਚੈਨਲ। ਸੋਲਵ ਕਰਕੇ ਸਾਡੇ ਕੋਲ ਆਨਸਰ ਆ ਜਾਊਗਾ। ਤਾਂ ਇੱਥੇ ਮਲਟੀਪਲਾਈ ਵਿੱਚ ਪਾਵਾਂਗੇ 15/100 ਟੋਟਲ ਵਿਊਅਰਸ ਆਫ ਡਿਫਰੈਂਟ ਟਾਈਪ ਆਫ ਟੀਵੀ ਚੈਨਲ 30,000। ਹੁਣ ਤੁਹਾਨੂੰ ਪਤਾ ਜਦੋਂ ਇੱਕ ਜਿਹੜਾ ਮਲਟੀਪਲਾਈ ਹੋਵੇ ਔਰ ਵੈਲਿਊ ਜਿਹੜਾ ਦੂਜੀ ਸਾਈਡ ਜਾਂਦੀ ਹੈ, ਫਿਰ ਕੀ ਹੁੰਦਾ, ਰੈਸਿਪਰੋਕਲ ਹੋ ਜਾਂਦੀ ਹੈ। ਰੈਸਿਪਰੋਕਲ ਹੋ ਕੇ 100 ਉੱਪਰ 50 ਨੀਚੇ, ਕਟਿੰਗ ਕਰਕੇ ਸੋਲਵ ਕਰਕੇ ਇਹਨਾਂ ਨੂੰ ਆਨਸਰ ਆ ਜਾਏਗਾ 2 ਲੱਖ। ਹੁਣ ਨੰਬਰ ਆਫ ਵਿਊਅਰਸ ਆਫ ਸਪੋਰਟਸ ਚੈਨਲ 25% ਕੱਢ ਦਾਂਗੇ ਅਸੀਂ, ਤਾਂ ਸਾਡੇ ਕੋਲ ਆਨਸਰ ਆ ਜਾਊਗਾ ਸੋਲਵ ਕਰਕੇ 50,000। ਸੋ ਇਸ ਕੁਐਸਚਨ 'ਚ ਸਭ ਤੋਂ ਪਹਿਲਾਂ ਕੀਤਾ ਕੀ ਸੀ ਅਸੀਂ, ਟੋਟਲ ਵਿਊਅਰਸ, ਯਾਨੀ ਟੋਟਲ ਵਿਊਅਰਸ ਦਾ ਆਪਾਂ ਕੱਢ ਲਿਆ ਵੀ ਟੋਟਲ ਵਿਊਅਰਸ ਕਿੰਨੇ ਨੇ। ਉਹ ਸਾਡੇ ਕੋਲ 2 ਲੱਖ ਆਇਆ ਸੀ, ਫਿਰ ਉਹ 'ਚ 25% ਜਿਹੜਾ ਜਿਸ ਦਾ ਅਸੀਂ ਦੇਖਣਾ ਸੀ ਸਪੋਰਟਸ ਚੈਨਲ ਦਾ, ਉਸ ਨੂੰ ਅਸੀਂ ਸੋਲਵ ਕਰ ਦਿੱਤਾ। ਨੈਕਸਟ ਸਾਡੇ ਕੋਲ ਦਾ ਗਿਵਨ ਪਾਈ ਚਾਰਟ ਗਿਵਸ ਦਾ ਸੇਲਸ ਇਨ ਪਰਸੈਂਟੇਜ ਆਫ ਡਿਫਰੈਂਟ ਆਈਟਮ ਆਫ ਬੇਕਰਸ ਸ਼ੌਪ ਔਨ ਅ ਪਾਰਟਿਕੂਲਰ ਡੇ। ਕਹਿੰਦੇ ਖਾਸ ਦਿਨ ਕਿਸੇ ਬੇਕਰੀ ਦੀ ਦੁਕਾਨ ਵਿੱਚ ਵਸਤੂਆਂ ਦੀ ਵਿਕਰੀ ਨੂੰ ਪਰਸੈਂਟੇਜ ਦੇ ਵਿੱਚ ਦਿਖਾਇਆ ਗਿਆ। ਇਫ ਦਾ ਸੇਲਸ ਇਨ ਰੁਪੀਸ ਆਫ ਆਰਡੀਨਰੀ ਬ੍ਰੈਡ ਇਨ ਰੁਪੀਸ 330। ਕਹਿੰਦੇ ਜੇਕਰ ਆਮ ਬ੍ਰੈਡ ਦੀ ਵਿਕਰੀ ਤੋਂ 330 ਰੁਪਏ ਪ੍ਰਾਪਤ ਹੋਏ ਹੋਣ, ਦੈਨ ਫਾਈਂਡ ਦਾ ਸੇਲ ਇਨ ਰੁਪੀਸ ਆਫ ਦਾ ਕੇਕਸ ਐਂਡ ਪੇਸਟਰੀਜ਼ ਔਨ ਦੈਟ ਡੇ। ਕਹਿੰਦਾ ਕੇਕ ਅਤੇ ਪੇਸਟਰੀ ਦੀ ਵਿਕਰੀ ਤੋਂ ਪ੍ਰਾਪਤ ਹੋਈ ਰਾਸ਼ੀ ਪਤਾ ਕਰੋ। ਸੋ ਸੇਲਸ ਇਨ ਰੁਪੀਸ ਫਰਮ ਆਰਡੀਨਰੀ ਬ੍ਰੈਡ ਰੁਪੀਸ 330। ਸੋ ਆਰਡੀਨਰੀ ਬ੍ਰੈਡ ਦਿੱਤੀ ਹੈ ਸਾਨੂੰ 44%, तो 44% ਅਸੀਂ ਇਸ ਤਰ੍ਹਾਂ ਹੀ 44/100 ਮਲਟੀਪਲਾਈ ਟੋਟਲ ਸੇਲ ਦਾ 44/100 ਦੂਜੀ ਸਾਈਡ ਜਾਊਗਾ ਤਾਂ ਵੈਲਿਊ ਰੈਸਿਪਰੋਕਲ। ਸਾਡੇ ਕੋਲ ਰੁਪੀਸ ਆ ਗਏ 750, ਟੋਟਲ ਸੇਲ ਹੋ ਗਈ ਸਾਡੇ ਕੋਲ 750। ਫਿਰ ਕੇਕ ਤੇ ਪੇਸਟਰੀ ਦਾ ਕਰ ਦਾਂਗੇ 20% ਆਫ 750। ਸੋਲਵ ਕਰਕੇ ਸਾਡੇ ਕੋਲ ਆਨਸਰ ਆ ਜਾਊਗਾ 150। ਕੋਈ ਕੁਐਸਚਨ ਸਾਡੇ ਕੋਲ ਗ੍ਰਾਫ ਵਾਲਾ ਵੀ ਆ ਜਾਂਦਾ ਹੈ। ਦਾ ਫੋਲੋਇੰਗ ਲਾਈਨ ਗ੍ਰਾਫ shows the yearly sales figure for a manufacturing company। study the graph and answer the following question। compute the difference between the sales in 2002 and 2006। ਤੁਸੀਂ ਇੱਥੇ ਦੇਖ ਲੈਣਾ 2002 and 2006 ਦੇ ਵਿੱਚ ਡਿਫਰੈਂਸ ਦੇਖਣਾ ਸੀ ਉਸ ਵੈਲਿਊ ਦਾ। ਇਹ ਦਿੱਤੀ ਹੈ ਸਾਨੂੰ ਕਰੋੜ ਦੇ ਵਿੱਚ ਵੈਲਿਊਜ਼। 2002 ਦੇ ਵਿੱਚ ਹੋਈ ਸਾਡੇ ਕੋਲ 4 ਕਰੋੜ ਐਂਡ 2006 ਦੇ ਵਿੱਚ ਹੋਈ ਸਾਡੇ ਕੋਲ 8 ਕਰੋੜ। ਸੋ ਡਿਫਰੈਂਸ ਕੀ ਕਰਨਾ ਹੈ, ਅਸੀਂ 8 ਚੋਂ ਮਾਈਨਸ ਕਰ ਦੇਣਾ, ਸੋ ਸਾਡੇ ਕੋਲ ਕੀ ਬਚਿਆ 4 ਕਰੋੜ। ਨੈਕਸਟ ਹੈ ਇਨ ਵਿਚ ਈਅਰ ਵਾਸ देयर ਦਾ ਗ੍ਰੇਟੈਸਟ ਡਿਫਰੈਂਸ ਬਿਟਵੀਨ ਦਾ ਸੇਲ ਐਜ਼ ਕੰਪੇਅਰ ਟੂ ਇਟਸ ਪ੍ਰੀਵੀਅਸ ਈਅਰ। ਕਹਿੰਦੇ ਕਿਸ ਸਮੇਂ ਦੇ ਵਿੱਚ ਵਿਕਰੀ ਦਾ ਇਹ ਅੰਤਰ ਸਭ ਤੋਂ ਜ਼ਿਆਦਾ ਸੀ। ਸੋ ਅੰਤਰ ਸਭ ਤੋਂ ਜ਼ਿਆਦਾ ਸੀਗਾ, ਦੇਖੋ ਕਿਸ ਦਾ ਗ੍ਰਾਫ ਜਿਹੜਾ ਉੱਪਰ ਜਾ ਰਿਹਾ 2005 ਦੇ ਵਿੱਚ ਸਭ ਤੋਂ ਟੌਪ ਤੇ ਗਿਆ। ਸੋ ਸਾਡੇ ਕੋਲ ਆਨਸਰ ਹੋ ਜਾਏਗਾ ਈਅਰ 2005। ਨੈਕਸਟ ਹੈ ਸਾਡੇ ਕੋਲ ਇਫ 21/5 is a multiple of 9 where y is a digit, what is the value of y। ਕਹਿੰਦੇ ਜੇ ਇਹ ਵੈਲਿਊ ਜਿਹੜੀ ਹੈ 9 ਦਾ ਮਲਟੀਪਲ ਹੈ ਤਾਂ y ਡਿਜਿਟ ਕੀ ਹੋਏਗਾ, ਆਪਣੇ ਕੋਲ y ਦੀ ਵੈਲਿਊ ਕੀ ਹੋਏਗੀ। the sum of digit of number, ਇਹਨਾਂ ਨੂੰ ਸਮ ਕਰਕੇ ਪਹਿਲਾਂ ਇੱਥੇ ਆਨਸਰ ਲਿਖਾਂਗੇ। y ਨੂੰ ਐਜ਼ ਇਟ ਇਜ਼ ਲਿਖ ਲੈਣਾ, ਬਾਕੀ ਜਿਹੜੇ ਨੇ ਪਲੱਸ ਕਰ ਦਾਂਗੇ। 8 ਆ ਗਿਆ, 8 + y ਦਾ ਨੰਬਰ ਆਫ ਮਲਟੀਪਲ ਕਿਸ ਦਾ ਇਹ 9 ਦਾ। ਸੋ 8 + y is also a multiple 9, ਜੋ ਅਸੀਂ ਬਣਾਇਆ ਉਹ ਵੀ ਫਿਰ 9 ਦਾ ਮਲਟੀਪਲ ਹੋਇਆ। ਸੋ ਦੇਅਰਫੋਰ ਅਸੀਂ ਲਿਖ ਦੇਣਾ 8 + y = 9। 8 ਜਾ ਕੇ ਦੂਜੀ ਸਾਈਡ ਬਣ ਗਿਆ ਆਪਣੇ ਕੋਲ ਮਾਈਨਸ ਦਾ, 9 - 8 ਕੀ ਬਣ ਗਿਆ ਆਪਣੇ ਕੋਲ 1। ਸੋ y ਦੀ ਵੈਲਿਊ ਆ ਗਈ ਆਪਣੇ ਕੋਲ 1। ਇਹ ਸੀ ਜੀ ਸਾਡੇ ਕੋਲ ਮੈਥ ਦੇ ਇੰਪੋਰਟੈਂਟ ਕੁਐਸਚਨ। ਆਈ ਹੋਪ ਤੁਹਾਨੂੰ ਕੁਐਸਚਨ ਜਿਹੜੇ ਨੇ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ। ਵੀਡੀਓ ਬਹੁਤ ਲੰਬੀ ਬਣੀ ਹੈ, ਪਰ ਸਾਰੇ ਕੁਐਸਚਨ ਜਿਹੜੇ ਨੇ ਇੰਪੋਰਟੈਂਟ ਕੁਐਸਚਨ ਉਹ ਇਹਦੇ ਵਿੱਚ ਕਵਰ ਕਰ ਦਿੱਤੇ ਨੇ। ਅੱਜ ਸ਼ਾਮ ਨੂੰ ਮੈਥ ਦੀ ਲਾਈਵ ਕਲਾਸ ਵੀ ਲਾਈ ਜਾਵੇਗੀ, ਜਿਸ ਦੇ ਵਿੱਚ ਤੁਹਾਡੇ ਲਈ ਹੋਰ ਇੰਪੋਰਟੈਂਟ ਕੁਐਸਚਨ ਜਿਹੜੇ ਆ ਡਿਸਕਸ ਕੀਤੇ ਜਾਣਗੇ ਔਰ ਤੁਹਾਡੀ ਪ੍ਰੋਬਲਮਸ ਵੀ ਡਿਸਕਸ ਕੀਤੀ ਜਾਏਗੀ। ਸੋ ਮਿਲਦੇ ਹਾਂ ਜੀ ਫਿਰ ਸ਼ਾਮ ਦੀ ਲਾਈਵ ਦੇ ਵਿੱਚ। ਥੈਂਕ ਯੂ ਵੈਰੀ ਮਚ।